ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ 'ਚ ਸਾਡੀ ਤੁਹਾਡੀ ਗੱਲਬਾਤ ਚੱਲਣ ਲੱਗੀ ਜੀ ਰੂਬਲ ਸਾਹਿਬ ਦੇ ਨਾਲ। ਤੇ ਸਭ ਤੋਂ ਪਹਿਲਾਂ ਅਸੀਂ ਸਭ ਸਰੋਤਿਆਂ ਦਾ ਆਪਣਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਸ ਉਮੀਦ ਕਰਦੇ ਹਾਂ ਕਿ ਜਿੱਥੇ ਕਿਤੇ ਵੀ ਪ੍ਰੋਗਰਾਮ ਸੁਣ ਰਹੇ ਹੋਣਗੇ ਸੁਖੀ ਸਾਂਦੀ ਹੋਣਗੇ। ਤੇ ਉਸ ਤੋਂ ਬਾਅਦ ਅਸੀਂ ਧੰਨਵਾਦੀ ਹਾਂ ਆਪਣੇ ਸਾਰੇ ਬਿਜ਼ਨਸਮੈਨਾਂ ਦਾ। ਤੇ ਰੂਬਲ ਸਾਹਿਬ ਦੇ ਨਾਲ ਗੱਲਬਾਤ ਕਰਨ ਲੱਗੇ ਹਾਂ। ਦੇਸੀ ਖਾਓ ਰੂਪੀ ਹਫ਼ਤੇ ਤੰਦਰੁਸਤੀ ਪਾਓ 905 874 3333 ਨੰਬਰ ਤੇ ਤੁਸੀਂ ਬਾਅਦ ਵਿੱਚ ਵੀ ਗੱਲਬਾਤ ਕਰ ਸਕਦੇ ਹੋ। ਰੂਬਲ ਸਾਹਿਬ ਆਪਾਂ ਗੱਲਬਾਤ ਕਿਉਂ ਨਹੀਂ ਇਸ ਗੀਤ ਤੋਂ ਸ਼ੁਰੂ ਕਰਦੇ ਕਿ ਲੋਕਾਂ ਦਾ ਚੱਲਦਾ ਨਾਮ ਤੇ ਸਾਡਾ ਉਧਾਰ ਚੱਲਦਾ। ਉਧਾਰ ਲੈ ਲੈ ਕੇ ਕਈ ਵਾਰ ਬੰਦਿਆਂ ਦੀ ਫਿਰ ਟੈਨਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ। ਟੈਨਸ਼ਨ ਫਿਰ ਜਿਹੜੀ ਬਿਮਾਰੀਆਂ ਨੂੰ ਦਿੰਦੀ ਹੈ ਜਨਮ। ਇਹਦੇ ਨਾਲ ਬੇਸ਼ੱਕ ਤੁਸੀਂ ਲਾ ਲਓ ਫਿਰ ਕਈ ਵਾਰ ਕਹਿੰਦੇ ਵੀ ਸਾਡੇ ਕਿਹੜੀਆਂ ਪੀੜਾਂ ਹੁੰਦੀਆਂ ਕਿ ਸਿਰ ਦੇ ਵਿੱਚ ਮਾਈਗ੍ਰੇਨ ਹੋ ਜਾਂਦੀ। ਮਾਈਗ੍ਰੇਨ ਦੇ ਨਾਲ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਵੱਧਦੀਆਂ ਤੁਹਾਡੀ ਸ਼ੂਗਰ ਵੱਲ ਵੱਧ ਜਾਂਦੀਆਂ। ਸ਼ੂਗਰ ਵੱਧਦੀ ਹੈ ਫਿਰ ਬਲੱਡ ਪ੍ਰੈਸ਼ਰ ਵੱਧਦਾ। ਬਲੱਡ ਪ੍ਰੈਸ਼ਰ ਜੋ ਨੇਮ ਇਟ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਜਦੋਂ ਤੁਸੀਂ ਆਧਾਰ ਲੈ ਕੇ ਜਾਂ ਕਹਿ ਲਓ ਵੀ ਆਪਣੇ ਆਪ ਨੂੰ ਟੈਨਸ਼ਨ 'ਚ ਪਾ ਕੇ ਆਪਣੀ ਜੇਬ ਤੋਂ ਵੱਧ ਦਾ ਖਰਚਾ ਕਰਦੇ ਹੋ ਤੇ ਪ੍ਰੋਬਲਮ ਆਪਣੇ ਆਪ ਕ੍ਰੀਏਟ ਕਰਦੇ ਹੋ। ਤੇ ਪ੍ਰੋਬਲਮ ਫਿਰ ਤੁਹਾਡੀ ਜਦੋਂ ਸਰੀਰ ਨੂੰ ਲੱਗ ਜਾਂਦੀਆਂ ਨੇ ਤੇ ਉਹਨਾਂ ਦਾ ਇਲਾਜ ਕਈ ਵਾਰ ਲੱਭਣਾ ਔਖਾ ਹੋ ਜਾਂਦਾ ਹੈ। ਲੇਕਿਨ ਦੇਸੀ ਜੜੀ ਬੂਟੀਆਂ ਦੇ ਵਿੱਚ ਇੰਨਾ ਕੁ ਦਮ ਹੈ ਕਿ ਤੁਹਾਨੂੰ ਜਿਹੜੀਆਂ ਬਿਮਾਰੀਆਂ ਲੱਗੀਆਂ ਨੇ ਇਹਨਾਂ ਨੂੰ ਜੜ੍ਹਾਂ ਤੋਂ ਬਾਹਰ ਕੱਢ ਦਿੰਦੀਆਂ ਨੇ। ਤੇ ਕਿਵੇਂ ਕੰਮ ਕਰਦੀਆਂ ਨੇ ਤੇ ਖਾਸ ਕਰਕੇ ਸਾਡੇ ਲੋਕ ਜੋ ਸਟ੍ਰੈਸ ਵਿੱਚ ਚੱਲ ਜਾਂਦੇ ਨੇ ਉਹਨਾਂ ਉੱਤੇ ਕਿਵੇਂ ਜੇ ਇਹ ਲਾਗੂ ਹੁੰਦੀਆਂ ਨੇ। ਥੋੜੀ ਗੱਲਬਾਤ ਆਪ ਇਹਨਾਂ ਦੀ ਕਰਦੇ। ਚਲੋ ਗੀਤ ਤੋਂ ਥੋੜੀ ਮੈਂ ਗੱਲ ਯਾਦ ਆ ਗਈ ਨਾਲ ਲੱਗਦੀ ਗੱਲ ਬਣਾ ਲਈ। ਰੂਬਲ ਸਾਹਿਬ ਤੁਹਾਡਾ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ 'ਚ ਪਹਿਲਾਂ ਸਵਾਗਤ ਕਰਦੇ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ ਮੇਰੇ ਵੱਲੋਂ ਤੁਹਾਨੂੰ ਤੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਐਂਡ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਅਸੀਂ ਕੰਟਰੀਜ਼ 'ਚ ਰਹਿ ਰਹੇ ਹਾਂ ਕੈਪੀਟਲਿਜ਼ਮ। ਸੋ ਇਹ ਜਿਹੜੀਆਂ ਇਹੋ ਜਿਹੀ ਕੰਟਰੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਕਹਿੰਦੇ ਕਿ ਪੈਸਾ ਪੈਸੇ ਨੂੰ ਖਿੱਚਦਾ ਅਤੇ ਉਸ ਪੈਸੇ ਦੀ ਦੌੜ ਦੇ ਵਿੱਚ ਜਿਹੜਾ ਅਸੀਂ ਸਾਰੇ ਕੰਮ ਕਰ ਰਹੇ ਹੈਗੇ ਹਾਂ। ਸਾਰੇ ਕਈ ਤਾਂ ਲੋਕ 2-2 ਸ਼ਿਫਟਾਂ 3-3 ਸ਼ਿਫਟਾਂ ਜਿਹੜੀਆਂ ਉਹ ਲਗਾ ਰਹੇ ਹੈਗੇ ਆ। ਐਂਡ ਜਿਵੇਂ ਤੁਸੀਂ ਬੜਾ ਦਰੁਸਤ ਫਰਮਾਇਆ ਕਿ ਉਹਦੇ ਨਾਲ ਜਿਹੜੀ ਆ ਆਧਾਰ ਜੇ ਅਸੀਂ ਲੈਂਦੇ ਹੈਗੇ ਹਾਂ ਅਤੇ ਉਹਦੇ ਨਾਲ ਟੈਨਸ਼ਨਾਂ ਜਿਹੜੀਆਂ ਹੁੰਦੀਆਂ। ਬਟ ਸੇਮ ਟਾਈਮ ਦੇ ਉੱਤੇ ਜਿਵੇਂ ਪਤਾ ਹੈ ਕਿ ਜੇ ਕ੍ਰੈਡਿਟ ਕਿਸੇ ਦਾ ਠੀਕ ਨਹੀਂ ਹੈ ਤਾਂ ਫਿਰ ਉਹਨਾਂ ਨੂੰ ਤੁਹਾਨੂੰ ਪਤਾ ਜੀ ਨਾ ਉਹਨਾਂ ਨੂੰ ਕੋਈ ਕਾਰ ਲੈ ਸਕਦੇ ਨਾ ਉਹ ਘਰ ਲੈ ਸਕਦੇ। ਸੋ ਇੱਕ ਹਿਸਾਬ ਦਾ ਇੱਕ ਸਿਸਟਮ ਇਸ ਤਰੀਕੇ ਦਾ ਬਣਿਆ ਹੋਇਆ ਕਹਿੰਦੇ ਕਿ ਵੀ ਉਸ ਚੀਜ਼ ਤੋਂ ਬਗੈਰ ਵੀ ਤੁਹਾਡਾ ਸਰਨਾ ਨਹੀਂ ਹੈ। ਅਤੇ ਜੇ ਤੁਹਾਡੇ ਕੋਲ ਜ਼ਿਆਦਾ ਹੋ ਗਈ ਹੈ ਆਧਾਰ ਚੜ੍ਹ ਗਿਆ ਅਤੇ ਉਹਦੇ ਨਾਲ ਜਿਹੜੀਆਂ ਫਿਰ ਮੁੜ ਕੇ ਅੱਗੋਂ ਬਿਮਾਰੀਆਂ ਵੀ ਲੱਗਣੀਆਂ। ਜਿਵੇਂ ਤੁਸੀਂ ਦੱਸਿਆ ਕਿ ਅੱਗੋਂ ਬਿਮਾਰੀਆਂ ਜਿਹੜੀਆਂ ਹੈਗੀਆਂ ਸਟਰੈਸ ਦੇ ਨਾਲ ਤਾਂ ਬੜੀਆਂ ਲੱਗਦੀਆਂ ਹੈਗੀਆਂ। ਸਾਈਕੋਲੋਜੀਕਲੀ ਜਿਹੜੀ ਆ ਉਹ ਸਾਡੀ ਬਾਡੀ ਬੜੀ ਸੈਂਸਿਟਿਵ ਹੈ। ਉਹ ਵੀ ਚੀਜ਼ਾਂ ਜਿਹੜੀਆਂ ਕਿ ਅਸੀਂ ਨੰਗੀ ਅੱਖ ਦੇ ਨਾਲ ਅਸੀਂ ਦੇਖ ਨਹੀਂ ਸਕਦੇ ਉਹ ਵੀ ਚੀਜ਼ਾਂ ਜਿਹੜੀਆਂ ਸਾਡੀ ਬਾਡੀ ਦੇ ਉੱਤੇ ਜਿਹੜਾ ਆ ਅਸਰ ਪਾਉਂਦੀਆਂ ਹੈ। ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਇਲੈਕਟ੍ਰੋਮੈਗਨੈਟਿਕ ਵੇਵਜ਼ ਜਿਹੜੀਆਂ ਕਿ ਅਸੀਂ ਸੈੱਲ ਫੋਨ 'ਚੋਂ ਨਿਕਲਦੇ ਜਾਂ ਜਿਹੜੀਆਂ TV ਦੇ ਆਲੇ ਦੁਆਲੇ ਜਾਂ ਰੇਡੀਓ ਦੇ ਆਲੇ ਦੁਆਲੇ ਆ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਵੇਵਸ ਜਿਹੜੀਆਂ ਹੈਗੀਆਂ ਉਹ ਅਸੀਂ ਦੇਖ ਤਾਂ ਨਹੀਂ ਸਕਦੇ ਪਰ ਉਹ ਸਾਨੂੰ ਪਤਾ ਕਿ ਉਹ ਵਰਕ ਕਰਦੀਆਂ ਹੈਗੀਆਂ। ਜਿਸ ਤਰੀਕੇ ਦੇ ਨਾਲ ਤੁਸੀਂ ਰੇਡੀਓ ਜਾਂ ਸਾਨੂੰ ਸੁਣ ਰਹੇ ਹੈਗੇ ਉਹ ਇਲੈਕਟ੍ਰੋਨਿਕ ਮਾਧਿਅਮ ਦੇ ਰਸਤੇ ਉਹ ਵੀ ਵੇਵਸ ਦੇ ਰਸਤੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਪਹੁੰਚ ਰਹੀਆਂ ਹੈਗੀਆਂ। ਸੋ ਕੁਛ ਚੀਜ਼ਾਂ ਜਿਹੜੀਆਂ ਕਿ ਸਾਨੂੰ ਦਿਖ ਨਹੀਂ ਰਹੀਆਂ ਹੁੰਦੀਆਂ ਬਟ ਫਿਰ ਵੀ ਕਈ ਵਾਰੀ ਜਿਹੜਾ ਉਹ ਸਾਡੀ ਬਾਡੀ ਦੇ ਉੱਤੇ ਨੈਗੇਟਿਵ ਤਰੀਕੇ ਦੇ ਨਾਲ ਉਹ ਅਸਰ ਪਾਉਂਦੀਆਂ ਹੈ। ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਹੁਣ ਸੈੱਲ ਫੋਨਸ ਜਿਹੜੇ ਹੈਗੇ ਅੱਗੋਂ 3G ਤੋਂ 4G ਹੁਣ 5G ਟੈਕਨੋਲੋਜੀ ਜਿਹੜੀ ਆ ਸੁਣਿਆ ਜਾ ਰਿਹਾ ਕਿ ਉਹ ਐਡੀ ਸੇਫ ਨਹੀਂ ਹੈਗੀ ਜਾਂ ਹੈ ਜਾਂ ਨਹੀਂ। ਕਈ ਤਰ੍ਹਾਂ ਦੇ ਵਿਚਾਰ ਲੋਕਾਂ ਦੇ ਵਿੱਚ ਜਿਹੜੇ ਉਹ ਸੁਣਨ ਨੂੰ ਮਿਲਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਕੁਛ ਚੀਜ਼ਾਂ ਜਿਹੜੀਆਂ ਕਿ ਅਸੀਂ ਆਪਣੀ ਅੱਖੀਂ ਦੇਖ ਕੇ ਸਾਨੂੰ ਪਤਾ ਵੀ ਹੁੰਦਾ ਕਿ ਅਸੀਂ ਐਕਸਰਸਾਈਜ਼ ਨਹੀਂ ਕਰ ਰਹੇ। ਸਾਨੂੰ ਪਤਾ ਵੀ ਹੈ ਕਿ ਅਸੀਂ ਰੋਟੀ ਪਾਣੀ ਜਿਹੜਾ ਪ੍ਰੋਪਰ ਨਹੀਂ ਖਾ ਰਹੇ। ਹਾਂ ਉਸ ਕੰਡੀਸ਼ਨ ਦੇ ਵਿੱਚ ਸੈਂਸ ਬਣਦੀ ਹੈਗੀ ਹੈ ਕਿ ਜੇ ਮੈਂ ਆਪਣੀ ਬਾਡੀ ਨੂੰ ਸਟਰੈਸਫੁਲ ਮੋਡ ਦੇ ਵਿੱਚ ਰੱਖਿਆ ਹੋਇਆ। ਪਰ ਕੁਛ ਚੀਜ਼ਾਂ ਜਿਹੜੀਆਂ ਕਿ ਸਾਈਕੋਲੋਜੀਕਲੀ ਆ ਉਹ ਸਾਡੀ ਬਾਡੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਸਾਡੀ ਬਾਡੀ ਦੇ ਉੱਤੇ ਉਹ ਅਸਰ ਕਰ ਰਹੀਆਂ ਹੁੰਦੀਆਂ ਹੈਗੀਆਂ। ਭਾਵੇਂ ਕਿ ਉਹ ਜਿਵੇਂ ਗੱਲ ਕੀਤੀ ਕਿ ਇਲੈਕਟ੍ਰੋਮੈਗਨੈਟਿਕ ਫੀਲਡ ਹੋਵੇ ਚਾਹੇ ਕੋਈ ਤੁਹਾਨੂੰ ਵੈਸੇ ਹੀ ਨਫ਼ਰਤ ਦੀ ਨਿਗਾਹ ਦੇ ਨਾਲ ਜਿਹੜਾ ਉਹ ਦੇਖ ਰਿਹਾ ਹੈਗਾ ਜਾਂ ਤੁਹਾਨੂੰ ਆਪਾਂ ਕਈ ਦੀ ਕੋਵਰਕਰ ਹੈਗੇ ਆ ਅਸੀਂ ਇੱਕ ਦੂਜੇ ਦੇ ਪਿੱਠ ਦੇ ਪਿੱਛੇ ਕੋਈ ਗੱਲਾਂ ਕਰ ਰਹੇ ਹਾਂ
ਪਰ ਉਹ ਵੀ ਜਿਹੜੀਆਂ ਨੈਗੇਟਿਵ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹ ਵੀ ਸਾਡੀ ਬਾਡੀ ਦੇ ਉੱਤੇ ਜਿਹੜਾ ਨੈਗੇਟਿਵ ਅਸਰ ਪਾਉਂਦੀਆਂ ਹਨ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿੰਨਾ ਪੋਜ਼ਿਟਿਵ ਰਹਿ ਸਕੋ ਤੁਸੀਂ। ਪੋਜ਼ਿਟਿਵ ਜਿਹੜਾ ਹੈਗਾ ਕਹਿੰਦੇ ਵੀ ਜੇ ਤੁਸੀਂ ਪੋਜ਼ਿਟਿਵ ਰਹੋਗੇ ਪੋਜ਼ਿਟਿਵ ਚੀਜ਼ਾਂ ਅੱਗੋਂ ਹੋਣਗੀਆਂ। ਜੇ ਤੁਸੀਂ ਲਗਾਤਾਰ ਨੈਗੇਟਿਵ ਹੀ ਸੋਚੀ ਜਾ ਰਹੇ ਹੋ ਤਾਂ ਉਹਦਾ ਆਊਟਕਮ ਅੱਗੋਂ ਨੈਗੇਟਿਵ ਹੀ ਆਉਣਾ। ਤੁਸੀਂ ਬਾਰ-ਬਾਰ ਸੋਚੀ ਜਾ ਰਹੇ ਹੋ ਕੁਛ ਚੀਜ਼ ਨੂੰ ਨੈਗੇਟਿਵ ਨੂੰ, ਚਾਂਸਸ ਆਰ ਵੈਰੀ ਹਾਈ ਉੱਦਾਂ ਹੀ ਹੋਣਾ। ਇਹ ਤਾਂ ਚੀਜ਼ ਜਿੱਦਾਂ ਇਹਦੇ ਵਿੱਚ ਸੌਰੀ ਮੈਂ ਤੁਹਾਡੀ ਗੱਲ ਵਿੱਚੋਂ ਇੰਟਰਪਟ ਕਰਦਾ, ਬਾਕੀ ਤੁਸੀਂ ਕੰਟੀਨਿਊ ਕਰੋ। ਜਿਸ ਤਰੀਕੇ ਨਾਲ ਅਸੀਂ ਇੱਕ ਦੂਜੇ ਭੈਣ ਭਰਾ ਜਾਂ ਰਿਸ਼ਤੇਦਾਰੀ ਵਿੱਚ ਇੱਕ ਦੂਜੇ ਨਾਲ ਅੰਦਰੋਂ ਅੰਦਰੀ ਸੜੀ ਭੁੱਜੀ ਜਾਂਦੀ ਹੈ, ਦੱਸ ਤੇ ਕੁਛ ਵੀ ਨਹੀਂ ਖੁੱਲ ਕੇ ਆਉਂਦੇ ਨਹੀਂ, ਉਹ ਇੱਕ ਦਿਨ ਤੁਹਾਡੇ ਚਿਹਰੇ ਦੇ ਉੱਤੇ ਚੀਜ਼ਾਂ ਨਜ਼ਰ ਆਉਣੀਆਂ, ਤੁਸੀਂ ਆਪਣਾ ਆਪ ਨੁਕਸਾਨ ਕਰਨਾ ਜੀ। ਕੰਟੀਨਿਊ। ਬਿਲਕੁਲ ਜਦੋਂ ਕੋਈ ਵੀ ਤੁਸੀਂ ਉਸ ਨੈਗੇਟਿਵ ਚੀਜ਼ ਨੂੰ ਲੈ ਕੇ ਮਨ ਦੇ ਵਿੱਚ ਅਸ਼ਾਂਤੀ ਲੈ ਕੇ ਆਉਂਦੇ ਹੋ, ਗੁੱਸਾ ਲੈ ਕੇ ਆਉਂਦੇ ਹੋ, ਔਰ ਉਹ ਸਭ ਤੋਂ ਪਹਿਲਾਂ ਉਹ ਗੁੱਸੇ ਨੇ ਤੁਹਾਨੂੰ ਹੀ ਖਾਣਾ ਹੈਗਾ। ਜੇ ਤੁਸੀਂ ਮੂੰਹ ਦੇ ਅੰਦਰ ਮੂੰਹ ਦੇ ਰਸਤੇ ਗਾਲ ਕੱਢਦੇ ਹੈਗੇ ਹੋ ਅਤੇ ਉਹ ਗਾਲ ਵੀ ਜਿਹੜੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਲੱਗਣੀ ਹੈਗੀ ਹੈ, ਮਤਲਬ ਬਾਡੀ ਨੂੰ। ਸੋ ਕੋਈ ਵੀ ਨੈਗੇਟਿਵ ਚੀਜ਼ ਜੇ ਤੁਸੀਂ ਹੁੰਦੀ ਹੈਗੀ ਹੈ ਤੁਹਾਡੇ ਲਾਗੇ ਤਾਂ ਉਹ ਜਿਹੜੀ ਆ ਉਹ ਤੁਹਾਨੂੰ ਅਸਰ ਡੈਫੀਨੇਟਲੀ ਕਰਨੀ ਹੀ ਹੈ। ਇਸੇ ਕਰਕੇ ਤੁਸੀਂ ਦੇਖੋ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਾਇੰਸ ਵੀ ਪਲੇਸੀਬੋ ਇਫੈਕਟ ਜਿਹੜਾ ਆ ਉਸ ਦੇ ਆਧਾਰ ਦੇ ਉੱਤੇ ਜਿਹੜੀਆਂ ਆ ਉਹ ਦਵਾਈਆਂ ਦੀਆਂ ਖੋਜਾਂ ਕੀਤੀਆਂ ਜਾਂਦੀਆਂ। ਉਹਦੇ ਵਿੱਚ ਇਹ ਚੀਜ਼ ਨੂੰ ਕੰਸੀਡਰ ਕੀਤਾ ਜਾਂਦਾ ਕਿ ਇਹ ਦਵਾਈ ਵਾਕਈ ਜਿਹੜੀ ਹੈ ਜਦੋਂ ਟਰਾਇਲ ਚਲਾਇਆ ਜਾਂਦਾ ਤਾਂ ਉਹਦੇ ਵਿੱਚ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਕਿ ਵਾਕਈ ਇਸ ਦਵਾਈ ਦੇ ਵਿੱਚ ਕੋਈ ਅਸਰ ਹੈ ਜਾਂ ਇਹ ਪਲੇਸੀਬੋ ਇਫੈਕਟ ਹੈ। ਮਤਲਬ ਕਿ ਪੇਸ਼ੈਂਟ ਨੂੰ ਇੱਕ ਸ਼ੂਗਰ ਪਿਲ ਦਿੱਤੀ ਜਾਂਦੀ, ਉਹਦੇ ਵਿੱਚ ਐਕਚੁਅਲੀ ਦਵਾਈ ਨਹੀਂ ਹੁੰਦੀ, ਪਰ ਪੇਸ਼ੈਂਟ ਨੂੰ ਦੱਸਿਆ ਜਾਂਦਾ ਹੈ ਕਿ ਵੀ ਇਹਦੇ ਵਿੱਚ ਦਵਾਈ ਹੈਗੀ ਹੈ। ਸੋ ਜਦੋਂ ਇੱਕ ਵਾਰੀ ਸਿਰਫ ਉਹ ਮੰਨ ਲੈਂਦੇ ਆ ਕਿ ਮੈਂ ਦਵਾਈ ਖਾ ਰਿਹਾ ਹੈਗਾ ਅਤੇ ਮੈਨੂੰ ਇਹ ਠੀਕ ਹੋ ਜਾਣਾ ਮੈਂ, ਅਤੇ ਉਹਦੇ ਨਾਲ ਦਿਮਾਗ ਦੇ ਰਸਤੇ ਬਾਡੀ ਜਿਹੜੀ ਆ ਉਹ ਆਪਣੇ ਆਪ ਨੂੰ ਠੀਕ ਕਰਨਾ ਸ਼ੁਰੂ ਕਰ ਦਿੰਦੀ। ਐਜ਼ ਮੱਚ ਐਜ਼ 30% 30% ਜਿਹੜੇ ਆ ਪੇਸ਼ੈਂਟ ਜਿਹੜੇ ਉਹ ਪਲੇਸੀਬੋ ਇਫੈਕਟ ਦੇ ਨਾਲ ਠੀਕ ਹੋ ਜਾਂਦੇ ਆ। ਸੋ ਵਿਚ ਮੀਨਸ ਕਿ ਜੇ ਤੁਸੀਂ ਦਵਾਈ ਨਹੀਂ ਵੀ ਖਾਂਦੇ, ਸਿਰਫ ਆਪਣੇ ਦਿਮਾਗ ਦੇ ਥਰੂ ਤੁਸੀਂ ਬਾਡੀ ਨੂੰ ਦੱਸ ਰਹੇ ਹੋ ਅਤੇ 30% ਤੁਸੀਂ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਸਕਦੇ ਹੈਗੇ, ਉਹ ਭਾਵੇਂ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਹੈ। ਸੋ ਸਾਡੀ ਜਿਹੜੀ ਬਾਡੀ ਆ ਉਹ ਇੱਕ ਪੋਜ਼ੀਟਿਵ ਇਨਵਾਇਰਮੈਂਟ ਦੇ ਵਿੱਚ ਜਿੰਨਾ ਅਸੀਂ ਰੱਖਾਂਗੇ, ਇਸੇ ਕਰਕੇ ਸਾਡੇ ਚਾਹੇ ਉਹ ਧਾਰਮਿਕ ਗੁਰੂ ਹੈ ਜਾਂ ਧਾਰਮਿਕ ਗ੍ਰੰਥ ਹੈ, ਉਹਨਾਂ ਦੇ ਵਿੱਚ ਪੋਜ਼ੀਟਿਵ ਰਹਿਣ ਵਾਸਤੇ ਜਿਹੜਾ ਆ ਉਹ ਹਮੇਸ਼ਾ ਸਾਨੂੰ ਪ੍ਰੇਰਨਾ ਦਿੱਤੀ ਗਈ ਹੈਗੀ ਹੈ। ਸਾਡੇ ਆਲੇ ਦੁਆਲੇ ਨੂੰ ਖੁਸ਼ ਰੱਖਣਾ, ਆਲੇ ਦੁਆਲੇ ਅਸੀਂ ਆਪਣੇ ਆਂਢ ਗੁਆਂਢ ਦੇ ਵਿੱਚ ਖੁਸ਼ ਰੱਖਣਾ, ਸਾਫ ਸਫਾਈ ਰੱਖਣੀ, ਆਪਣੇ ਘਰ ਦੇ ਵਿੱਚ ਜਿਹੜਾ ਆ ਉਹਨੂੰ ਸੁੱਖ ਸ਼ਾਂਤੀ ਰੱਖਣੀ। ਅਸੀਂ ਇਸੇ ਕਰਕੇ ਅਰਦਾਸਾਂ ਦੇ ਵਿੱਚ ਵੀ ਕਹਿੰਦੇ ਕਿ ਬਾਬਾ ਸੁੱਖ ਸ਼ਾਂਤੀ ਰੱਖੋ। ਸਾਰੀ ਸੁੱਖ ਸ਼ਾਂਤੀ ਜਿਹੜੀ ਹੈ ਉਹ ਇਹੋ ਹੀ ਹੈ ਕਿ ਅਸੀਂ 905-874-3333 905-874-3333 ਤੇ ਰੂਬਲ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਕਈ ਵਾਰੀ ਕੁਝ ਤਕਨੀਕੀ ਕਾਰਨਾਂ ਕਰਕੇ ਲਾਈਨ ਡਿਸਕਨੈਕਟ ਹੋ ਜਾਂਦੀ ਜਾਂ ਪ੍ਰੋਬਲਮ 'ਚ ਆ ਜਾਂਦੀ ਹੈ, ਤੇ ਜਦੋਂ ਰੂਬਲ ਸਾਹਿਬ ਲਾਈਨ ਕਲੀਅਰ ਤੋਂ ਉਸ ਵੇਲੇ ਤੁਸੀਂ ਆਪਾਂ ਕੰਟੀਨਿਊ ਕਰ ਸਕਦੇ ਆ। ਤੇ ਦੱਸ ਕੇ ਪ੍ਰੋਗਰਾਮ ਦਾ ਹਿੱਸਾ ਏਵਨਟੈਕਸ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। 905-453-6666 ਤੇ ਸੰਪਰਕ ਕਰੋ। ਇੱਕ ਚੰਗੀ ਕੰਪਨੀ ਦੇ ਚੰਗਾ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਪਾਰਟ ਟਾਈਮ ਫੁੱਲ ਟਾਈਮ ਤੇ ਡੈਫੀਨੇਟਲੀ ਤੁਸੀਂ ਕੰਮ ਵੀ ਕਰ ਸਕਦੇ ਹੋ, ਤੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹੋ ਤੇ ਤੁਸੀਂ ਏਵਨ ਟੈਕਸੀ ਨਾਲ ਸੰਪਰਕ ਕਰਨਾ 905-453-6666 ਆਨੰਦ ਟਾਇਰ 416-829-82 ਦੇ ਉੱਤੇ ਸੰਪਰਕ ਕਰੋ। ਤੁਸੀਂ ਆਪਣੇ ਟਰੱਕਾਂ ਦੇ ਟਰੱਕਾਂ ਦੇ ਟਾਇਰ ਪਾਉਣੇ ਚਾਹੁੰਦੇ ਹੋ, ਕਾਫੀ ਭਾਰੀ ਮਾਤਰਾ ਵਿੱਚ ਉਹ ਟਾਇਰ ਇਹਨਾਂ ਦੇ ਕੋਲ ਆ ਚੁੱਕੇ ਨੇ, ਬੜੀ ਸਸਤੀ ਪ੍ਰਾਈਸ ਦੇ ਉੱਤੇ ਪਾ ਦੇਣਗੇ। ਟਰੱਕਾਂ ਦੀ ਅਲਾਈਨਮੈਂਟ ਕਰਾਉਣੀ ਚਾਹੁੰਦੇ ਤਾਂ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਹੈ। 416-829-82 ਏਅਰ ਸੀਟਿੰਗ 416-803-8053 ਤੇ ਗੱਲਬਾਤ ਕਰ ਸਕਦੇ ਹੋ। ਇਸੇ ਤਰੀਕੇ ਨਾਲ ਲੱਭ ਤੰਦੂਰੀ ਤੇ ਜਾ ਕੇ ਖਾਣਾ ਖਾ ਕੇ ਤੁਸੀਂ ਲੱਭ ਮਹਿਸੂਸ ਕਰੋਗੇ, ਕਿਉਂਕਿ ਇਹਨਾਂ ਦਾ ਖਾਣਾ ਹੀ ਇੰਨੇ ਵਧੀਆ। ਜੇਕਰ ਛੋਟੀ ਵੱਡੀ ਪਾਰਟੀ ਕਰਨੀ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਘਰ ਵਿੱਚ ਖਾਣਾ ਲਿਆਉਣਾ ਚਾਹੁੰਦੇ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। 905-450-0000 ਤੇ ਲੱਭ ਤੰਦੂਰੀ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਸੁਣਦੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਆਪਣੀ ਸਾਰਿਆਂ ਦੀ ਗੱਲਬਾਤ ਹੋ ਰਹੀ ਹੈ ਰੂਬਲ ਸਾਹਿਬ ਦੇ ਨਾਲ। ਦੇਸੀ ਖਾਓ ਰੂਪ ਭਜਾਓ ਤੇ ਤੰਦਰੁਸਤੀ ਪਾਓ, ਤੰਦਰੁਸਤੀ ਦਾ ਇਲਾਜ। ਇਹ ਜੜੀ ਬੂਟੀਆਂ ਸਾਡੇ ਲਈ ਕਿਵੇਂ ਕੰਮ ਕਰਦੀਆਂ ਨੇ ਉਹਦੀ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਨੇ ਰੂਬਲ ਸਾਹਿਬ। 905-874-3333 ਤੇ ਗੱਲਬਾਤ ਚੱਲਦੀ ਹੈ, ਜਿਹੜੀ ਬਿਨਾਂ ਵਜ੍ਹਾ ਦੀ ਸਹੇੜੀ ਹੋਈ ਟੈਨਸ਼ਨ ਤੇ ਜਿਹਦੇ ਨਾਲ ਕਈ ਗਾਹ ਬਿਮਾਰੀਆਂ ਵੱਧਦੀਆਂ। ਜੀ ਰੂਬਲ ਸਾਹਿਬ। ਬਿਲਕੁਲ ਜੀ। ਔਰ ਦੇਖੋ ਕਿ ਸਕਾਰਾਤਮਕ ਜਿਹੜਾ ਆ ਜਾਂ ਇੱਕ ਪੋਜ਼ੀਟਿਵ ਰਹਿਣਾ ਬੜੀ ਇੱਕ ਜ਼ਰੂਰੀ ਚੀਜ਼ ਹੈਗੀ ਹੈ ਸਾਡੀ ਬਾਡੀ ਦੇ ਵਾਸਤੇ। ਪਰ ਕਈ ਕੇਸਿਸ ਦੇ ਵਿੱਚ ਜਿਵੇਂ ਦੱਸਿਆ ਕਿ ਕੁਛ ਚੀਜ਼ਾਂ ਜਿਹੜੀਆਂ ਕਿ ਸਾਡੇ ਆਪਣੇ ਹਾਲਾਤ ਹੱਥਾਂ ਦੇ ਵਿੱਚ ਜਿਹੜੇ ਆ ਉਹ ਕਾਬੂ ਨਹੀਂ ਰਹਿੰਦੇ, ਪਰ ਆਯੁਰਵੈਦ ਜਿਹੜਾ ਉਹ ਫਿਰ ਵੀ ਇਸ ਚੀਜ਼ਾਂ ਦੇ ਵਿੱਚ ਤੁਹਾਡੀ ਮਦਦ ਕਰਦਾ। ਕਿਉਂਕਿ ਜਿਵੇਂ ਐਲੋਪੈਥੀ ਦੇ ਵਿੱਚ ਜਿਹੜਾ ਮੋਸਟਲੀ ਜਦੋਂ ਵੀ ਕਿਸੇ ਨੂੰ ਕੋਈ ਡਿਪਰੈਸ਼ਨ ਜਾਂ ਸਟ੍ਰੈਸ ਦੀ ਪ੍ਰੋਬਲਮ ਹੁੰਦੀ ਹੈ ਤਾਂ ਦਵਾਈਆਂ ਦਿੱਤੀਆਂ ਜਾਂਦੀਆਂ ਹੁੰਦੀਆਂ ਆ
ਜਿਹੜੀਆਂ ਕਿ ਬ੍ਰੇਨ ਦੇ ਫੰਕਸ਼ਨਸ ਨੂੰ ਦਬਾਉਣ, ਇਨਹਿਬਿਟ ਕਰਨ। ਸੋ ਉਹਦੇ ਨਾਲ ਜਿਹੜੀ ਹੈਗੀ ਆ ਉਹ ਇੱਕ, ਉਹ ਲੱਗਦਾ ਤਾਂ ਇੱਦਾਂ ਆ ਕਿ ਵੀ ਠੀਕ ਵਰਕ ਕਰ ਰਹੀ ਹੈ, ਪਰ ਉਹ ਇੱਕ ਬੰਦਾ ਇੱਕ ਜ਼ੋਂਬੀ ਦੀ ਤਰ੍ਹਾਂ, ਇੱਕ ਤੁਰਦੀ ਫਿਰਦੀ ਲਾਸ਼ ਦੀ ਤਰ੍ਹਾਂ ਜਿਹੜਾ ਉਹ ਤੁਰਿਆ ਰਹਿੰਦਾ, ਚਿਹਰੇ ਦੇ ਉੱਤੇ ਕੋਈ ਇੰਪ੍ਰੈਸ਼ਨ ਨਹੀਂ ਹੁੰਦੇ, ਜਾਂ ਉਹਨਾਂ ਨੂੰ ਖੁਸ਼ੀ ਮਹਿਸੂਸ ਨਹੀਂ ਹੁੰਦੀ ਹੈਗੀ, ਉਹ ਤੁਰੇ ਤਾਂ ਰਹਿੰਦੇ ਆ। ਕਿਉਂ? ਕਿਉਂਕਿ ਉਹਦੇ ਵਿੱਚ ਜਿਹੜੀ ਉਹ ਸੋਚਣ ਦੀ ਸ਼ਕਤੀ ਜਿਹੜੀ ਹੈਗੀ ਆ ਉਹਨੂੰ ਇਨਹਿਬਿਟ ਕੀਤਾ ਜਾਂਦਾ, ਅਤੇ ਉਹਦੇ ਨਾਲ ਫਿਰ ਜਿਹੜਾ ਹੈਗਾ ਆ ਉਹ ਪੇਸ਼ੈਂਟ ਚਲੋ ਡਿਪਰੈਸ਼ਨ 'ਚ ਤਾਂ ਇੱਕ ਹਿਸਾਬ ਦਾ ਉਹ ਨਹੀਂ ਸੋਚ ਰਹੇ ਹੁੰਦੇ ਉਹਨਾਂ ਚੀਜ਼ਾਂ ਨੂੰ, ਪਰ ਹੋਰ ਉਹਨਾਂ ਦੀ ਸੋਸ਼ਲ ਲਾਈਫ ਜਿਹੜੀ ਹੈਗੀ ਉਹ ਬਹੁਤ ਖਰਾਬ ਹੋ ਜਾਂਦੀ। ਆਯੁਰਵੈਦ ਦੇ ਵਿੱਚ ਜਦੋਂ ਅਸੀਂ ਦੇਖਦੇ ਹੈਗੇ ਆ ਤਾਂ ਉਹਦੇ ਵਿੱਚ ਕੋਈ ਵੀ ਦਵਾਈ ਹੈਗੀ ਆ, ਭਾਵੇਂ ਉਹ ਸੰਖ ਪੁਸ਼ਪੀ ਆ, ਚਾਹੇ ਉਹ ਅਸ਼ਵਗੰਧਾ ਆ, ਚਾਹੇ ਉਹ ਬ੍ਰਹਮੀ ਆ, ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਆ ਜਿਹੜੀਆਂ ਕਿ ਜਾਂ ਮੁਕੂਨਾ, ਜਿਹਨੂੰ ਕੌਂਚ ਬੀਜ ਦਿਮਾਗ ਦੇ ਵਾਸਤੇ ਬਹੁਤ ਵਧੀਆ। ਸੋ ਉਹ ਜਿਹੜੀਆਂ ਹੈਗੀਆਂ ਚੀਜ਼ਾਂ ਸਾਨੂੰ ਨੈਚੁਰਲੀ ਤੌਰ ਦੇ ਉੱਤੇ ਬ੍ਰੇਨ ਨੂੰ ਸਗੋਂ ਤਾਕਤ ਦਿੰਦੀਆਂ, ਨਾ ਕਿ ਕਿਸੇ ਵੀ ਬ੍ਰੇਨ ਦੇ ਫੰਕਸ਼ਨ ਨੂੰ ਉਹਨੇ ਇਨਹਿਬਿਟ ਕਰਨਾ ਜਾਂ ਦਬਾਉਣਾ। ਸੋ ਉਸ ਕੇਸ ਦੇ ਵਿੱਚ ਜਿਹੜਾ ਆ, ਜਦੋਂ ਅਸੀਂ ਨੈਚੁਰਲੀ ਤੌਰ ਦੇ ਉੱਤੇ ਦਿਮਾਗੀ ਜਿਹੜੀਆਂ ਉਹ ਟੈਨਸ਼ਨਾਂ ਦੇ ਵਜ੍ਹਾ ਦੇ ਕਰਕੇ ਪ੍ਰੋਬਲਮਸ ਜਿਹੜੀਆਂ ਆਈਆਂ ਹੁੰਦੀਆਂ, ਉਹ ਪ੍ਰੋਬਲਮਸ ਆਪਣੇ ਆਪ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਹੁਣ OCD ਦੀ ਪ੍ਰੋਬਲਮ ਹੈਗੀ, ਜਿਹਨੂੰ ਅਸੀਂ ਓਬਸੈਸਿਵ ਕੰਪਲਸਿਵ ਡਿਸਆਰਡਰ ਕਹਿੰਦੇ ਹੈਗੇ ਆ। ਸੋ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਇੱਕ ਪੇਸ਼ੈਂਟ ਉਹ ਲਗਾਤਾਰ ਜਿਹੜਾ ਵੀ ਕੰਮ ਕਰਕੇ ਹਟਿਆ ਉਹ ਕੰਮ ਦੁਬਾਰਾ ਦੁਬਾਰਾ ਕਰੀ ਜਾ ਰਿਹਾ। ਜੇ ਉਹ ਹੱਥ ਧੋ ਰਿਹਾ ਤਾਂ ਹੱਥ ਹੀ ਧੋਈ ਜਾ ਰਿਹਾ, ਜੇ ਉਹ ਝਾੜੂ ਮਾਰ ਰਿਹਾ ਤਾਂ ਝਾੜੂ ਮਾਰੀ ਜਾ ਰਿਹਾ, ਜੇ ਉਹਨੇ ਦਰਵਾਜ਼ਾ ਪਿੱਛੋਂ ਲੌਕ ਕੀਤਾ ਤੇ ਉਹਨੇ ਕਈ ਵਾਰੀ ਮੁੜ ਮੁੜ ਕੇ ਦੇਖਣਾ ਦਰਵਾਜ਼ਾ ਖੋਲ੍ਹ ਖੋਲ੍ਹ ਕੇ ਕਿ ਮੈਂ ਚੰਗੀ ਤਰ੍ਹਾਂ ਲੌਕ ਕੀਤਾ ਕਿ ਨਹੀਂ ਕੀਤਾ। ਸੋ ਈਵਨ ਇਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਇਹਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਕੋਈ ਇਲਾਜ ਨਹੀਂ ਹੈਗਾ, ਬਟ ਆਯੁਰਵੈਦ ਦੇ ਵਿੱਚ ਬੜੇ ਸਕਸੈਸਫੁਲ ਤਰੀਕੇ ਦੇ ਨਾਲ ਅਸੀਂ ਪੇਸ਼ੈਂਟਸ ਦਾ ਜਿਹੜਾ ਇਲਾਜ ਕੀਤਾ ਹੋਇਆ OCD ਦੇ ਵਿੱਚ ਵੀ, ਤਾਂ ਉਹਦੇ ਨਾਲ ਉਹ ਫਿਰ ਦਿਮਾਗ ਜਿਹੜਾ ਉਹ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ। ਇਹਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ ਦੱਸਾਂਗਾ, OCD ਦੇ ਵਿੱਚ ਜਿੰਨੇ ਲੋਕ ਮੋਸਟਲੀ ਜਿਨ੍ਹਾਂ ਨੂੰ OCD ਦੀ ਪ੍ਰੋਬਲਮ ਹੁੰਦੀ ਹੈਗੀ ਆ, ਉਹਨਾਂ ਸਾਰਿਆਂ ਦੇ ਵਿੱਚ ਇੱਕ ਚੀਜ਼ ਕਾਮਨ ਹੈ ਕਿ ਉਹ ਸ਼ੂਗਰ ਜਿਹੜੀ ਉਹ ਬਹੁਤ ਖਾ ਰਹੇ ਹੁੰਦੇ ਹੈਗੇ। ਸੋ ਸੋ ਸਾਡੇ ਹਿਸਾਬ ਦੇ ਨਾਲ ਜਿਹੜੀ ਆ ਉਹ ਸ਼ੂਗਰ ਸ਼ੂਗਰ ਹੀ, ਜਾਂ ਫਿਰ ਕਈ ਵਾਰੀ ਜਦੋਂ ਬੰਦੇ ਨੂੰ ਇਦਾਂ ਦੀ ਚੀਜ਼ ਹੁੰਦੀ, ਉਹ ਖਾਣਾ ਵਾਧੂ ਜਿਹੜੀ ਚੀਜ਼ ਆਉਂਦੀ ਹੱਥ ਖਾਈ ਜਾਂਦੇ ਬਸ ਉਹਨਾਂ ਤੋਂ ਰਹਿ ਨਹੀਂ ਹੁੰਦਾ। ਹਾਂਜੀ, ਸ਼ੂਗਰ ਦੇ ਵਿੱਚ ਜਿੱਦਾਂ ਸਟਾਰਚ ਆ ਗਈ, ਸਟਾਰਚ ਜਿਹੜਾ ਚਿੱਟਾ ਮੈਦਾ ਜਾਂ ਆਟਾ ਜਿਹੜੇ ਅੱਜ ਕੱਲ੍ਹ ਚੱਲਦੇ ਹੈਗੇ ਆ, ਸੋ ਐਡੇ ਕੋਈ ਵਧੀਆ ਨਹੀਂ ਹੈਗੇ। ਸੋ ਓਵਰਆਲ ਸਟਾਰਚ ਅਤੇ ਜਿਹੜੀ ਸ਼ੂਗਰ, ਕਿਉਂਕਿ ਹੈ ਤਾਂ ਅਲਟੀਮੇਟਲੀ ਇੱਕੋ ਹੀ ਚੀਜ਼ ਹੈ, ਅਤੇ ਉਹ ਜਿਹੜੀ ਜਦੋਂ ਜ਼ਿਆਦਾ ਮਾਤਰਾ 'ਚ ਖਾ ਰਹੇ ਹੁੰਦੇ ਹਨ, ਅਨਫੋਰਚੂਨੇਟਲੀ ਸਾਡੀ ਕਮਿਊਨਿਟੀ ਦੇ ਵਿੱਚ ਸਟਾਰਚ ਅਤੇ ਸ਼ੂਗਰ ਜਿਹੜੀ ਬਹੁਤ ਜ਼ਿਆਦਾ ਇਸਤੇਮਾਲ ਕੀਤੀ ਜਾਂਦੀ ਹੈ, ਜਿਹੜੀ ਕਿ ਉਹ ਕਿਸੇ ਵਾਸਤੇ ਵੀ ਚੰਗੀ ਨਹੀਂ। ਉਹ ਸਿੰਪਲੀ ਸਾਡੇ ਸਾਰਿਆਂ ਦੇ ਢਿੱਡ ਹੀ ਵਧਾਉਂਦੀ ਹੈ ਅਤੇ ਬਿਮਾਰੀਆਂ ਲੈ ਕੇ ਆਉਂਦੀ ਹੈ, ਹੋਰ ਕੁਛ ਨਹੀਂ। ਅਤੇ ਹੁਣ ਇਮੈਜਿਨ ਕਰੋ ਕਿ ਉਹੀ ਚੀਜ਼ ਜਿਹੜੀ ਹੈ ਇੱਕ ਛੋਟੇ ਜਿਹੇ ਬੱਚੇ ਨੂੰ ਜਿਹੜੀ ਉਹ ਦਿੱਤੀ ਜਾ ਰਹੀ ਹੈਗੀ ਆ, ਜਿੱਦਾਂ ਅਸੀਂ ਆਦਤਾਂ ਪਾਈਆਂ ਸਵੇਰੇ ਉੱਠ ਕੇ ਅਤੇ ਅਸੀਂ ਬਿਸਕੁਟ ਅਤੇ ਚਾਹ ਦੀ, ਅਤੇ ਉਹ ਜਿਹੜਾ ਜਦੋਂ ਸਿੰਪਲ ਸਟਾਰਚ ਜਿਹੜੀ ਆ ਸਾਡੀ ਬਾਡੀ ਦੇ ਅੰਦਰ ਇੱਕ ਛੋਟੇ ਬੱਚੇ ਦੇ, ਮਤਲਬ ਤੁਸੀਂ ਦੇਖੋ ਕਿ ਅੰਦਰ ਜਦੋਂ ਜਾਣੀ ਆ ਤਾਂ ਉਹ ਕਿੰਨੀ ਜ਼ਿਆਦਾ ਹਾਨੀ ਕਰੇਗੀ। ਅਤੇ ਕਈ ਕੇਸਿਸ ਦੇ ਵਿੱਚ ਜਿਹੜੀਆਂ ਫਿਰ ਉਹ ਜਿਹੜੀਆਂ ਹਾਨੀਆਂ OCD, ਓਬਸੈਸਿਵ ਕੰਪਲਸਿਵ ਡਿਸਆਰਡਰ, ਜਾਂ ਕਿਸੇ ਤਰ੍ਹਾਂ ਦੀ ਬ੍ਰੇਨ ਸਟ੍ਰੈਸ ਜਾਂ ਡਿਪਰੈਸ਼ਨ ਵਰਗੀ ਜਿਹੜੀ ਆ ਚੀਜ਼ ਨਿਕਲ ਕੇ ਬਾਹਰ ਆਉਂਦੀ ਹੈ ਸਾਡੀਆਂ ਇੰਨੀਆਂ ਗਲਤੀਆਂ ਦੀ ਵਜ੍ਹਾ ਦੇ ਕਰਕੇ। ਸੋ ਕੋਸ਼ਿਸ਼ ਕਰੋ ਕਿ ਜਿਹੜੀ ਆਪਣੇ ਘਰਾਂ ਦੇ ਵਿੱਚ ਵੀ ਜੇ ਸਪੈਸ਼ਲੀ ਛੋਟੇ ਬੱਚੇ ਹੈਗੇ ਆ ਅਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਦੂਰ ਰੱਖੋ। ਜੇ ਤੁਸੀਂ ਆਪ ਕੋਕ ਜਾਂ ਪੌਪ ਜਾਂ ਕਿਸੇ ਜੂਸ ਵਗੈਰਾ ਲੈ ਕੇ ਆ ਰਹੇ, ਤੁਸੀਂ ਬੱਚਿਆਂ ਨੂੰ ਦਿਖਾਓ ਨਾ। ਮੈਟਰ ਆਫ ਫੈਕਟ ਸਾਰਿਆਂ ਦੇ ਕੋਲ ਹੀ 2-2 ਫਰਿੱਜਾਂ ਤਾਂ ਹੈ ਹੀ ਹੈ, ਕਿਸੇ ਇੱਕ ਕਿਚਨ 'ਚ ਰੱਖੀ ਹੁੰਦੀ, ਇੱਕ ਕਿਸੇ ਗਰਾਜ ਦੇ ਵਿੱਚ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀ ਦਿਖਾਓ ਨਾ ਬੱਚਿਆਂ ਨੂੰ, ਮੈਂ ਕਹਿੰਦਾ ਬਾਕੀ ਚੀਜ਼ਾਂ ਦਾ ਪਤਾ ਹੋਵੇ ਚਾਹੇ ਨਾ ਪਤਾ, ਇਹਦੀਆਂ ਚੀਜ਼ਾਂ ਸਭ ਤੋਂ ਪਹਿਲਾਂ ਪਤਾ ਹੁੰਦਾ ਕਿੱਥੇ ਕੀ ਹੈ ਜੀ। ਬਟ ਅਗੇਨ ਦ ਥਿੰਗ ਇਜ਼ ਕਿ ਇਹਨਾਂ ਨੂੰ ਕਦੀ ਕਦੀ ਜੇ ਤੁਸੀਂ ਲੈਂਦੇ ਹੈਗੇ ਤਾਂ ਕੋਈ ਪ੍ਰੋਬਲਮ ਨਹੀਂ। ਰੈਗੂਲਰ ਬੇਸ ਦੇ ਉੱਤੇ ਜਿਹੜਾ ਸਪੈਸ਼ਲੀ ਗਰੋਇੰਗ ਮਾਈਂਡ ਜਿਹੜਾ ਬੱਚਾ ਹੈਗਾ ਆ, ਉਹਦੇ ਵਾਸਤੇ ਜਦੋਂ ਤੁਸੀਂ ਮਤਲਬ ਲਗਾਤਾਰ ਉਹਨਾਂ ਨੂੰ ਕੈਂਡੀਆਂ ਦੇ ਰਹੇ ਹੋ, ਉਹਨਾਂ ਨੂੰ ਮਿੱਠਾ ਦੇ ਰਹੇ ਹੈਗੇ ਹੋ, ਜਸਟ ਇਮੈਜਿਨ ਕਰੋ ਕਿ ਉਹਨਾਂ ਦੀਆਂ ਕੈਵਿਟੀਜ਼ ਹੀ ਕਿੰਨੀਆਂ ਕੁ ਹੋ ਜਾਣੀਆਂ। ਮਤਲਬ ਇੱਕ ਨੈਚੁਰਲੀ ਤੌਰ ਦੇ ਉੱਤੇ ਦੰਦ ਨਿਕਲ ਰਹੇ ਆ, ਫਿਰ ਦੁਧੀਆ ਦੰਦ ਨਿਕਲਣੇ ਹੈਗੇ, ਫਿਰ ਉਹ ਪਰਮਾਨੈਂਟ ਦੰਦ ਆਉਣੇ ਆ, ਅਤੇ ਕਿੱਥੇ ਜਿਹੜਾ ਤੁਸੀਂ ਉਹ ਬੱਚੇ ਨੂੰ ਸ਼ੂਗਰ ਖਵਾ ਕੇ ਉਹਦੇ ਦੰਦ ਹੀ ਇੰਨੇ ਕੁ ਖਰਾਬ ਕਰਤੇ ਕਿ ਸਾਰੇ ਦੰਦ ਕਢਾਉਣੇ ਪੈਂਦੇ ਆ। ਮਤਲਬ ਇੱਥੇ ਤੱਕ ਇੱਕ ਛੋਟਾ ਬੱਚਾ ਜਿਹਨੂੰ 2-4 ਸਾਲ ਦਾ ਬੱਚਾ, ਅਤੇ ਉਹਦੇ ਸਾਰੇ ਦੰਦ ਜਿਹੜੇ ਹੈਗੇ ਆ ਉਹਨੂੰ ਕੈਪਿੰਗ ਜਿਹੜੀ ਉਹ ਕਰਵਾਉਣੀ ਪੈ ਰਹੀ ਹੈ। ਸੋ ਉਹ ਕਿੰਨਾ ਮਤਲਬ ਜਿਹੜਾ ਉਹ ਹਾਰਡ ਟਾਈਮ ਬੱਚੇ ਦੇ ਵਾਸਤੇ, ਐਂਡ ਉਹ ਗਲਤੀ ਹੁੰਦੀ ਹੈਗੀ ਪੇਰੈਂਟਸ ਦੀ, ਮਾਂ ਪਿਓ ਦੀ, ਜਿਨ੍ਹਾਂ ਨੇ ਐਕਚੁਅਲੀ ਜਿਹੜਾ ਸੀਗਾ ਉਹਨੂੰ ਸ਼ੂਗਰ ਦੇਣੀ ਸ਼ੁਰੂ ਕੀਤੀ। ਸ਼ੂਗਰ ਕਿਉਂਕਿ ਅਸੀਂ ਸਾਡੇ ਕੋਲ ਟਾਈਮ ਦੀ ਘਾਟ ਹੋਣ ਦੇ ਕਰਕੇ
ਕੇ ਅਸੀਂ ਕਹਿੰਦੇ ਲੈ ਜੀ ਲੋਲੀਪੌਪ ਲੈ ਲੈ, ਕੈਂਡੀ ਲੈ ਲੈ, ਪਰੇ ਹੋ ਕੇ ਬਹਿ ਜਾ, ਥੋੜ੍ਹਾ ਜਿਹਾ ਮੈਨੂੰ ਕੰਮ ਕਰ ਲੈਂਦੇ, ਆਹ ਕਰ ਲਿਆ। ਜਦੋਂ ਟਾਈਮ ਸਾਡੇ ਕੋਲ ਹੈ ਨਹੀਂ, ਜਾਂ ਟਾਈਮ ਦੀ ਚਲੋ ਇਹ ਥੋੜਾ ਡਿਫਰੈਂਟ ਇਸ਼ੂ ਹੋ ਜਾਣਾ, ਲੇਕਿਨ ਬੱਚਿਆਂ ਨੂੰ ਹੋਰ ਚੀਜ਼ਾਂ ਦੇ ਕੇ ਵੀ, ਹੋਰ ਤਰੀਕੇ ਦੇ ਨਾਲ ਵੀ ਉਹਨਾਂ ਨੂੰ ਸਮਝਾ ਕੇ ਮਨਾ ਕੇ ਦੂਜੀ ਸਾਈਡ ਨੂੰ ਲਾਇਆ ਜਾ ਸਕਦਾ, ਦੂਜੇ ਪਾਸੇ ਲਾਇਆ ਜਾ ਸਕਦਾ ਜੀ। ਬਿਲਕੁਲ ਜੀ, ਪਰ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਾਰੇ ਅਸੀਂ ਬਹੁਤ ਸ਼ਾਰਟਕਟ ਲੱਭਦੇ ਹੈਗੇ ਆ। ਐਂਡ ਯੂ ਆਰ ਰਾਈਟ ਕਿ ਬੱਚਿਆਂ ਨੂੰ ਜਿਹੜਾ ਉਹ ਸੈੱਲਫੋਨ ਦੇ ਕੇ ਅਤੇ ਬਸ ਇੱਕ ਜੂਸ ਦੀ ਬੋਟਲ ਜਿਹੜੀ ਉਹ ਫੜਾ ਦੇਣੀ ਆ। ਤੁਸੀਂ ਦੇਖੋ ਕਿ ਕਿੰਨੇ ਬੱਚੇ ਹੈਗੇ ਆ ਜਿਹੜੇ ਕਿ ਟਾਈਪ 1 ਡਾਇਬਟੀਜ਼ ਜਿਹੜੀ ਹੈਗੀ ਉਹਨਾਂ ਨੂੰ ਹੋ ਰਹੀ ਹੈਗੀ। ਉਹਨਾਂ ਦਾ ਰੀਜ਼ਨ ਇਹੀ ਹੈ ਕਿ ਅਸੀਂ ਬਹੁਤ ਐਕਸੈਸਿਵ ਮਾਤਰਾ ਦੇ ਵਿੱਚ ਸ਼ੂਗਰ ਖਾ ਰਹੇ ਹੈਗੇ ਆ, ਅਤੇ ਉਹ ਸਾਡੀਆਂ ਪੈਂਕਰੀਜ਼ ਜਿਹੜੀਆਂ ਉਹ ਸ਼ਾਰਟ ਹੋ ਜਾਂਦੀ ਹੈ, ਜਿਹਦੇ ਕਰਕੇ ਟਾਈਪ 1 ਸ਼ੂਗਰ ਜਿਹੜੀ ਹੈ ਉਹ ਕਾਫੀ ਕੇਸਿਸ ਜਿਹੜੇ ਉਹ ਵੱਧ ਰਹੇ ਆ। ਸੋ ਜਿੰਨਾ ਚਿਰ ਅਸੀਂ ਆਪਣੀ ਡਾਇਟ ਨੂੰ ਮਤਲਬ ਕਲੀਨ ਨਹੀਂ ਕਰਦੇ, ਤੁਸੀਂ ਦੇਖੋ ਕਿ ਅਸੀਂ ਜਦੋਂ ਜਿਨ੍ਹਾਂ ਦੇ ਬੱਚੇ ਘਰ ਹੈਗੇ ਆ, ਦੋ ਸਟੋਰਾਂ ਤੋਂ ਗਰੋਸਰੀਜ਼ ਕੀਤੀ ਜਾਂਦੀ। ਕੈਨੇਡੀਅਨ ਗਰੋਸਰੀ ਜਿਹੜੀ ਉਹ ਕੈਨੇਡੀਅਨ ਸਟੋਰਾਂ ਤੋਂ, ਅਤੇ ਜਿਹੜੀ ਇੰਡੀਅਨ ਗਰੋਸਰੀ ਉਹ ਇੰਡੀਅਨ ਸਟੋਰਾਂ ਤੋਂ। ਤਾਂ ਤਾਂ ਉਹ ਜਿਹੜੀਆਂ ਮਤਲਬ ਕਿੰਨਾ ਕੁ ਅਸੀਂ ਕਲੀਨ ਰੱਖਦੇ ਹਾਂ ਆਪਣੇ ਆਪ ਨੂੰ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਗਰੋਸਰੀ ਸਟੋਰ 'ਤੇ ਜਾਂਦੇ ਹੋ ਗੋਰਿਆਂ ਵਾਲੇ ਦੇ, ਤਾਂ ਅੱਗੇ ਦੇਖੋ ਕਿ ਤੁਹਾਡੇ ਤੋਂ ਜੇ ਕੋਈ ਗੋਰਾ ਖਲੋਤਾ ਕਿ ਉਹਦੀ ਜਿਹੜੀ ਜਿੱਥੇ ਤੁਸੀਂ ਰੱਖ ਰਹੇ ਹੈਗੇ ਉਹ ਕਾਊਂਟਰ ਦੇ ਉੱਤੇ, ਕਿ ਕਿੰਨੇ ਫੂਡ ਆ ਜਿਹੜਾ ਕਿ ਪੈਕੇਜ ਫੂਡ ਹੈਗਾ ਆ, ਉਹਦੇ ਵਿੱਚ ਸੀਰੀਅਲ ਆਉਂਦੇ ਹੈਗੇ, ਉਹਦੇ ਵਿੱਚ ਬਾਰਸ ਆ ਰਹੇ ਹੈਗੇ ਆ, ਉਹਦੇ ਵਿੱਚ ਮੈਕ ਐਂਡ ਚੀਜ਼ ਦੀਆਂ ਡੱਬੀਆਂ ਆ ਰਹੀਆਂ। ਹਰ ਇੱਕ ਚੀਜ਼ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਉਹ ਡੱਬੇ ਦੇ ਵਿੱਚ ਆ ਰਹੀ ਹੈ। ਸੋ ਕੋਈ ਵੀ ਚੀਜ਼ ਜਿਹੜੀ ਡੱਬੇ ਦੇ ਵਿੱਚ ਹੈ ਉਹ ਆਰਟੀਫਿਸ਼ਲ ਹੈ, ਉਹ ਓਰੀਜਨਲ ਨਹੀਂ ਹੈ। ਅਤੇ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਅਸੀਂ ਆਰਟੀਫਿਸ਼ਲ ਫੂਡ ਜਿਹੜਾ ਉਹ ਖਾ ਰਹੇ ਹੈਗੇ ਆ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ। ਅਸੀਂ ਮਤਲਬ ਹੱਦ ਤੋਂ ਜ਼ਿਆਦਾ ਸੋਡੀਅਮ ਅਸੀਂ ਕੰਜ਼ਿਊਮ ਕਰ ਰਹੇ ਹਾਂ, ਹੱਦ ਤੋਂ ਜ਼ਿਆਦਾ ਸ਼ੂਗਰ ਕੰਜ਼ਿਊਮ ਕਰ ਰਹੇ ਹਾਂ। ਹਰ ਇੱਕ ਚੀਜ਼ ਜਿਹੜੀ ਉਹ ਹੱਦ ਤੋਂ ਜ਼ਿਆਦਾ ਅਸੀਂ ਲੈ ਰਹੇ ਹੈਗੇ। ਸਾਡੀ ਬਾਡੀ ਡਿਜ਼ਾਈਨ ਨਹੀਂ ਹੋਈ ਇਹਨਾਂ ਚੀਜ਼ਾਂ ਦੇ ਵਾਸਤੇ। ਅਤੇ ਉਹ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਜਦੋਂ ਅਸੀਂ ਆਰਟੀਫਿਸ਼ਲ ਲਵਾਂਗੇ, ਅਤੇ ਉਹਦੇ ਨਾਲ ਜਿਹੜੀਆਂ ਉਹ ਸਾਨੂੰ ਫਿਰ ਬਿਮਾਰੀਆਂ ਲੱਗਣਗੀਆਂ। ਉਹਦਾ ਸਿਰਫ ਇੱਕੋ ਹੀ ਹੱਲ ਜਿਹੜਾ ਉਹ ਇਹ ਹੈ ਕਿ ਜਿੰਨਾ ਚਿਰ ਅਸੀਂ ਬੈਟਰ ਚੋਇਸਿਸ ਜਿਹੜੀਆਂ ਆ ਉਹ ਅਸੀਂ ਬਣਾਉਣੀਆਂ ਸ਼ੁਰੂ ਨਹੀਂ ਕਰਦੇ, ਜਿੰਨਾ ਚਿਰ ਅਸੀਂ ਆਪਣੇ ਹੱਥਾਂ ਦੇ ਵਿੱਚ ਜਿਹੜੀ ਆ ਆਪਣੀ ਡਾਇਟ ਨੂੰ ਨਹੀਂ ਲੈਂਦੇ, ਉਹਨਾਂ ਚਿਰ ਜਿਹੜੀ ਆ ਇਹ ਚੀਜ਼ਾਂ ਖਰਾਬ ਰਹਿਣਗੀਆਂ, ਉਹਨਾਂ ਚਿਰ ਸਾਨੂੰ ਬਿਮਾਰੀਆਂ ਲੱਗਦੀਆਂ ਰਹਿਣਗੀਆਂ। ਜਿੰਨਾ ਅੱਛਾ ਰੂਬਲ ਸਾਹਿਬ, ਤੁਹਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਦਿਨਾਂ ਵਿੱਚ ਇਦਾਂ ਹੋ ਜਾਏਗਾ, ਜਿਹੜੀਆਂ ਫਿਰ ਗੋਲੀਆਂ ਹੀ ਬਣ ਜਾਣਗੀਆਂ, ਟੈਬਲੇਟ ਬਣ ਜਾਣਗੇ, ਡਾਕਟਰ ਸਭ ਕੁਝ ਬੰਦ ਕਰ ਦੇਣਗੇ, ਗੋਲੀਆਂ ਦੇ ਵਿੱਚ ਹੀ ਸਭ ਕੁਝ ਆਏਗਾ, ਫੂਡ ਵੀ ਤੁਹਾਡਾ ਜੀ ਇੱਥੇ ਮਿਲ ਜਾਣਾ, ਆਹ ਵੀ ਮਿਲ ਜਾਣਾ, ਕੋਈ ਚੀਜ਼ ਖਾਣੀ ਨਹੀਂ ਬਜ਼ਾਰੋਂ, ਆਹ ਨਹੀਂ ਕਰਨੀ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਸਭ ਕੁਝ ਹੋ ਜਾਣਾ, ਫਿਰ ਹੀ ਲੋਕਾਂ ਨੇ ਇਹਨਾਂ ਚੀਜ਼ਾਂ ਦਾ ਵਰਤਣਾ ਜੀ। ਦੇਖੋ ਗੁਰਪਾਲ ਜੀ, ਜਿਸ ਹਿਸਾਬ ਦੇ ਨਾਲ ਹਾਲਾਤ ਚੱਲ ਰਹੇ ਹੈਗੇ ਆ, ਕਿਉਂਕਿ ਹਰ ਇੱਕ ਚੀਜ਼ ਇੰਨੀ ਕੁ ਜੈਨੇਟਿਕਲੀ ਮੋਡੀਫਾਈਡ ਹੁੰਦੀ ਜਾ ਰਹੀ ਹੈ ਕਿ ਉਹ ਸਾਡੀ ਬਾਡੀ ਉਹਨੂੰ ਪਚਾ ਹੀ ਨਹੀਂ ਰਹੀ। ਅਤੇ ਸ਼ਾਇਦ ਬਿਲਕੁਲ ਤੇ ਤੁਹਾਡੀ ਗੱਲ ਦਰੁਸਤ ਹੈ ਕਿ ਸ਼ਾਇਦ ਇਸ ਤਰੀਕੇ ਦਾ ਵੀ ਕਿਤੇ ਆ ਜਾਵੇ। ਹੁਣ ਵੀ ਤਾਂ ਹੈ ਹੀ ਹੈ ਨਾ, ਵਾਈਟਮਿਨਸ ਸਬਜ਼ੀਆਂ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਅਸੀਂ ਗੋਲੀਆਂ ਦੇ ਰੂਪ ਦੇ ਵਿੱਚ ਖਾ ਰਹੇ ਹਾਂ, ਅਤੇ ਸ਼ਾਇਦ ਇੱਦਾਂ ਹੀ ਹੋ ਜਾਵੇ। ਪਰ ਅਨਫੋਰਚੂਨੇਟਲੀ ਜਿਹੜੀ ਸਾਡੀ ਹਿਊਮਨ ਬਾਡੀ ਹੈਗੀ ਆ ਉਹ ਇਸ ਤਰੀਕੇ ਨਾਲ ਵਰਕ ਨਹੀਂ ਕਰਦੀ। ਜੇ ਅਸੀਂ ਇਕੱਲੇ ਵਾਈਟਮਿਨਸ, ਮਿਨਰਲਸ ਜਾਂ ਹੋਰ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਐਜ਼ ਏ ਸਪਲੀਮੈਂਟ ਦੇ ਤੌਰ ਦੇ ਉੱਤੇ ਖਾਂਦੇ ਹੈਗੇ ਆ, ਗੋਲੀਆਂ ਕੈਪਸੂਲਸ ਦੇ ਤੌਰ ਦੇ ਉੱਤੇ, ਅਤੇ ਉਹ ਕਦੀ ਵੀ ਵਰਕ ਨਹੀਂ ਕਰਦੀ, ਕਿਉਂਕਿ ਸਾਡੀ ਬਾਡੀ ਨੂੰ ਐਜ਼ ਏ ਹੋਲ ਫੂਡ ਚਾਹੀਦਾ ਹੈ, ਨਾ ਕਿ ਉਹਨੂੰ ਮਤਲਬ ਆਈਸੋਲੇਟਡ ਫਾਰਮ ਦੇ ਵਿੱਚ ਚਾਹੀਦਾ। ਸੋ ਉਹ ਜਿੰਨਾ ਅਸੀਂ ਹੋਲ ਫੂਡ, ਨੈਚੁਰਲ ਫੂਡ ਜਿਹੜਾ ਅਸੀਂ ਖਾਵਾਂਗੇ, ਉਨੀ ਸਾਡੀ ਬਾਡੀ ਜਿਹੜੀ ਉਹ ਵਧੀਆ ਰਹੇਗੀ। ਰਿਮੈਂਬਰ, ਇਹ ਸਾਡੀ ਜਿਹੜੀ ਬਾਡੀ ਆ ਇਹ ਜਿੰਨਾ ਵੀ ਇੰਡਸਟਰੀਅਲਾਈਜੇਸ਼ਨ ਹੋਈ ਹੈ ਉਹਦੀ ਵਜ੍ਹਾ ਦੇ ਕਰਕੇ ਬਹੁਤ ਫਾਸਟ ਆਪਣੇ ਆਪ ਨੂੰ ਅਡੈਪਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ, ਜਿਹੜੇ ਫੂਡ ਜੋ ਅਸੀਂ ਖਾ ਰਹੇ ਹਾਂ ਉਹਨਾਂ ਦੇ ਅਨੁਸਾਰ। ਪਰ ਉਹ ਸਾਡੀ ਬਾਡੀ ਜਿਹੜੀ ਉਹ ਫੇਲ ਹੋ ਰਹੀ ਹੈ, ਕਿਉਂਕਿ ਸਾਡੀ ਬਾਡੀ ਦੇ ਵਾਸਤੇ ਇਹ ਚੇਂਜਿਸ ਟੂ ਫਾਸਟ, ਟੂ ਸੂਨ ਹੈ। ਸਾਡੀ ਬਾਡੀ ਜਿਹੜੀ ਉਸ ਨੂੰ ਰਿਪੇਅਰ ਨਹੀਂ ਕਰ ਪਾ ਰਹੀ, ਉਹਨੂੰ ਸਿੰਥੇਸਾਈਜ਼ ਨਹੀਂ ਕਰ ਪਾ ਰਹੀ, ਫੂਡ ਨੂੰ ਉਹਨੂੰ ਬ੍ਰੇਕ ਡਾਊਨ ਨਹੀਂ ਕਰ ਪਾ ਰਹੀ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਡੀ ਬਾਡੀ ਵਾਸਤੇ ਬਹੁਤ ਫਾਸਟ ਹੋ ਰਹੀਆਂ, ਕਿਉਂਕਿ ਐਵੋਲੂਸ਼ਨ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਮਿਲੀਅਨਸ ਆਫ ਸਾਲ ਤੋਂ ਸਾਡੀ ਬਾਡੀ ਜਿਹੜੀ ਆ ਅੱਜ ਜੋ ਅਸੀਂ ਖਾ ਰਹੇ ਹੈਗੇ ਆ, ਜਾਂ ਉਹ ਅੱਜ ਸਾਡੀ ਜੋ ਬਾਡੀ ਹੈ ਉਹ ਮਿਲੀਅਨਸ ਆਫ ਸਾਲਸ ਦੀ ਜਿਹੜੀ ਆ ਇੱਕ ਉਹ ਘਾਲਣਾ ਆ, ਜਿਹੜੀ ਹਰ ਇੱਕ ਸਪੀਸ਼ੀਜ਼ ਨੇ ਜਿਹੜੀ ਉਹ ਘਾਲੀ ਹੋਈ ਹੈ। ਅਤੇ ਹੁਣ ਉਹ ਆਊਟ ਆਫ ਸਡਨ ਅਸੀਂ ਉਹ ਕੋਈ ਫੂਡ ਜਿਹੜਾ ਕਿ ਸਾਡੀ ਬਾਡੀ ਨੇ ਕਦੀ ਲਿਆ ਹੀ ਨਹੀਂ, ਆ ਹੁਣ 50-60 ਸਾਲਾਂ ਤੋਂ ਅਸੀਂ ਉਹ ਦੇ ਰਹੇ ਹਾਂ ਸਾਡੀ ਬਾਡੀ ਨੂੰ, ਅਤੇ ਉਹ ਬਹੁਤ ਇੱਕ ਫਾਸਟ ਇੱਕ ਚੇਂਜ ਹੈ ਬਾਡੀ ਦੇ ਵਾਸਤੇ, ਅਤੇ ਬਾਡੀ ਉਹਨੂੰ ਅਡੈਪਟ ਨਹੀਂ ਕਰ ਪਾ ਰਹੀ।
ਸੋ ਇਹਦਾ ਹੱਲ ਸਿਰਫ ਇਹੋ ਹੀ ਆ ਕਿ ਅਸੀਂ ਕਲੀਨ ਆਪਣੇ ਆਪ ਨੂੰ ਰੱਖੀਏ, ਡਾਇਟ ਜਿੰਨੀ ਕਲੀਨ, ਜਿੰਨੀ ਸਿੰਪਲ ਡਾਇਟ ਜਿਹੜੀ ਹੈ, ਜਿੱਦਾਂ ਅਸੀਂ ਕਹਿੰਦੇ ਨਾ ਵੀ ਦਾਲ ਰੋਟੀ ਜਾਂ ਦਾਲ ਚੌਲ ਜਾਂ ਇੱਦਾਂ ਦੇ, ਮਤਲਬ ਸਿੰਪਲ। ਸਾਡੀ ਬਾਡੀ ਜਿਹੜੀ ਨਾ ਬੜੀ ਸਿੰਪਲ ਚੀਜ਼ਾਂ ਦੇ ਨਾਲ ਚੱਲਦੀ ਹੈ, ਅਸੀਂ ਤਾਂ ਉਹਨੂੰ ਆਪ ਹੀ ਓਵਰ ਕੰਟਰੋਲ ਕੀਤਾ ਹੋਇਆ ਕਿ ਦੱਸੋ ਜੀ। ਦਾਲ ਰੋਟੀ ਦੀ ਗੱਲਬਾਤ ਕਰ ਲਓ, ਤੁਸੀਂ ਦਾਲ ਚੌਲ ਦੀ ਗੱਲਬਾਤ ਕਰ ਲਓ। ਚੌਲ ਜਿਹੜੇ ਅੱਗੇ ਸੀ ਮੋਟੇ ਚੌਲ ਸੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਜੀ ਉਹ ਅਸੀਂ ਨਹੀਂ ਖਾਂਦੇ ਜੀ, ਉਹ ਬਿਹਾਰ ਵਿੱਚੋਂ ਲੋਕੀ ਆ ਕੇ ਉਹ ਖਾਂਦੇ ਨੇ, ਉਹਨਾਂ ਦਾ ਖਾਣਾ। ਅਸੀਂ ਬਾਸਮਤੀਆਂ ਦੁਆਲੇ ਹੋ ਗਏ, ਬਾਸਮਤੀ ਬੱਕਰੇ ਤਰੀਕੇ ਦੀ ਲਿਸ਼ਕਾ ਪੁਸ਼ਵਾ ਕੇ ਇੱਥੇ ਵੀ ਸਟੋਰਾਂ ਵਿੱਚ ਅਸੀਂ ਉਹੀ ਲਿਆਉਂਦੇ ਵੀ ਘਰ ਆਏ ਦੇ ਅੱਗੇ ਸਾਹਮਣੇ ਚੌਲ ਖੜੇ ਖੜੇ ਉੱਦਾਂ ਦੇ ਚੰਗੇ ਲੱਗਣ। ਅੱਗੇ ਚੌਲਾਂ ਨੂੰ ਉਬਾਲ ਕੇ, ਉਬਾਲਾਂ ਦੇ ਉਬਾਲ ਪਾਣੀ ਪੂਣੀ ਉਹਨਾਂ ਦੇ ਵਿੱਚੋਂ ਕੱਢ ਦੇਣਾ ਤੇ ਦਾਲ ਵਿੱਚ ਪਾ ਕੇ, ਜਾਂ ਫਿਰ ਤੁਸੀਂ ਮਿਕਸ ਕਰਕੇ ਉਹਦੇ ਚੀਜ਼ਾਂ ਖਾ ਸਕਦੇ। ਤੇ ਫੁਲਕਿਆਂ ਦਾ ਨਾਮ ਚਾਹ ਨਹੀਂ ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਮਿਟਦਾ ਜਾ ਰਿਹਾ। ਫੁਲਕੇ ਲੋਕੀ ਨਾਂ ਲੈਣਾ ਨਹੀਂ ਚਾਹੁੰਦੇ ਨੇ, ਜਾਂ ਫਿਰ ਲੋਕਾਂ ਨੂੰ ਕਈਆਂ ਨੂੰ ਪਤਾ ਨਹੀਂ ਹੁਣ ਫੁਲਕਾ ਕੀ ਚੀਜ਼ ਹੁੰਦੀ ਹੈ। ਫੁਲਕੇ ਪਤਲੇ ਪਤਲੀਆਂ ਰੋਟੀਆਂ ਤੁਸੀਂ ਇਸ ਤਰੀਕੇ ਦੇ ਖਾਂਦੇ ਸੀ, ਬਣਾਉਂਦੇ ਸੀ, ਉਹਦੇ ਨਾਲ ਕਾਫੀ ਜਾਣੀ ਕਿ ਤੁਹਾਡੀ ਬੋਡੀ ਵੀ ਠੀਕ ਰਹਿੰਦੀ, ਪਚਦਾ ਵੀ ਜਲਦੀ ਸੀ। ਲੇਕਿਨ ਅੱਜ ਕੱਲ੍ਹ ਗਾਹ ਬਹੁਤ ਰੋਟੀ ਦੇ ਰੂਪ ਵਿੱਚ ਕਈ ਚੀਜ਼ਾਂ ਚੇਂਜ ਹੋ ਰਹੀਆਂ ਜੀ। ਬਿਲਕੁਲ, ਦੇਖੋ ਜਿਹੜਾ ਸਾਡਾ ਫਲਾਵਰ ਹੈ ਉਹਨੂੰ ਆਮ ਕਰਕੇ ਇਨਰਿਚਡ ਫਲਾਵਰ ਕਿਹਾ ਜਾਂਦਾ ਹੈਗਾ ਆ, ਜਾਂ ਉਹ ਕਈ ਤਰ੍ਹਾਂ ਦੀ ਉਹਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਇਹ ਸਾਰੇ ਦਾ ਸਾਰਾ ਜਿਹੜਾ ਸਾਡੀ ਇੰਡਸਟਰੀਲਾਈਜੇਸ਼ਨ ਜਾਂ ਕੈਪੀਟਲਿਜ਼ਮ ਦੀ ਦੇਣ ਹੈ, ਜਿਹਦੇ ਕਰਕੇ ਵੱਡੀਆਂ ਕੰਪਨੀਜ਼ ਜਿਹੜੀਆਂ ਹੈਗੀਆਂ ਉਹਨਾਂ ਦੀ ਜਿਹੜੀ ਇੱਕੋ ਇੱਕ ਮੋਟਿਵ ਹੁੰਦਾ ਹੈ ਕਿ ਵੀ ਅਸੀਂ ਪ੍ਰੋਫਿਟ ਜ਼ਿਆਦਾ ਤੋਂ ਜ਼ਿਆਦਾ ਕਮਾਉਣਾ। ਸੋ ਉਸ ਚੱਕਰ ਦੇ ਵਿੱਚ ਜਿਹੜਾ ਆ ਉਹ ਆਪਣੀ ਪ੍ਰੋਡਕਟੀਵਿਟੀ ਨੂੰ ਵਧਾਉਂਦੇ ਹੈਗੇ ਆ, ਅਤੇ ਉਹ ਪ੍ਰੋਡਕਸ਼ਨ ਜਿੱਦਾਂ ਜਿੱਦਾਂ ਵੱਧਦੀ ਆ ਸੋ ਉਹਦੇ ਨਾਲ ਆਬਵੀਅਸਲੀ ਸਬਜ਼ੀਆਂ ਦਾ ਆਕਾਰ ਵੀ ਵੱਧਦਾ, ਉਹਨਾਂ ਦੀ ਸ਼ੇਪ ਵੀ ਸੋਹਣੀ ਹੁੰਦੀ ਹੈ ਕਈ ਚੀਜ਼ਾਂ, ਪਰ ਉਹਨਾਂ ਦੇ ਨਿਊਟ੍ਰੀਸ਼ਨਲ ਪੱਖ ਤੋਂ ਜਿਹੜਾ ਉਹ ਬਿਲਕੁਲ ਨਿਲ ਹੁੰਦੀਆਂ ਆ। ਅਤੇ ਇਹਨਾਂ ਚੀਜ਼ਾਂ ਦਾ ਜਿਹੜਾ ਆ ਉਹ ਅਸੀਂ ਨੁਕਸਾਨ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਜਿਹੜਾ ਹਰ ਤੀਸਰੇ ਬੰਦੇ ਨੂੰ ਪੇਟ ਦੇ ਨਾਲ ਰਿਲੇਟਡ ਜਿਹੜੀ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈਗੀ ਆ। ਸੋ ਇਸ ਕੇਸ ਦੇ ਵਿੱਚ ਵੀ ਜਿਹੜਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਅਸੀਂ ਜੇ ਸਿੰਪਲ ਹਰੜ ਬਹੇੜੇ ਆਮਲੇ ਤ੍ਰਿਫਲਾ ਜਿਹੜਾ ਪਾਊਡਰ ਹੈਗਾ ਆ ਉਹ ਅਸੀਂ ਵੀਕ ਦੇ ਵਿੱਚ ਘੱਟ ਤੋਂ ਘੱਟ ਇੱਕ ਅੱਧੀ ਵਾਰੀ, ਜੇ ਤੁਹਾਨੂੰ ਪ੍ਰੋਪਰ ਤੁਹਾਡਾ ਪੇਟ ਸਾਫ਼ ਵੀ ਹੋ ਰਿਹਾ ਬਟ ਫਿਰ ਵੀ ਵੀਕ ਦੇ ਵਿੱਚ ਇੱਕ ਅੱਧੀ ਵਾਰੀ ਜੇ ਅਸੀਂ ਤ੍ਰਿਫਲੇ ਦਾ ਪਾਊਡਰ ਅੱਧਾ ਕੁ ਚਮਚਾ ਰਾਤ ਨੂੰ ਸੌਣ ਲੱਗਿਆ ਲੈਂਦੇ, ਅਤੇ ਉਹਦੇ ਨਾਲ ਐਟਲੀਸਟ ਜਿਹੜਾ ਸਾਡਾ ਗੰਕ ਹੈ, ਜਿਹੜੀਆਂ ਸਾਡੀਆਂ ਇੰਟੈਸਟਿਨਸ ਅੰਤੜੀਆਂ ਦੇ ਵਿੱਚ ਜਿਹੜਾ ਮਾਲ ਫਸਦਾ ਹੈਗਾ ਹੈ, ਟੌਕਸਿਨਸ ਜਿਹੜੇ ਆ ਉਹ ਫਸਦੇ ਹੈਗੇ ਆ, ਉਹ ਐਟਲੀਸਟ ਅਸੀਂ ਉਹਨਾਂ ਨੂੰ ਨਾਲੋਂ ਨਾਲ ਕਲੀਨ ਕਰ ਪਾ ਰਹੇ ਹੈਗੇ ਹਾਂ। ਐਂਡ ਆਈ ਥਿੰਕ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਹੋ ਹੀ ਇੱਕ ਅਲਟਰਨੇਟਿਵ ਜਿਹੜਾ ਉਹ ਬਚ ਗਿਆ ਕਿ ਅਸੀਂ ਆਪਣੀਆਂ ਬੋਡੀਜ਼ ਨੂੰ ਸਾਫ਼ ਕਿੱਦਾਂ ਰੱਖ ਸਕੀਏ। ਕਿਉਂਕਿ ਜੇ ਅਸੀਂ ਹੁਣ ਇਹ ਕਹੀਏ ਕਿ ਅਸੀਂ ਰੋਟੀ ਪਾਣੀ ਹੋਰ ਸਬਜ਼ੀਆਂ ਸਾਰੀਆਂ ਹੀ ਕਲੀਨ ਖਾਈਏ ਅਤੇ ਉਹ ਕਦੀ ਵੀ ਨਹੀਂ ਹੋ ਸਕਣਾ, ਭਾਵੇਂ ਕਿ ਔਰਗੈਨਿਕ ਫੂਡ ਜਾਂ ਸਬਜ਼ੀਆਂ ਜਿਹੜੀਆਂ ਉਹ ਸਾਡੇ ਵਾਸਤੇ ਬਿਹਤਰ ਹੈਗੀਆਂ ਬਾਕੀਆਂ ਦੇ ਨਾਲੋਂ, ਪਰ ਉਹ ਵੀ ਜਿਹੜੀਆਂ ਆ ਉਹ 100% ਔਰਗੈਨਿਕ ਨਹੀਂ ਹੁੰਦੀਆਂ। ਉਹ ਵੀ ਜਿਹੜੀਆਂ 95% ਔਰਗੈਨਿਕ ਹੈ ਅਤੇ 5% ਉਹਦੇ 'ਚ ਵੀ ਉਹ ਲੀਗਲ ਤੌਰ ਦੇ ਉੱਤੇ ਪੈਸਟੀਸਾਈਡਸ ਅਤੇ ਹਰਬੀਸਾਈਡਸ ਜਿਹੜੇ ਆ ਉਹ ਸਪਰੇਅ ਕਰਦੇ ਆ। ਸੋ ਹੁਣ ਉਹਨਾਂ ਨੂੰ ਜਦੋਂ ਕੋਈ ਸਪਰੇਅ ਕਰ ਰਹੇ ਉੱਥੇ ਕੋਈ ਦੇਖਣ ਲਈ ਥੋੜ੍ਹਾ ਕੋਈ ਖਲੋਤਾ, ਕੋਈ 5% ਕਰ ਰਹੇ, ਕੋਈ 50% ਕਰ ਰਹੇ। ਸੋ ਐਟਲੀਸਟ ਇਹ ਹੈ ਕਿ ਚਲੋ ਫਿਰ ਵੀ ਘੱਟ ਜਿਹੜੀਆਂ ਹੈਗੀਆਂ ਮਾਤਰਾ ਦੇ ਵਿੱਚ ਤੁਹਾਡੇ ਹਰਬੀਸਾਈਡਸ ਪੈਸਟੀਸਾਈਡ ਬੋਡੀ ਦੇ ਅੰਦਰ ਜਾ ਰਹੇ ਆ ਜੇ ਤੁਸੀਂ ਔਰਗੈਨਿਕ ਫੂਡ ਜਿਹੜਾ ਇਸਤੇਮਾਲ ਕਰਦੇ ਹੋ। ਪਰ ਅਗੇਨ ਔਰਗੈਨਿਕ ਫੂਡ ਜਿਹੜਾ ਉਹ ਵੈਸੇ ਉੱਦਾਂ ਥੋੜ੍ਹਾ ਮਹਿੰਗਾ। ਸੋ ਹੁਣ ਸਿਚੁਏਸ਼ਨ ਬਸ ਇਹੋ ਹੀ ਆ ਕਿ ਜੇ ਆਪਣੀ ਅਫੋਰਡੇਬਿਲਟੀ ਦੇ ਨਾਲ ਵਧੀਆ ਖਾਓ, ਜਿੰਨੇ ਤੁਸੀਂ ਅਫੋਰਡੇਬਿਲਟੀ ਦੇ ਨਾਲ ਖਾ ਸਕਦੇ ਹੈਗੇ ਹੋ, ਬਟ ਸੇਮ ਟਾਈਮ ਦੇ ਉੱਤੇ ਆਪਣੀ ਬਾਡੀ ਨੂੰ ਜਿਹੜਾ ਕਲੀਨ ਜ਼ਰੂਰ ਵਿੱਚ ਕਰ ਦਿਓ। ਜਿਵੇਂ ਮੈਂ ਦੱਸਿਆ ਕਿ ਸਿੰਪਲ ਤ੍ਰਿਫਲਾ, ਹਰੜ ਬਹੇੜੇ ਆਮਲੇ ਜਿਹੜੇ ਆ ਉਹਦੇ ਪਾਊਡਰ ਆਮ ਮਿਲ ਜਾਂਦੇ ਆ, ਅਤੇ ਜੇ ਨਹੀਂ ਤੇ ਆਪਣੇ ਤਿੰਨੇ ਫਰੂਟ ਲੈ ਕੇ ਚਮਚੇ ਤੁਸੀਂ ਖਾ ਸਕਦੇ ਆ। ਜੇ ਰਾਤ ਨੂੰ ਗਰਮ ਪਾਣੀ ਨਾਲ ਖਾ ਲਓ, ਸਵੇਰ ਨੂੰ ਤੁਹਾਡਾ ਪੇਟ ਸਾਫ਼ ਹੋ ਜਾਂਦਾ। ਤੋ ਡੈਫੀਨੇਟਲੀ ਸਾਡੀ ਗੱਲਬਾਤ ਰੂਬਲ ਸਾਹਿਬ ਦੇ ਨਾਲ ਇਸ ਤਰੀਕੇ ਨਾਲ ਕੰਟੀਨਿਊ ਰਹੇਗੀ। ਤੇ ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਚਰਨ ਸਿੰਘ ਰਾਏ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। ਅੱਗੇ ਜਾ ਕੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਗਾਏ ਬਗਾਏ ਸਾਡੇ ਨਾਲ ਇੱਥੇ ਗੱਲਬਾਤ ਵੀ ਕਰਦੇ ਨੇ। ਬੇਸ਼ੱਕ ਤੁਹਾਡੇ ਕੋਲ ਇਹਨਾਂ ਦੀ ਪਾਲਿਸੀ ਹੈ ਚਾਹੇ ਨਹੀਂ ਹੈ, ਫਿਰ ਵੀ ਤੁਸੀਂ ਆਪਣੀ ਇੰਸ਼ੋਰੈਂਸ ਸੰਬੰਧੀ ਇਹਨਾਂ ਦੇ ਨਾਲ ਜਾਣਕਾਰੀ ਲੈ ਸਕਦੇ ਹੋ। 416 ਪੂਰਾ 499 97 ਤੇ ਚਰਨ ਸਿੰਘ ਰਾਏ ਨਾਲ ਗੱਲਬਾਤ ਕਰ ਸਕਦੇ ਹੋ। ਦਵਿੰਦਰ ਪਾਰ ਮੌਰਗੇਜ ਸੰਬੰਧੀ ਹੋਵੇ ਕੋਈ ਵੀ ਸਵਾਲ 647 988 8731 ਤੇ ਗੱਲਬਾਤ ਕਰਨੀ ਹੈ। ਡਿਕਸੀ ਫੇਸ ਸਿਸਟਮ ਸਾਡੇ ਮੇਨ ਸਪਾਂਸਰਾਂ ਵਿੱਚੋਂ ਇੱਕ ਹੈ। 416 896 2390 ਤੇ ਗੱਲਬਾਤ ਕਰ ਲਓ। ਚੰਗੀ ਕੰਪਨੀ, ਚੰਗੇ ਡਾਲਰ ਕਮਾਉਣ ਵਾਸਤੇ ਤੇ ਤੁਸੀਂ ਗੇੜਾ ਲਾ ਕੇ ਆਉਣਾ, ਆਉਣ ਤੋਂ ਪਹਿਲਾਂ ਤੁਹਾਡੇ ਵਾਸਤੇ ਚੈੱਕ ਰੈਡੀ ਹੋਣਾ। 416 896 2390 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਜੇ ਨੋਟ ਚੰਗੇ ਬਣ ਗਏ ਤੇ ਘਰ ਤੇ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਭਜਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਨੀ ਹੈ। 416 697 9306 ਤੇ ਗੱਲਬਾਤ ਕਰੋ। ਹੋਮ ਲਾਈਫ ਹਾਈ ਸਟੈਂਡਰਡ ਜੀਵਨ ਰਹਿਤੀ ਇੱਕ ਨਾਲ ਕੰਮ ਕਰਦੇ ਨੇ। ਤੁਸੀਂ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਤੁਸੀਂ ਇਹਨਾਂ ਦੇ ਕੋਲ
न्यू कंस्ट्रक्शन वास्ते भी प्रॉपर्टी लैनी होवे तां संपर्क करना है 416 697 9306 ते गलबात की जा सकती है। इवें 22 घर की इमेज नूं वधिया बनाउणा चाहुंदे ते इवें 22 वालियां नाल संपर्क करो 416 816 3965 ते गलबात की जा सकती है। ਤੁਹਾਡੇ रेडियो प्रोग्राम दिल अपना पंजाबी ते जिमी झांडी के सहयोग नाल प्रोग्राम का हिस्सा पेश किया जा रहा। 416 903 0234 ते गलबात करो। घर की इंश्योरेंस, गड्डियों की इंश्योरेंस या फिर तुसी एक पैकेज डील के नाल तुसी मोटरसाइकिल की इंश्योरेंस भी करानी चाहते हो 416 903 0234 ते जिमी झांडी नाल गलबात की जा सकती है। रूबत साहब गलबात ये भी अपनी कंटिन्यू रहेगी तो थोड़ी गलबात आप करते हैं कि क्वेश्चन भी है साढ़े कोल। तो 70 साल के फीमेल ने उन्होंने कॉल की कि शिक्का जो मर्जी छड़ जांदियां ने कंटिन्यू 5 साल हो गए ने ते इलाज भी काफ़ी कराया, देसी अंग्रेजी दवाइयां खादियां, देसी नुक्ते बाते ते पर फर्क नहीं पै रहा। तो दसो इसका इलाज की हो सकता। लगातार शिक्का आउणियां शुरू हो जांदियां, कोई काम कार नहीं फिर हुंदा ते सवेरा होवे शाम होवे एनी टाइम 5 साल तो शुरू है जी। ਦੇਖੋ ਜਦੋਂ ਜਿਵੇਂ ਇਹਨਾਂ ਨੇ ਦੱਸਿਆ ਕਿ 70 ਸਾਲ ਇਹਨਾਂ ਦੀ ਉਮਰ ਹੈਗੀ ਹੈ, ਸੋ ਮੋਸਟਲੀ ਕੀ ਹੁੰਦਾ ਹੈਗਾ ਹੈ ਕਿ ਜਿੱਦਾਂ ਜਿੱਦਾਂ ਉਮਰ ਵੱਧਦੀ ਹੈਗੀ ਹੈ ਉਹਦੇ ਨਾਲ ਸਾਡੀ ਬਾਡੀ ਦਾ ਇਮਿਊਨ ਸਿਸਟਮ ਜਿਹੜਾ ਉਹ ਡਾਊਨ ਹੁੰਦਾ। ਜਿੱਦਾਂ ਜਿੱਦਾਂ ਇਮਿਊਨ ਸਿਸਟਮ ਜਿਹੜਾ ਉਹ ਸਾਡਾ ਡਾਊਨ ਹੋਣਾ ਆ, ਉਹਦੇ ਨਾਲ ਅਸੀਂ ਇੱਕ ਦਰਵਾਜ਼ਾ ਖੋਲ੍ਹ ਦਿੰਦੇ ਹਾਂ ਬਾਡੀ ਦੇ ਵਾਸਤੇ ਕਿ ਜਿਹੜੇ ਵੀ ਬਾਹਰਲੀਆਂ ਚੀਜ਼ਾਂ ਜਿਹੜੀਆਂ ਉਹ ਸਾਡੀ ਬਾਡੀ ਦੇ ਅੰਦਰ ਐਂਟਰ ਕਰ ਸਕਦੀਆਂ, ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਹੈ ਇਹ ਇਮਿਊਨ ਸਿਸਟਮ ਦੇ ਖਾਤੇ ਆਉਂਦੀ ਆ। ਹੁਣ ਪ੍ਰੋਬਲਮ ਇਜ਼ ਕਿ ਜਿੱਦਾਂ ਜਿੱਦਾਂ ਅਸੀਂ ਸਾਹ ਲੈਂਦੇ ਹੈਗੇ ਹਾਂ, ਆਬਵੀਅਸਲੀ ਜਦੋਂ ਸਾਹ ਲੈਂਦੇ ਆ ਅਤੇ ਉਹਦੇ ਨਾਲ ਜਿਹੜੀ ਸਾਡੀ ਹਵਾ ਆ ਉਹ ਕਾਫੀ ਡਰਟੀ ਹੁੰਦੀ ਹੈਗੀ ਆ, ਉਹ ਐਡੀ ਕਲੀਨ ਨਹੀਂ ਹੁੰਦੀ। ਪਰ ਬਾਡੀ ਨੇ ਜਿਹੜਾ ਆ ਉਹ ਸਾਡੀ ਬਾਡੀ ਦੇ ਵਿੱਚ ਕਈ ਤਰੀਕੇ ਦੇ ਫੰਕਸ਼ਨਸ ਲਗਾਏ ਹੋਏ ਆ ਸੋ ਦੈਟ ਕਿ ਉਹਨੂੰ ਸਫਾਈ ਕਰ ਸਕੇ। ਸੋ ਐਗਜ਼ਾਮਪਲ ਦੇ ਤੌਰ ਦੇ ਉੱਤੇ ਜਦੋਂ ਅਸੀਂ ਨੱਕ ਦੇ ਰਸਤੇ ਸਾਹ ਲੈਂਦੇ ਆ ਅਤੇ ਨੱਕ ਸਾਡਾ ਹਮੇਸ਼ਾ ਅੰਦਰੋਂ ਗਿੱਲਾ ਹੁੰਦਾ। ਉਹ ਗਿੱਲਾ ਹੋਣ ਦਾ ਇੱਕ ਕਾਰਨ ਵੀ ਇਹੀ ਹੁੰਦਾ ਹੈ ਕਿ ਤਾਂ ਕਿ ਉਹ ਗਿੱਲਾ ਰਹੇ ਅਤੇ ਜਦੋਂ ਹਵਾ ਨਾਲੋਂ ਲਾਗੋਂ ਦੀ ਖਹਿ ਕੇ ਜਾਵੇ ਅਤੇ ਉਹਦੇ ਨਾਲ ਜਿਹੜੇ ਡਸਟ ਪਾਰਟੀਕਲ ਹੈ ਉਹ ਉਸ ਚਿਪਚਕੇ ਜਿਹੜਾ ਮਿਊਕਸ ਮੈਂਬਰੇਨ ਜਿਹੜਾ ਹੈਗਾ ਉਹਦੇ ਨਾਲ ਉਹ ਚਿਪਕ ਸਕਣ ਅਤੇ ਅਸੀਂ ਜਿਹੜਾ ਆ ਕਲੀਨ ਸਾਹ ਜਿਹੜਾ ਬਾਡੀ ਦੇ ਅੰਦਰ ਲੈ ਸਕੀਏ। ਸੋ ਉਹ ਇੱਕ ਬੜੀ ਵਧੀਆ ਚੀਜ਼ ਹੈਗੀ ਆ, ਨੈਚੁਰਲੀ ਤੌਰ ਦੇ ਉੱਤੇ ਬਾਡੀ ਕਰਦੀ ਹੈਗੀ ਆ, ਬਹੁਤ ਸਫੀਸ਼ੀਐਂਟ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਵਰਕ ਕਰਦੀ ਹੈ। ਪ੍ਰੋਬਲਮ ਇਸ ਕਿ ਜਦੋਂ ਹੁਣ ਸਾਡੇ ਆਲੇ ਦੁਆਲੇ ਇਨਵਾਇਰਮੈਂਟ ਦੇ ਵਿੱਚ ਹੀ ਐਲਰਜੀਜ਼ ਇੰਨੀਆਂ ਕੁ ਜ਼ਿਆਦੀਆਂ ਹੋ ਗਈਆਂ ਕਿ ਉਹ ਬਾਡੀ ਉਹਨਾਂ ਨੂੰ ਇਫੈਕਟਿਵ ਤਰੀਕੇ ਦੇ ਨਾਲ ਉਹਨੂੰ ਕੱਢ ਨਹੀਂ ਪਾ ਰਹੀ ਆਪਣੀ ਬਾਡੀ ਦੇ ਅੰਦਰੋਂ। ਸੋ ਉਹ ਜਿਹੜੇ ਐਲਰਜੈਂਸ ਹੁੰਦੇ ਆ ਉਹ ਸਾਡੀ ਨੇਜ਼ਲ ਕੈਵਿਟੀ ਦੇ ਵਿੱਚ ਫਸ ਜਾਂਦੇ ਆ, ਜਿਹੜੀ ਕਿ ਭਰਵੱਟਿਆਂ ਦੇ ਵਿੱਚ ਦੋਨਾਂ ਭਰਵੱਟਿਆਂ ਦੇ ਵਿਚਕਾਰ ਜਿਹੜੀ ਬੋਨ ਹੁੰਦੀ ਹੈ ਉਹਨੂੰ ਅਸੀਂ ਮਿਊਕਸ ਮੈਂਬਰੇਨ ਜਿਹਦੇ ਵਿੱਚ ਪੈਦਾ ਹੁੰਦਾ ਜਿਹਦੇ ਵਿੱਚ ਉਹਨੂੰ ਨੇਜ਼ਲ ਕੈਵਿਟੀ ਜਿਹਨੂੰ ਕਹਿੰਦੇ। ਸੋ ਉਹਦੇ ਵਿੱਚ ਜਿਹੜੀਆਂ ਉਹ ਐਲਰਜੈਂਸ ਫਸ ਜਾਂਦੇ ਆ, ਜਿਹਦੇ ਕਰਕੇ ਲਗਾਤਾਰ ਤੁਹਾਨੂੰ ਛਿੱਕਾਂ ਜਾਂ ਲਗਾਤਾਰ ਜਿਹੜੀਆਂ ਤੁਹਾਨੂੰ ਅੱਖਾਂ 'ਚ ਕਈਆਂ ਨੂੰ ਅੱਖਾਂ 'ਚੋਂ ਪਾਣੀ ਆਉਂਦਾ, ਕਈਆਂ ਦੀਆਂ ਅੱਖਾਂ ਲਾਲ ਰਹਿ ਰਹੀਆਂ ਹੈਗੀਆਂ ਜਾਂ ਖੁਰਕ ਹੋ ਰਹੀ ਹੈਗੀ ਆ, ਜਾਂ ਕਈਆਂ ਨੂੰ ਕਈ ਤਰ੍ਹਾਂ ਦੇ ਸਿੰਪਟਮਸ ਜਿਹੜੇ ਜਾਂ ਖੰਘ ਵੀ ਕਈਆਂ ਨੂੰ ਆਉਂਦੀ ਹੈਗੀ ਆ ਜਦੋਂ ਐਲਰਜੀਜ਼ ਹੁੰਦੀਆਂ। ਸੋ ਉਹ ਹੁੰਦੀਆਂ ਹੈਗੀਆਂ। ਹੁਣ ਇਹਨਾਂ ਦੇ ਕੇਸ ਦੇ ਵਿੱਚ ਵੀ ਪ੍ਰੋਬਲਮ ਸਾਰੀ ਦੀ ਸਾਰੀ ਬੜੀ ਸਿੰਪਲ ਹੈ ਕਿ ਨੇਜ਼ਲ ਕੈਵਿਟੀ ਜਿਹੜੀ ਉਹਨੂੰ ਅਸੀਂ ਫਲਸ਼ ਆਊਟ ਕਰਨਾ ਹੁੰਦਾ ਅਤੇ ਨਾਲ ਦੇ ਨਾਲ ਇਮਿਊਨ ਸਿਸਟਮ ਨੂੰ ਸਟਰੋਂਗ ਕਰਨਾ ਹੁੰਦਾ। ਹੁਣ ਕੀ ਹੈ ਕਿ ਕਈ ਵਾਰੀ ਲੋਕ ਜਿਹੜੇ ਉਹ ਜਾਣੇ ਅਣਜਾਣੇ ਦੇ ਵਿੱਚ ਆਪ ਹੀ ਇਲਾਜ ਕਰਦੇ ਰਹਿੰਦੇ, ਜਿੱਦਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਬੜੀਆਂ ਦੇਸੀ ਦਵਾਈਆਂ ਵੀ ਖਾਧੀਆਂ ਕਿਉਂਕਿ ਆਪ ਹੀ ਮਤਲਬ ਚਾਂਸਿਸ ਆਰ ਕਿ ਉਹ ਕਰਦੇ ਰਹੇ। ਜਾਂ ਮੋਸਟ ਕੇਸਿਸ ਦੇ ਵਿੱਚ ਜਿਹੜਾ ਹੁੰਦਾ ਉਹ ਸਿਟਰਾਜ਼ਿਨ ਗੋਲੀ ਜਿਹੜੀ ਆ ਇੰਗਲਿਸ਼ ਵਾਲੀ ਉਹ ਦੇ ਦਿੱਤੀ ਜਾਂਦੀ ਹੈ ਕਿ ਜੇ ਤੁਸੀਂ ਐਲਰਜੀ ਵਾਲੀ ਦਵਾਈ ਜੀ ਖਾਈ ਜਾਓ, ਜਿੰਨਾ ਚਿਰ ਖਾਈ ਜਾਓ ਉਹਨਾਂ ਚਿਰ ਠੀਕ ਹੈ। ਪਰ ਆਯੁਰਵੈਦ ਦੇ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਹੈ। ਦੋ ਤਰੀਕੇ ਦਾ ਇਲਾਜ, ਦੋ ਅਪਰੋਚਿਸ ਹੁੰਦੀਆਂ ਹੈਗੀਆਂ। ਇੱਕ ਤਾਂ ਜਿਹੜੀ ਹੈਗੀ ਹੈ ਦਵਾਈਆਂ ਦੇ ਰਸਤੇ ਜਿਹੜੀ ਆ ਉਹ ਇਮਿਊਨ ਸਿਸਟਮ ਨੂੰ ਸਟਰੋਂਗ ਕਰਨਾ। ਦੂਸਰਾ ਜਿਹੜਾ ਨੇਜ਼ਲ ਕੈਵਿਟੀ ਦੀ ਗੱਲ ਕੀਤੀ ਹੈ, ਨੇਜ਼ਲ ਕੈਵਿਟੀ ਨੂੰ ਫਲਸ਼ ਆਊਟ ਕਰਨਾ। ਉਹਦੇ ਵਾਸਤੇ ਜਿਹੜਾ ਹੈ ਉਹ ਇੱਕ ਨਸਿਆ ਆਇਲ ਤੇਲ ਹੁੰਦਾ ਇੱਕ ਆਯੁਰਵੈਦਿਕ, ਜਿਹੜਾ ਕਿ ਨੱਕ ਦੇ ਵਿੱਚ ਜਿਹੜਾ ਉਹ ਪਾਇਆ ਜਾਂਦਾ। ਸੋ ਉਹ ਜਿਹੜਾ ਹੈਗਾ ਆ ਉਹਨੂੰ ਸਵੇਰੇ ਸ਼ਾਮ ਪਾਇਆ ਜਾਂਦਾ ਨੱਕ ਦੇ ਵਿੱਚ, ਦੋਨੋਂ ਨੱਕਾਂ ਦੇ ਵਿੱਚ ਜਿਹੜਾ ਉਹ ਪਾਇਆ, ਦੋਨੋਂ ਸਾਈਡਾਂ 'ਤੇ ਪਾਇਆ ਜਾਂਦਾ ਅਤੇ ਉਹਦੇ ਨਾਲ ਜਿਹੜੀ ਸਾਡੀ ਨੇਜ਼ਲ ਕੈਵਿਟੀ ਹੈ ਉਹ ਫਲਸ਼ ਆਊਟ ਹੋ ਜਾਂਦੀ ਹੈ। ਸੇਮ ਟਾਈਮ ਦੇ ਉੱਤੇ ਦਵਾਈ ਦੇ ਨਾਲ ਜਿਹੜਾ ਹੈਗਾ ਉਹ ਤੁਹਾਡਾ ਇਮਿਊਨ ਸਿਸਟਮ ਅਪ ਹੋ ਜਾਏਗਾ ਅਤੇ ਛਿੱਕਾਂ ਜਿਹੜੀਆਂ ਹੈਗੀਆਂ ਉਹ ਰੁਕ ਜਾਣਗੀਆਂ ਜਾਂ ਖਤਮ ਹੋ ਜਾਣਗੀਆਂ ਹੌਲੀ ਹੌਲੀ। ਬਟ ਡੈਫੀਨੇਟਲੀ ਇਹ ਚੀਜ਼ ਦਾ ਹੱਲ ਹੈ, ਇਸ ਨੂੰ ਠੀਕ ਕੀਤਾ ਜਾ ਸਕਦਾ ਆ। ਬਾਕੀ ਤੁਸੀਂ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਸਾਨੂੰ ਕਲੀਨਿਕ ਦੇ ਉੱਤੇ ਨੰਬਰ 'ਤੇ ਫੋਨ ਕਰ ਸਕਦੇ ਹੋ 905 874 3333 ਤੇ 9058743333 ਤੇ। ਟੋਰਾਂਟੋ ਸਮੇਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡਾ ਕਲੀਨਿਕ ਜਿਹੜਾ ਉਹ ਖੁੱਲ੍ਹਦਾ ਆ। ਬੁੱਧ ਅਤੇ ਵੀਰਵਾਰ ਜਿਹੜਾ ਉਹ ਅਸੀਂ ਬੰਦ ਹੋਈਦਾ। 905 874 3333 ਤੇ ਰੂਬਾ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜ਼ਰੂਰ ਹੈ ਤੁਹਾਨੂੰ ਕੋਈ ਤੁਹਾਡੇ ਕੁਐਸਚਨ ਦਾ ਇਸ ਦਾ ਆਨਸਰ ਮਿਲ ਗਿਆ ਹੋਵੇਗਾ।
ਤੇ ਜੇਕਰ ਤੁਸੀਂ ਰੂਬਲ ਸਾਹਿਬ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ, ਉੱਥੇ ਜਾ ਕੇ ਚੈੱਕ ਕਰਾਉਣਾ ਚਾਹੁੰਦੇ ਹੋ, ਤੇ ਡੈਫੀਨਿਟਲੀ ਇਸ ਬਿਟਵੀਨ ਟਾਈਮ ਦੇ ਵਿੱਚ ਤੁਸੀਂ ਜਾ ਸਕਦੇ ਹੋ। ਨੰਬਰ ਮੈਂ ਦੁਬਾਰਾ ਰਿਪੀਟ ਕਰ ਦੇਵਾਂ, 905 874 3333 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਆਪਣਾ ਜੇਕਰ ਜਿਸ ਕਿਨੇ ਨੇ ਥੈਰੇਪੀ ਦੱਸੀ ਉਹ ਥੈਰੇਪੀ ਕਰਾਉਣੀ ਚਾਹੁੰਦੇ ਹੋ, ਜਾਂ ਫਿਰ ਵੱਖਰੀ ਵੱਖਰੀ ਇਹਨਾਂ ਦੇ ਆਇਲ ਪਏ ਹੁੰਦੇ ਉਹ ਯੂਜ਼ ਕਰਨਾ ਚਾਹੁੰਦੇ ਹੋ, ਤੇ ਜਾਂ ਫਿਰ ਇਹਨਾਂ ਨਾਲ ਇੱਕ ਵਾਰੀ ਸਲਾਹ ਮਸ਼ਵਰਾ ਕਰਕੇ ਪਹਿਲਾਂ ਚੈੱਕਅਪ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 905 874 3333 ਤੇ ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਜਾ ਰਿਹਾ ਜੀ SMS ਡਿਸਟ੍ਰਿਕਟ ਦੇ ਸਹਿਯੋਗ ਦੇ ਨਾਲ 647 ਪੂਰਾ 520 19 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਹੈ। ਤੇ ਆਲ ਕਾਇੰਡ ਫਰਨੀਚਰ, ਜਿੱਥੋਂ ਤੁਸੀਂ ਆਪਣੇ ਮਨਪਸੰਦ ਦਾ ਫਰਨੀਚਰ ਲੈ ਕੇ ਆਉਣਾ ਚਾਹੁੰਦੇ ਹੋ, ਤੁਸੀਂ ਘਰ ਵਿੱਚ ਰੱਖਣਾ ਚਾਹੁੰਦੇ ਹੋ ਜਾਂ ਬਿਜ਼ਨਸ ਅਦਾਰੇ ਵਿੱਚ ਫਰਨੀਚਰ ਰੱਖਣਾ ਚਾਹੁੰਦੇ ਹੋ, ਆਪਣੇ ਘਰ ਦੇ ਰੂਮਾਂ ਦੇ ਸਾਈਜ਼ ਦੇ ਮੁਤਾਬਕ ਫਰਨੀਚਰ ਲੈਣਾ ਚਾਹੁੰਦੇ ਹੋ, ਤੇ ਜਾਂ ਫਿਰ ਤੁਸੀਂ ਆਪਣੇ ਮਨਪਸੰਦ ਦਾ ਵੈਸੇ ਫਰਨੀਚਰ ਬਣਾਉਣਾ ਚਾਹੁੰਦੇ ਹੋ, ਆਪਣੀ ਪਾਕਟ ਦੇ ਇਲਾਓ ਜਿਵੇਂ ਕਰਦੀ ਹੈ 416 747 46 86 ਦੇ ਸੰਪਰਕ ਕਰ ਸਕਦੇ ਹੋ। 10 ਹਫ਼ਤੇ ਕੱਲ 905 455 32 27 ਤੇ ਸੰਪਰਕ ਕਰ ਸਕਦੇ ਹੋ। ਆਪਣੇ ਲਈ, ਆਪਣੇ ਬੱਚਿਆਂ ਲਈ, ਤੇ ਜਾਂ ਫਿਰ ਆਪਣੇ ਬਜ਼ੁਰਗਾਂ ਲਈ ਇਨਕਾ ਦਾ ਪ੍ਰਬੰਧ ਕਰਨਾ ਹੋਵੇ ਜਾਂ ਇਨਕਾ ਦੇ ਨਾਲ ਨਿਗਾਹ ਟੈਸਟ ਕਰਾਉਣੀ ਹੋਵੇ, ਤੇ 10 ਹਫ਼ਤੇ ਕੱਲ ਵਾਲਿਆਂ ਦੇ ਕੋਲ ਪਹੁੰਚ ਸਕਦੇ ਹੋ। ਡਾਕਟਰਾਂ ਦਾ ਵੀ ਪ੍ਰਬੰਧ ਹੁੰਦਾ ਹੈ, ਟੀਮ ਪੂਰੀ ਤੇ ਅਵੇਲੇਬਲ ਹੁੰਦੀ ਹੈ। 905 455 32 27 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮਨਜੀਤ ਕੌਰ ਚੀਮਾ ਕੋਈ ਪ੍ਰਾਪਰਟੀ ਵੇਚਣੀ, ਖਰੀਦਣੀ ਜਾਂ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, 416 357 99 ਤੇ ਮਨਜੀਤ ਕੌਰ ਚੀਮਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਹਨਾਂ ਦੀ ਲਿਸਟਿੰਗ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਫਿਰ ਓਪਨ ਹਾਊਸ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ, 416 357 99 ਦੇ ਉੱਤੇ ਮਨਜੀਤ ਕੌਰ ਚੀਮਾ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਰੂਬਲ ਸਾਹਿਬ, ਅਗਲਾ ਕੁਐਸਚਨ ਹੈ ਜੀ, 26 ਸਾਲਾਂ ਦੇ ਨੌਜਵਾਨ ਨੇ, ਹੱਥਾਂ ਦੇ ਜਿਹੜੇ ਹੈਗੇ ਆ ਨੌ, ਤਕਰੀਬਨ ਸਾਰਿਆਂ ਨੌਹਾਂ ਦੇ ਵਿੱਚ ਚਿੱਟੇ ਚਿੱਟੇ ਚਟਾਕ ਬਹੁਤ ਜ਼ਿਆਦਾ ਨੇ, ਇਸ ਦੀ ਵਜ੍ਹਾ ਕੀ ਹੋ ਸਕਦੀ ਹੈ, ਉਹ ਥੋੜੀ ਜਿਹੀ ਡਿਟੇਲ ਚ ਦੱਸੋ। ਦੇਖੋ, ਜਦੋਂ ਵੀ ਜਿਹੜੇ ਨਹੁੰ ਹੈਗੇ ਆ ਸਾਡੇ, ਉਹਨਾਂ ਤੇ ਚਟਾਕ ਪੈਰ, ਕਈਆਂ ਦੇ ਚਟਾਕ ਪੈਂਦੇ ਹੈਗੇ ਆ, ਕਈਆਂ ਦੇ ਜਿਹੜੀਆਂ ਲਕੀਰਾਂ ਬਣਦੀਆਂ ਹੈਗੀਆਂ, ਕਈਆਂ ਦੇ ਜਿਹੜੇ ਯੈਲੋ ਹੋ ਜਾਂਦੇ ਆ ਨੇਲ, ਜਾਂ ਕਈਆਂ ਦੇ ਜਿਹੜੇ ਆ ਨੇਲ ਬੜੇ ਛੇਤੀ ਟੁੱਟਣੇ, ਬ੍ਰਿਟਲ ਨੇਲਸ ਜਿਹੜੇ ਆ ਉਹ ਹੋਣੇ ਸ਼ੁਰੂ ਹੋ ਜਾਂਦੇ ਆ। ਕਿਸੇ ਵੀ ਟਾਈਮ ਦੇ ਉੱਤੇ ਜਦੋਂ ਤੁਹਾਨੂੰ ਨਹੁੰਆਂ ਦੇ ਨਾਲ ਰਿਲੇਟਡ ਪ੍ਰੋਬਲਮ ਆਉਂਦੀ ਹੈਗੀ, ਇਹ ਐਕਚੁਅਲੀ ਇਕੱਲੀ ਨਹੁੰਆਂ ਦੀ ਨਹੀਂ ਹੁੰਦੀ। ਇਹ ਪ੍ਰੋਬਲਮ ਜਿਹੜੀ ਹੈ ਸਾਡੀ ਬਾਡੀ ਦੇ ਕਿਸੇ ਨਾ ਕਿਸੇ ਅੰਗ ਦੇ ਨਾਲ ਜਿਹੜੀ ਉਹ ਰਿਲੇਟਡ ਹੁੰਦੀ ਹੈਗੀ ਹੈ। ਜਿਹੜੀ ਇਹ ਪ੍ਰੋਬਲਮ ਦੱਸ ਰਹੇ ਹੈਗੇ ਆ, ਇਹ ਪ੍ਰੋਬਲਮ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੀ ਬਾਡੀ ਡਿਫੀਸ਼ੀਐਂਟ ਹੈ ਨਾ। ਉਹ ਡਿਫੀਸ਼ੀਐਂਟ ਜਿਹੜੀ ਹੈਗੀ ਆ ਉਹ ਕੈਲਸ਼ੀਅਮ ਡਿਫੀਸ਼ੀਐਂਟ ਹੋ ਸਕਦੀ ਹੈ ਜਾਂ ਉਹ ਆਇਰਨ ਡਿਫੀਸ਼ੀਐਂਟ ਹੋ ਸਕਦੀ ਹੈ। ਸੋ ਇਹਨਾਂ ਕੇਸਿਸ ਦੇ ਵਿੱਚ ਜਿਹੜਾ ਆ, ਇਹਨਾਂ ਨੂੰ ਮਾਲ ਅਬਜ਼ੋਰਪਸ਼ਨ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਸੋ ਛੋਟੀ ਆਂਤੜੀ ਦੀ ਪ੍ਰੋਬਲਮ ਐਕਚੁਅਲੀ ਹੁੰਦੀ ਹੈ ਸਮਾਲ ਇੰਟੈਸਟਾਈਨਸ ਦੀ, ਜਿਹਦੇ ਵਿੱਚ ਕਿ ਅਬਜ਼ੋਰਪਸ਼ਨ ਜਿਹੜੀ ਸਾਡੀ ਬਾਡੀ ਦੇ ਵਿੱਚ ਘਟੀ ਹੁੰਦੀ ਹੈ। ਸੋ ਅਬਜ਼ੋਰਪਸ਼ਨ ਘਟਣ ਦੇ ਨਾਲ ਜਿਹੜਾ ਆ ਮੀਨਸ ਕਿ ਸਾਡੀ ਬਾਡੀ ਜੋ ਵੀ ਅਸੀਂ ਖਾਂਦੇ ਹੈਗੇ ਆ ਉਹਦੇ ਵਿੱਚੋਂ ਉਹ ਨਿਊਟ੍ਰੀਐਂਟਸ ਜਿਹੜਾ ਉਹਨੂੰ ਅਬਜ਼ੋਰਬ ਨਹੀਂ ਕਰ ਪਾਏਗੀ, ਤੇ ਉਹਦੇ ਨਾਲ ਫਿਰ ਉਹ ਬਾਡੀ ਜਿਹੜੀ ਆ ਉਹ ਕੁਝ ਸਿੰਪਟਮਸ ਪੋਰਟਰੇਟ ਕਰਦੀ ਹੈਗੀ ਆ ਨਹੁੰ ਦੇ ਰਸਤੇ। ਸੋ ਹੋਰ ਵੀ ਕਈ ਤਰੀਕੇ ਦੇ ਰਸਤੇ ਬਾਡੀ ਮਤਲਬ ਗੱਲ ਕਰਦੀ ਸਾਡੇ ਨਾਲ, ਜਿੱਦਾਂ ਹੀ ਕਹੀਦਾ ਕਿ ਕਮਿਊਨੀਕੇਟ ਕਰਦੀ, ਅਸੀਂ ਨਹੀਂ ਐਕਚੁਅਲੀ ਜਿਹੜਾ ਉਹਨੂੰ ਕਰਦੇ ਹੈਗੇ, ਗੱਲ ਹੀ ਨਹੀਂ ਸੁਣਦੇ। ਸੋ ਇਹ ਜਿਹੜੀ ਕੰਡੀਸ਼ਨ ਦੇ ਵਿੱਚ ਜਿਹੜੀ ਸਮਾਲ ਇੰਟੈਸਟਾਈਨਸ ਦੀ ਅਬਜ਼ੋਰਪਸ਼ਨ ਘੱਟ ਹੁੰਦੀ ਹੈ ਜਾਂ ਮਾਲ ਅਬਜ਼ੋਰਪਸ਼ਨ ਦੀ ਇਹ ਪ੍ਰੋਬਲਮ ਹੁੰਦੀ, ਜਿਹਦੀ ਵਜ੍ਹਾ ਦੇ ਕਰਕੇ ਚਟਾਕ ਜਿਹੜੇ ਹੈਗੇ ਆ ਉਹ ਪੈਂਦੇ ਹੁੰਦੇ ਨਾ। ਇਹ ਚਟਾਕ ਜਿਹੜੇ ਲਿਟਰਲੀ ਸੇਮ ਟਾਈਪ ਦੇ ਆ ਜਿੱਦਾਂ ਕਿਸੇ ਦੇ ਲੇਡੀਜ਼ ਦੇ ਉੱਤੇ ਛਾਈਆਂ ਪੈਂਦੀਆਂ ਹੈਗੀਆਂ ਪ੍ਰੈਗਨੈਂਸੀ ਦੇ ਦੌਰਾਨ, ਉਹ ਸੇਮ ਟਾਈਪ ਦੀ। ਉਸ ਟਾਈਮ ਉਹਦੇ ਵਿੱਚ ਵੀ ਮਾਲ ਅਬਜ਼ੋਰਪਸ਼ਨ ਹੁੰਦੀ ਹੈ ਕਿਉਂਕਿ ਤੁਸੀਂ ਅਮਾਊਂਟ ਦੇ ਨਹੀਂ ਰਹੇ ਹੁੰਦੇ ਇਨਫ ਅਮਾਊਂਟ ਦੇ ਵਿੱਚ ਨਿਊਟ੍ਰੀਐਂਟਸ ਬਾਡੀ ਨੂੰ। ਤੁਹਾਡੇ ਕਹਿਣ ਦਾ ਮਤਲਬ ਵੀ ਬੰਦੇ ਨੂੰ ਲੈਟਰਿੰਗ ਵਗੈਰਾ ਪ੍ਰੋਪਰ ਵੇ ਨਾਲ ਡੈਫੀਨਿਟਲੀ ਨਹੀਂ ਆਉਂਦੀ ਹੋਵੇਗੀ, ਤਾਂ ਇਹ ਪ੍ਰੋਬਲਮ ਪੈ ਸਕਦੀ। ਖਾਧਾ ਪੀਤਾ ਨਹੀਂ ਪ੍ਰੋਪਰ ਪਚਦਾ ਹੋਵੇ ਨਾ, ਖਾਧਾ ਪੀਤਾ ਹਾਂਜੀ ਪਚਦਾ, ਤੁਸੀਂ ਪਚਣ ਦੀ ਪ੍ਰੋਬਲਮ ਨਹੀਂ ਯੂਜਲੀ ਹੁੰਦੀ, ਇਹ 'ਚ ਅਬਜ਼ੋਰਪਸ਼ਨ ਦੀ ਹੈ। ਮਤਲਬ ਕਿ ਅਸੀਂ ਅਸੀਂ ਰਹੇ ਹਾਂ, ਅਸੀਂ ਖਾ ਰਹੇ ਹੁੰਦੇ ਹੈਗੇ ਆ, ਪਰ ਉਹ ਮਤਲਬ ਲੱਗ ਨਹੀਂ ਰਿਹਾ ਹੁੰਦਾ, ਪਚ ਰਿਹਾ ਹੁੰਦਾ ਪਰ ਲੱਗ ਨਹੀਂ ਰਿਹਾ ਹੁੰਦਾ। ਸੋ ਇਹ ਪ੍ਰੋਬਲਮ ਯੂਜਲੀ ਹੁੰਦੀ ਹੈਗੀ ਆ। ਸੋ ਉਹ ਜਦੋਂ ਉਹ ਫਰਦਰ ਅਸੀਂ ਦੇਖ ਕੇ ਕਿ ਉਹ ਕਿੰਨੀ ਕੁ ਲੈਵਲ ਦੇ ਉੱਤੇ ਜਾਂ ਕਿੰਨੀ ਕੁ ਕਰੋਨਿਕ ਇਹ ਪ੍ਰੋਬਲਮ ਹੈ, ਉਹਦੇ ਹਿਸਾਬ ਦੇ ਨਾਲ ਫਿਰ ਯੂਜਲੀ ਦਵਾਈ ਦਿੱਤੀ ਜਾਂਦੀ ਹੁੰਦੀ ਹੈ। ਅਤੇ ਉਹ 3-4 ਮਹੀਨੇ ਦਾ ਯੂਜਲੀ ਇਹ ਟਰੀਟਮੈਂਟ ਹੁੰਦਾ 3 ਮਹੀਨੇ ਤੋਂ 6 ਮਹੀਨੇ ਤੱਕ ਐਕਚੁਅਲੀ ਲੱਗ ਸਕਦੇ ਹੁੰਦੇ ਆ ਮਾਲ ਅਬਜ਼ੋਰਪਸ਼ਨ ਨੂੰ ਠੀਕ ਕਰਨ ਵਾਸਤੇ। ਅਤੇ ਉਹਦੇ ਨਾਲ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ। ਭੁੱਖ ਸਗੋਂ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਲ ਅਬਜ਼ੋਰਪਸ਼ਨ ਠੀਕ ਹੁੰਦੀ ਹੈ। ਸੋ ਉਹਦੇ ਨਾਲ ਓਵਰਆਲ ਬਾਡੀ ਦੇ ਵਿੱਚ ਜਿਹੜੀ ਉਹ ਤਾਕਤ ਆਉਂਦੀ ਹੈ, ਕਈ ਚੀਜ਼ਾਂ ਜਿਹੜੀਆਂ ਉਹ ਆਪਣੇ ਆਪ ਹੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ, ਇਨਕਲੂਡਿੰਗ ਜਿਹੜੇ ਇਹਨਾਂ ਦੇ ਚਟਾਕ ਪੈ ਰਹੇ ਹੈਗੇ ਆ ਨਹੁੰਆਂ ਦੇ ਉੱਤੇ। ਸੋ ਜੇ ਕੋਈ ਵੀ ਹੋਰ ਕੁਐਸਚਨ ਇਹਨਾਂ ਨੇ ਪੁੱਛਣਾ ਹੋਵੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ 9 ਵਜੇ ਤੋਂ ਲੈ ਕੇ 5 ਵਜੇ ਤੱਕ at 9058743333 'ਤੇ
905 874 3333 905 874 3333 ਤੇ ਗੱਲਬਾਤ ਕੀਤੀ ਜਾ ਸਕਦੀ। ਤੇ ਨੈਕਸਟ ਕੁਐਸਚਨ ਹੈ ਤੇ ਏਜ ਦੱਸੀ ਹੈ 30 ਸਾਲ ਦੀ ਫੀਮੇਲ ਤੇ ਹੱਥਾਂ ਦੇ ਉੱਤੇ ਤੇ ਢਿੱਡ ਦੇ ਉੱਤੇ ਦੰਦਰੀਆਂ ਵਾਂਗੂ ਨਿਸ਼ਾਨ ਜੇ ਬਣਦੇ ਜਾ ਰਹੇ ਤੇ ਇੱਚੀ ਬਹੁਤ ਜ਼ਿਆਦਾ ਹੋ ਰਿਹਾ ਤੇ ਇਹਦਾ ਕੋਈ ਟ੍ਰੀਟਮੈਂਟ ਦੱਸੋ। ਉਹ ਦੇਖੋ ਜਿਸ ਹਿਸਾਬ ਨਾਲ ਉਹ ਦੱਸ ਰਿਹਾ ਕਿ ਦਦਰੀਆਂ ਦੇ ਵਾਂਗੂ ਚਾਂਸਿਸ ਆਰ ਕਿ ਇਸ ਨੂੰ ਸਰਾਈਸਿਸ ਹੈ। ਜਿਹੜੀ ਸਰਾਈਸਿਸ ਹੁੰਦੀ ਹੈਗੀ ਆ ਉਹਦੇ ਵਿੱਚ ਸਾਡੀ ਬਾਡੀ ਦੇ ਵਿੱਚ ਜਿਹੜੇ ਆ ਉਹ ਗੋਲ ਗੋਲ ਨਿਸ਼ਾਨ ਜੇ ਬਣਦੇ ਹੈਗੇ ਆ ਫਿੰਸੀਆਂ ਦੀ ਤਰ੍ਹਾਂ, ਅਤੇ ਉਹ ਸਕਿਨ ਜਿਹੜੀ ਆ ਉਹ ਲਗਾਤਾਰ ਉਤਰਦੀ ਰਹਿੰਦੀ ਆ। ਸੋ ਇਸੇ ਕਰਕੇ ਉੱਥੇ ਸਿਕਰੀ ਟਾਈਪ ਜਿਹੜੀਆਂ ਉਹ ਕਈ ਡਰਾਈ ਸਕਿਨ ਜਿਹੜੀ ਉਹ ਬਹੁਤ ਰਹਿੰਦੀ ਆ। ਸੋ ਆਮ ਅਸਿਊਮਿੰਗ ਕਿ ਉਹਨਾਂ ਨੂੰ ਸਰਾਈਸਿਸ ਹੈਗਾ, ਬਟ ਇਟ ਕੁਡ ਬੀ ਜਸਟ ਸਿੰਪਲ ਪਿੰਪਲਸ, ਗਰਮੀ ਦੀ ਵਜ੍ਹਾ ਦੇ ਕਰਕੇ ਕਈ ਵਾਰੀ ਨਿਕਲ ਜਾਂਦੇ ਆ। ਸੋ ਇਸ ਚੀਜ਼ ਦੇ ਵਿੱਚ ਕਹਿਣਾ ਮੁਸ਼ਕਿਲ ਹੈ ਕਿ ਐਕਚੁਅਲੀ ਇਹਨਾਂ ਨੂੰ ਪ੍ਰੋਬਲਮ ਹੈ ਕੀ ਹੈ, ਕਿਉਂਕਿ ਜਿੰਨਾ ਚਿਰ ਫਿਜ਼ੀਕਲੀ ਅਸੀਂ ਦੇਖਦੇ ਨਹੀਂ ਹਾਂ। ਰੇਡੀਓ ਦੇ ਉੱਤੇ ਜਿਹੜਾ ਅਸੀਂ ਬੜੀ ਲਿਮਟਿਡ ਜੀ ਨੌਲੇਜ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਅਸੀਂ ਆਨਸਰ ਕਰੀਦਾ ਜਨਰਲ ਕੁਐਸਚਨ। ਸੋ ਆਈ ਥਿੰਕ ਸਪੈਸੀਫਿਕਲੀ ਤਾਂ ਮੈਂ ਕੁਛ ਨਹੀਂ ਦੱਸ ਪਾਵਾਂਗਾ ਇਸ ਟਾਈਮ, ਅਨਲੈਸ ਜੇ ਉਹ ਮੈਨੂੰ ਪਿਕਚਰਸ ਆਪਣੀਆਂ ਭੇਜ ਦਿੰਦੇ ਹੈਗੇ ਆ। ਤੁਸੀਂ ਈਮੇਲ ਕਰ ਸਕਦੇ ਹੋ ਆਪਣੀ ਪਿਕਚਰਸ ਹੱਥ ਦੀ, ਅਤੇ ਉਹ ਤੋਂ ਪਤਾ ਲੱਗ ਜਾਂਦਾ ਕਿ ਉਹ ਕਰੈਕਟਰਿਸਟਿਕ ਤੋਂ ਕਿ ਉਹ ਐਕਚੁਅਲੀ ਕੀ ਚੀਜ਼ ਹੈਗੀ ਹੈ। ਸਾਡੀ ਈਮੇਲ ਹੈ vaidrubal vaidrubal.canada@gmail.com। ਸੋ ਇਹਦੇ ਉੱਤੇ ਜੇ ਤੁਸੀਂ ਆਪਣੀ ਪਿਕਚਰਸ ਭੇਜ ਦਿਓ, ਅਸੀਂ ਈਮੇਲ ਦੇ ਰਸਤੇ ਜਿਹੜਾ ਤੁਹਾਨੂੰ ਦੱਸ ਸਕਾਂਗੇ ਕਿ ਇਹ ਐਕਚੁਅਲੀ ਪ੍ਰੋਬਲਮ ਹੈ ਕੀ ਅਤੇ ਇਹਦਾ ਹੱਲ ਜਿਹੜਾ ਉਹ ਕੀ ਕੱਢਿਆ ਜਾ ਸਕਦਾ। 905 874 3333 ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਜਾ ਰਿਹਾ ਪੰਜਾਬ ਇੰਸ਼ੋਰੈਂਸ ਤੇ ਕਿਰਨਜੀਤ ਸਿੰਘ ਰਾਜਪੂਤ ਦੇ ਸਹਿਯੋਗ ਦੇ ਨਾਲ 647 273 2161 ਦੇ ਉੱਤੇ ਤੁਸੀਂ ਆਪਣੀ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਦਾ ਬੱਚਿਆਂ ਦੇ ਐਜੂਕੇਸ਼ਨ ਪਲਾਨ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਇੰਸ਼ੋਰੈਂਸ ਦੇ ਵਿੱਚੋਂ ਤੁਹਾਨੂੰ ਡਿਸਕਾਊਂਟ ਕਿਵੇਂ ਮਿਲ ਸਕਦਾ ਹੈ, ਪੂਰੀ ਜਾਣਕਾਰੀ ਵਾਸਤੇ ਤੁਸੀਂ ਕਿਰਨਜੀਤ ਸਿੰਘ ਰਾਜਪੂਤ ਜੋ ਕਿ ਕਾਫੀ ਲੰਮੇ ਸਮੇਂ ਤੋਂ ਇਸ ਫੀਲਡ ਵਿੱਚ ਹੀ ਨੇ 647 273 2161 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਹੈ। 647 273 2161 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਲੈ ਕੇ ਅਸੀਂ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੁੰਦੇ ਹਾਂ। ਉਸ ਤੋਂ ਬਾਅਦ ਰੂਬਲ ਸਾਹਿਬ ਕੁਐਸਚਨ ਤੇ ਮੈਂ ਦੱਸ ਦਿੰਦੇ। ਕੁਐਸਚਨ ਇਹ ਹੈ ਕਿ ਉਮਰ ਦੱਸੀ ਹੈਗੀ ਜੀ 50 ਸਾਲ ਦੀ, ਸ਼ੂਗਰ ਦੇ ਕਰਕੇ ਕਹਿੰਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਨੇ, ਡਾਇਲਸਿਸ ਤੇ ਬਲੱਡ ਵਗੈਰਾ ਚੇਂਜ ਹੁੰਦਾ ਆ, ਤੇ ਤੁਸੀਂ ਦੱਸੋ ਕਿ ਹੁਣ ਇਹਨਾਂ ਦਾ ਕੋਈ ਇਲਾਜ ਹੋ ਸਕਦਾ ਜਾਂ ਨਹੀਂ ਹੋ ਸਕਦਾ। ਇਹਦੀ ਥੋੜੀ ਜਿਹੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਵਾਰੀ ਹੋਵੇ ਸੋਹਣਾ ਜਿਹਾ ਘਰ ਹੋਵੇ, ਮਾਲਕ ਮਕਾਨ ਦਾ ਨਾ ਕੋਈ ਵੀ ਡਰ ਹੋਵੇ। ਸ਼ੇਰੋ ਸ਼ਾਇਰੀ ਵੀ ਕਰੋਗੇ ਜਾਂ ਕਿਸੇ ਨੂੰ ਕਾਲ ਵੀ ਕਰੋਗੇ? ਮੈਂ ਕਿਹਾ ਮਾਲਕੋ ਜ਼ਰੂਰ ਆਪਾਂ ਕਾਲ ਕਰਾਂਗੇ ਮਨਜੀਤ ਕੌਰ ਚੀਮਾ ਮੋਰਗੇਜ ਤੋਂ ਲੈ ਕੇ ਲਾਇਰ ਦਾ ਤੇ ਹੋਮ ਇਨਸਪੈਕਸ਼ਨ ਦਾ ਸਾਰਾ ਕੰਮ ਖੁਦ ਕਰਵਾ ਕੇ ਦਿੰਦੇ ਨੇ। ਅੱਛਾ, ਚਿੰਤਾ ਫਿਕਰ ਤੇ ਛੱਡੋ ਸਕੀਮਾਂ, ਕਾਲ ਕਰੋ ਮਨਜੀਤ ਕੌਰ ਚੀਮਾ। ਜੀ ਹਾਂ, ਰੀਮੈਕਸ ਗੋਲਡ ਨਾਲ ਕੰਮ ਕਰਦੇ ਮਨਜੀਤ ਕੌਰ ਚੀਮਾ ਜੀ ਦੇ ਨਾਲ ਸੰਪਰਕ ਕਰੋ 416 357 99 4163579965। ਓਹੋ, ਛੱਤ ਚੋਣ ਲੱਗੀ, ਹੋ ਗਿਆ ਫੇਰ ਖਰਚੇ ਨੂੰ ਥਾਂ। ਕੀ ਸੋਚੀ ਪਈ ਹੋ ਜਨਾਬ? ਸਾਡੇ ਖਾਤੇ ਤੇ ਛੱਤ ਚੇਂਜ ਕਰਵਾਉਣੀ ਹੈ। ਹਾਂਜੀ ਹਾਂ, ਤਾਂ ਫਿਰ ਜਲਦੀ ਪੀਲੈਸ ਰੂਫਿੰਗ ਨੂੰ ਫੋਨ ਲਗਾਓ। ਵਧੀਆ ਟੈਕਨੀਕ ਨਾਲ ਵਧੀਆ ਕੁਆਲਿਟੀ ਵਾਲੀ ਗਰੰਟੀ ਜੁਦਾ ਛੱਤ ਲਗਵਾਓ ਤੇ ਵੱਧ ਖਰਚੇ ਤੇ ਘਟੀਆ ਛੱਤਾਂ ਦਾ ਛੁਟਕਾਰਾ ਪਾਓ। ਪੀਲੈਸ ਰੂਫਿੰਗ 416 826 5800। ਪੀਲੈਸ ਰੂਫਿੰਗ। ਪਾਰਟੀ ਹੋ ਗਈ ਜੱਦੀ। ਉਹ ਕਾਦੀ? ਨਵੇਂ ਟਰੱਕ ਦੀ। ਉਹ ਸੌਰੀ ਯਾਰ, ਇਸ ਵਾਰ ਤਾਂ ਤੇਰੀ ਪਾਰਟੀ ਰਹਿ ਗਈ। ਕਿਉਂ? ਉਹ ਨਵਾਂ ਨਹੀਂ, ਨਵੇਂ ਵਰਗਾ ਬਣਾਇਆ ਕਿੰਗਸ ਮਿਲ ਵਾਲਿਆਂ ਤੋਂ। Kings Mills Sandblasting and Spray Painting, Mississauga, Ontario। एक ट्रक चैसी, ग्रेवल ट्रेलर, डंप ट्रक, गल की हर एक तरह के ट्रेलर ਤੇ ਸੈਂਡ ਬਲਾਸਟਿੰਗ ਦਾ ਕੰਮ ਤਸੱਲੀ ਬਖਸ਼ ਕਰਦੇ ਹਨ। ਸੈਂਡ ਬਲਾਸਟ ਚਾਸੀ ਤੋਂ ਸਾਰਾ ਰਸਟ ਸਾਫ਼ ਕਰਕੇ ਬਣਾਉਂਦਾ ਤੁਹਾਡੇ ਟਰੱਕ ਨੂੰ ਚਮਕਦਾ ਤੇ ਬ੍ਰੈਂਡ ਨਿਊ। ਸੈਂਡ ਬਲਾਸਟ ਤੋਂ ਬਾਅਦ ਇਹ ਪ੍ਰਾਈਮ ਤੇ ਪੇਂਟ ਵੀ ਕਰਦੇ ਨੇ। ਟਰੱਕਾਂ ਦਾ ਬੋਡੀ ਵਰਕ ਕਰਵਾਓ ਤੇ ਚਾਹੇ ਕਰਵਾਓ ਰਿਪੇਅਰ। ਅੱਜ ਹੀ ਕਾਲ ਕਰੋ ਅਮਰਪ੍ਰੀਤ 905 782 5200 905 782 5200। ਫਲਾਈਂਗ ਜੀਏ ਦੇ ਨਾਲ ਪੈਂਦਾ ਤੁਹਾਡਾ ਆਪਣਾ ਕਿੰਗਸ ਮਿਲ ਸੈਂਡ ਬਲਾਸਟਿੰਗ ਐਂਡ ਸਪਰੇ ਪੇਂਟਿੰਗ, ਮਿਸੀਸਾਗਾ, ਓਨਟਾਰੀਓ। ਰੇਡੀਓ ਪ੍ਰੋਗਰਾਮ
ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ 'ਚ ਮੈਂ ਗੁਰਪਾਲ ਸਿੰਘ ਢੱਡੇ ਵਿੱਚ ਹਾਜ਼ਰ ਸਾਡੇ ਨਾਲ ਇਸ ਵੇਲੇ ਰੂਬਲ ਸਾਹਿਬ ਜੀ ਗੱਲਬਾਤ ਕਰ ਰਹੇ ਨੇ। ਦੇਸੀ ਖਾਓ ਰੂਪ ਜਾਓ ਤੇ ਤੰਦਰੁਸਤੀ ਪਾਓ। ਫੋਨ ਨੰਬਰ 905 874 3333 ਘੁਮਾ ਸਕਦੇ ਹੋ ਤੁਸੀਂ। ਕੋਈ ਵੀ ਗੱਲਬਾਤ ਪ੍ਰੋਗਰਾਮ ਤੋਂ ਬਾਅਦ ਕਰਨੀ ਹੋਵੇ 9 ਵਜੇ ਤੋਂ ਬਾਅਦ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕੋਈ ਵੀ ਕਰ ਸਕਦੇ ਹੋ। ਤੇ ਕਈ ਵਾਰ ਤੁਸੀਂ ਸ਼ਾਈ ਫੀਲ ਕਰਦੇ ਹੋ, ਕੁਐਸਚਨ ਸਾਡੇ ਨਾਲ ਸਿੱਧੇ ਨਹੀਂ ਸਾਂਝੇ ਕਰਨੇ ਚਾਹੁੰਦੇ, ਔਨ ਦੀ ਏਅਰ ਆ ਕੇ ਨਹੀਂ ਪੁੱਛਣੀ ਚਾਹੁੰਦੇ, ਲੇਕਿਨ ਕਲੀਨਿਕ ਤੇ ਕਾਲ ਕਰਕੇ ਤੁਸੀਂ ਪੂਰੀ ਡਿਟੇਲ ਬੈਠ ਕੇ ਸਾਰੀ ਗੱਲਬਾਤ ਕਰ ਸਕਦੇ ਹੋ, ਦੱਸ ਸਕਦੇ ਹੋ, ਤੁਹਾਨੂੰ ਉਸ ਚੀਜ਼ ਦਾ ਫਾਇਦਾ ਹੋਵੇਗਾ। ਤੇ ਕਈ ਤੁਹਾਡੀਆਂ ਗੁੱਝੀਆਂ ਰਮਜਾਂ ਦੇ ਆਨਸਰ ਵੀ ਦਿੱਤੇ ਜਾ ਸਕਦੇ ਨੇ ਰੂਬਲ ਸਾਹਿਬ ਵੱਲੋਂ। 905 874 3333 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ 'ਚ ਖਾਸ ਕਰਕੇ ਇਸ ਹਿੱਸੇ ਨੂੰ ਸਪਾਂਸਰ ਕਰਨ ਵਾਸਤੇ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਸਾਡੇ ਨਾਲ ਇੱਕ ਵਧੀਆ ਪੈਕੇਜ ਦੀ ਤੁਸੀਂ ਲੈਣੀ ਚਾਹੁੰਦੇ ਹੋ ਤੇ ਗੁਰਦੀਪ ਸਿੰਘ ਪਾਸਾ 416 316 77 ਤੇ ਮੇਰਾ ਨੰਬਰ 647 281 4857 ਤੇ ਗੱਲਬਾਤ ਕੀਤੀ ਜਾ ਸਕਦੀ ਜੀ। ਰੂਬਲ ਸਾਹਿਬ ਗੱਲਬਾਤ ਕਰਦੇ ਹਾਂ ਜੀ। ਡਾਇਲਸਿਸ ਦੇ ਉੱਤੇ ਜਾ ਚੁੱਕੇ ਨੇ ਤੇ ਕਹਿੰਦੇ ਹੁਣ ਦੱਸੋ ਕਿ ਟ੍ਰੀਟਮੈਂਟ ਹੋ ਸਕਦਾ ਜਾਂ ਨਹੀਂ। ਬਿਲਕੁਲ ਜੀ, ਟ੍ਰੀਟਮੈਂਟ ਫਿਰ ਵੀ ਹੋ ਸਕਦਾ ਹੁੰਦਾ ਹੈਗਾ ਆ, ਬਟ ਇਹਦੇ ਵਿੱਚ ਇਹ ਹੈਗਾ ਕਿ ਸਾਡੇ ਚਾਂਸਿਸ ਜਿਹੜੇ ਹੁੰਦੇ ਹੈਗੇ ਆ ਰਿਕਵਰੀ ਦੇ ਉਹ ਘਟ ਜਾਂਦੇ ਆ। ਰਿਮੈਂਬਰ ਜਿਵੇਂ ਜਿਵੇਂ ਜਿਹੜੀ ਆ ਡਾਇਲਿਸਿਸ ਦੇ ਉੱਤੇ ਜਾਣਾ, ਕਿਉਂਕਿ ਉਹ ਸਾਰਾ ਬਲੱਡ ਨੂੰ ਫਿਲਟਰ ਕੀਤਾ ਜਾਂਦਾ ਹੈ, ਸੋ ਉਹ ਫਿਲਟਰ ਕਰਨ ਦੇ ਨਾਲ ਜਿਹੜਾ ਹੈਗਾ ਉਹ ਦਵਾਈ ਦਾ ਅਸਰ ਵੀ ਜਿਹੜਾ ਹੈ ਉਹ ਨਾਲ ਦੀ ਨਾਲ ਨਿਕਲਦਾ ਰਹਿੰਦਾ ਹੈਗਾ ਹੈ ਬੋਡੀ ਦੇ ਵਿੱਚੋਂ। ਸੋ ਇਸ ਕਰਕੇ ਜਿਹੜਾ ਹੈ ਉਹਨਾਂ ਦਾ ਜਿਹੜਾ ਇਲਾਜ ਹੁੰਦਾ ਆ ਉਹ ਥੋੜ੍ਹਾ ਲੈਂਥੀ ਹੁੰਦਾ ਹੈਗਾ ਹੈ ਔਰ ਉਹ ਘੱਟ ਇਫੈਕਟਿਵ ਹੁੰਦਾ ਹੈਗਾ। ਬਟ ਡੈਫੀਨੇਟਲੀ ਆਯੁਰਵੈਦ ਦੇ ਵਿੱਚ ਚਾਹੇ ਉਹ ਤੁਸੀਂ ਡਾਇਲਿਸਿਸ ਦੇ ਉੱਤੇ ਵੀ ਹੈਗੇ ਹੋ, ਉਸ ਕੇਸ ਦੇ ਵਿੱਚ ਵੀ ਜਿਹੜੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਜਿਹਨਾਂ ਤੁਹਾਨੂੰ ਦਿੱਤੀਆਂ ਜਾ ਸਕਦੀਆਂ ਹੈਗੀਆਂ। ਸੋ ਜੇ ਤੁਸੀਂ ਅਜੇ ਵੀ ਡਾਇਲਿਸਿਸ ਦੇ ਉੱਤੇ ਮਤਲਬ ਹੈਗੇ ਹੋ, ਸੌਰੀ ਜਿਹੜੀ ਤੁਹਾਡੀ ਬਲੱਡ ਸ਼ੂਗਰ ਲੈਵਲ ਉਹ ਅਜੇ ਵੀ ਹਾਈ ਹੈਗੀ ਹੈ ਤੁਹਾਡੀ ਡਾਇਲਿਸਿਸ ਰਹਿਣ ਦੇ ਬਾਵਜੂਦ ਵੀ, ਤੇ ਸਭ ਤੋਂ ਪਹਿਲਾਂ ਤੁਹਾਨੂੰ ਸ਼ੂਗਰ ਨੂੰ ਫਿਰ ਵੀ ਅਜੇ ਘਟਾਉਣ ਦੀ ਜ਼ਰੂਰਤ ਹੁੰਦੀ ਹੈਗੀ ਹੈ। ਸੋ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਐਕਚੁਅਲੀ ਕਿ ਦ ਰੀਜ਼ਨ ਉਹ ਸ਼ੂਗਰ ਸੀਗੀ, ਪਰ ਸ਼ੂਗਰ ਤੋਂ ਬਾਅਦ ਫਿਰ ਉਹ ਡਾਇਲਿਸਿਸ ਦੇ ਉੱਤੇ ਕਿੱਦਾਂ ਚਲੇ ਗਏ, ਕਈ ਲੋਕ ਜਿਹੜੇ ਉਹ ਸੋਚਦੇ ਆ। ਸੋ ਇਹ ਜਿਹੜੀ ਟਿਪੀਕਲ ਪ੍ਰੋਬਲਮ ਹੁੰਦੀ ਹੈਗੀ ਆ ਕਿ ਜਦੋਂ ਸ਼ੂਗਰ ਜਿਹੜੀ ਉਹ ਜ਼ਿਆਦਾ ਵਧੀ ਹੁੰਦੀ ਆ, ਅਸੀਂ ਚੈੱਕ ਕਰਦੇ ਹੈ ਨਹੀਂ, ਲਗਾਤਾਰ ਜਿਹੜੀ ਹੈਗੀ ਆ ਉਹ ਸ਼ੂਗਰ ਹਾਈ ਲੈਵਲਸ ਦੇ ਉੱਤੇ ਰਹਿੰਦੀ ਹੈ, ਪਰ ਅਸੀਂ ਉਹਨੂੰ ਇਗਨੋਰ ਕਰਦੇ ਰਹਿੰਦੇ ਹਾਂ। ਸੋ ਉਹਦੇ ਕਰਕੇ ਜਾਂ ਅਸੀਂ ਕੋਸ਼ਿਸ਼ ਕਰ ਰਹੇ ਹੁੰਦੇ ਉਹਨੂੰ ਘਟਾਉਣ ਦੀ ਦਵਾਈਆਂ ਦੇ ਰਸਤੇ, ਉਹ ਘਟ ਨਹੀਂ ਰਹੀ ਹੁੰਦੀ। ਸੋ ਉਸ ਕੇਸ ਦੇ ਵਿੱਚ ਜਿਹੜਾ ਆ ਉਹ ਸਾਡੀ ਜਿਹੜੀ ਬਲੱਡ ਸ਼ੂਗਰ ਹੈ ਉਹ ਜਦੋਂ ਜ਼ਿਆਦਾ ਵਧੀ ਰਹੇਗੀ, ਉਹਦੇ ਨਾਲ ਬੋਡੀ ਦੇ ਅੰਦਰ ਜਿਹੜੀਆਂ ਕਈ ਜਿਹੜੇ ਸਾਡੇ ਆਪਣੇ ਅੰਗ ਹੈ ਉਹ ਮਰਨੇ ਸ਼ੁਰੂ ਹੋ ਜਾਂਦੇ ਆ, ਕਿਉਂਕਿ ਉਹ 'ਚ ਸ਼ੂਗਰ ਦੀ ਮਾਤਰਾ ਜਿਹੜੀ ਉਹ ਜ਼ਿਆਦਾ ਹੈ। ਸੋ ਜਦੋਂ ਵੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਏਗੀ ਉਹਦੇ ਨਾਲ ਬਲੱਡ ਦੇ ਵਿੱਚ ਵੀ ਜਿਹੜੀ ਉਹ ਖਰਾਬੀ ਆਉਂਦੀ ਹੈ, ਕਈ ਤਰੀਕੇ ਦੇ ਨਾਲ ਸਾਡੀ ਬੋਡੀ ਦੇ ਅੰਗ ਪੈਰ ਜਿਹੜੇ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਇਸੇ ਕਰਕੇ ਕਿਡਨੀਆਂ ਜਿਹੜੀਆਂ ਹੈਗੀਆਂ ਆ ਇਹਨਾਂ ਦੀਆਂ ਪ੍ਰੋਬਲਮਸ ਜਿਹੜੀ ਆ ਉਹਨਾਂ ਦੀ ਆ ਗਈ। ਸੋ ਉਹਦੇ ਨਾਲ ਕਈ ਵਾਰੀ ਜਿਹੜਾ ਹੁੰਦਾ ਹੈ ਕਿ ਬਲੱਡ ਦਾ ਪ੍ਰੈਸ਼ਰ ਵਧਿਆ ਰਹਿੰਦਾ। ਕਈ ਲੋਕ ਹੁੰਦੇ ਹੈਗੇ ਉਹ ਬਲੱਡ ਪ੍ਰੈਸ਼ਰ ਜਿਹੜਾ ਉਹ ਵਧਿਆ ਹੁੰਦਾ ਪਰ ਉਹਨਾਂ ਨੂੰ ਕੋਈ ਮਹਿਸੂਸ ਨਹੀਂ ਹੋ ਰਿਹਾ ਹੁੰਦਾ, ਅਤੇ ਉਹ ਲੱਗਦਾ ਉਹਨਾਂ ਨੂੰ ਇੱਦਾਂ ਕਿ ਨੋਰਮਲ ਹੈ ਸਾਰਾ ਕੁਝ। ਸੋ ਜੇ ਉਹ ਲਗਾਤਾਰ ਬਲੱਡ ਪ੍ਰੈਸ਼ਰ ਹਾਈ ਰਹੇਗਾ ਅਤੇ ਉਹਦੇ ਨਾਲ ਵੀ ਤੁਹਾਡੀਆਂ ਕਿਡਨੀਆਂ ਜਿਹੜੀਆਂ ਹੈਗੀਆਂ ਉਹ ਖਰਾਬ ਹੋ ਸਕਦੀਆਂ। ਉਹਨਾਂ ਦਾ GFR ਜਾਂ CK ਜਿਹੜਾ ਕ੍ਰੀਏਟਿਨਿਨ ਲੈਵਲਸ ਹੈਗੇ ਆ ਉਹਨਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ, ਜਿਹਦੇ ਕਰਕੇ ਫਿਰ ਉਹ ਕਿਡਨੀਆਂ ਸਪੰਜ ਦੀ ਤਰ੍ਹਾਂ ਹੁੰਦੀਆਂ, ਜਿੱਦਾਂ ਅਸੀਂ ਭਾਂਡੇ ਧੋਣ ਵਾਲੀ ਸਪੰਜ ਹੈ ਉਹਦੇ ਵਿੱਚ ਛੋਟੇ ਛੋਟੇ ਛੇਕ ਹੁੰਦੇ ਆ, ਇਸੇ ਤਰੀਕੇ ਸਾਡੀਆਂ ਕਿਡਨੀਆਂ ਹੁੰਦੀਆਂ। ਸੋ ਉਹ ਜਿਹੜੀ ਹੈਗੀ ਆ ਉਹ ਫਿਰ ਜਦੋਂ ਉਹ ਛੇਕ ਜਿਹੜੇ ਉਹ ਜ਼ਿਆਦਾ ਵੱਡੇ ਹੋਣੇ ਸ਼ੁਰੂ ਹੋ ਜਾਂਦੇ, ਖੁੱਲ੍ਹਣੇ ਸ਼ੁਰੂ ਹੋ ਜਾਂਦੇ, ਅਤੇ ਉਹ ਫਿਰ ਉਹ ਡੈਮੇਜ ਜਿਹੜਾ ਉਹ ਸ਼ੁਰੂ ਹੋਣਾ ਸ਼ੁਰੂ ਹੋ ਜਾਂਦਾ। ਸੋ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਕਿ ਇਸ ਲੈਵਲ ਤੱਕ ਜਿਹੜਾ ਆ ਤੁਸੀਂ ਪਹੁੰਚਣ ਹੀ ਨਾ ਦਿਓ ਆਪਣੇ ਆਪ ਨੂੰ ਕਿ ਕਿਡਨੀਆਂ ਦੇ ਉੱਤੇ ਜਿਹੜੀ ਹੈਗੀ ਹੈ ਡਾਇਲਿਸਿਸ ਦੇ ਉੱਤੇ ਜਿਹੜਾ ਤੁਸੀਂ ਪਾਓ, ਕਿਉਂਕਿ ਇਹ ਇੱਕ ਬੜੀ ਸਿਚੁਏਸ਼ਨ ਰੱਬ ਕਰੇ ਕਿ ਕਿਸੇ ਦੇ ਨਾਲ ਜਿਹੜਾ ਉਹ ਨਾ ਇਸ ਕੰਡੀਸ਼ਨ ਦੇ ਵਿੱਚ ਹੋਵੇ, ਕਿਉਂਕਿ ਡਾਇਲਿਸਿਸ ਤੋਂ ਅਗਲਾ ਸਟੈਪ ਫਿਰ ਹੁੰਦਾ ਹੈਗਾ ਟਰਾਂਸਪਲਾਂਟ ਦੇ ਵਿੱਚ ਜਿਹੜਾ ਹੈਗਾ ਆ ਉਹ ਫਿਰ ਹੁਣ ਤੁਸੀਂ ਦੇਖੋ ਕਿ ਮਤਲਬ ਇਮੈਜਿਨ ਕਰੋ ਕਿ ਤੁਹਾਨੂੰ ਇੱਕ ਬਜ਼ਰ ਦੇ ਦਿੱਤਾ ਜਾਂਦਾ ਕਿ ਤੁਹਾਨੂੰ ਜਦੋਂ ਅਵੇਲੇਬਲ ਹੋਣੀ ਹੈ ਡੋਨਰ ਦੇ ਥਰੂ ਕਿਡਨੀ, ਉਹ ਤੁਹਾਨੂੰ ਪੇਜ ਕੀਤਾ ਜਾਂਦਾ ਉਸ ਡਿਵਾਈਸ ਦੇ ਉੱਤੇ, ਅਤੇ ਤੁਸੀਂ ਫਟਾਫਟ ਜਿੱਥੇ ਵੀ ਹੋ ਤੁਸੀਂ ਉਦੋਂ ਉਸੇ ਟਾਈਮ ਜਿਹੜਾ ਹੈਗਾ ਆ ਤੁਸੀਂ ਹਸਪੀਟਲ ਪਹੁੰਚਣਾ ਹੁੰਦਾ। ਸੋ ਮੈਂ ਹਮੇਸ਼ਾ ਤੁਹਾਨੂੰ ਮੌਤ ਦੀ ਘੰਟੀ ਖੜਕਾ ਦਿੱਤੀ ਜਾਂਦੀ ਵੀ ਹੋ ਸਕਦਾ ਜਦੋਂ ਮਰਜ਼ੀ ਐਨੀ ਟਾਈਮ ਤੇ ਹੁਣੇ ਆਪਣੇ ਆਪ ਨੂੰ ਤੁਸੀਂ ਬਚਾ ਸਕਦੇ, ਕਿਉਂਕਿ ਜਦੋਂ ਇਹ ਚੀਜ਼ਾਂ ਇੱਥੇ ਤੱਕ ਨੌਬਤ ਪਹੁੰਚਦੀ ਤੇ ਕਈ ਵਾਰ ਬਹੁਤ ਜ਼ਿਆਦਾ ਦੇਰੀ ਹੋ ਜਾਂਦੀ। ਬੈਟਰ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਸੁਣੋ, ਵਿਚਾਰੋ, ਆਪਣੀ ਡਾਇਟ ਦੇ ਉੱਤੇ ਪ੍ਰੋਪਰ ਵੇ ਨਾਲ ਵਰਕਆਊਟ ਕਰੋ। ਤੁਹਾਨੂੰ ਫਿਰ ਜਿਹੜੇ ਸਪੰਜ ਦੀ ਤੁਸੀਂ ਗੱਲਬਾਤ ਕਹਿੰਦੇ ਹੋ ਆਪਾਂ ਕਾਈਂਡ ਆਫ ਦੂਜੇ ਤਰੀਕੇ ਨਾਲ ਫਿਲਟਰ ਨੇ ਕਹਿ ਸਕਦੇ, ਜਿਹੜਾ ਫਿਲਟਰ ਹੈ ਫਿਰ ਫਿਲਟਰ ਹੋ ਕੇ ਸਾਰੀਆਂ ਚੀਜ਼ਾਂ ਇਹਦੇ ਵਿੱਚ ਥਰੂ ਜਾਂਦੀਆਂ ਤਾਂ
ਸਾਡਾ ਠੀਕ ਰਹਿੰਦਾ ਸਾਰਾ ਕਿੰਨੀ ਹਾਂਜੀ ਬਿਲਕੁਲ ਸਪੰਜ ਦੀ ਤਰ੍ਹਾਂ ਹੀ ਉੱਤੋਂ ਦੀ ਤੁਸੀਂ ਗੰਦਾ ਪਾਣੀ ਵੀ ਪਾਓਗੇ ਤੇ ਉਹ ਸਾਰੀ ਰੇਤਾ ਰੂਤਾ ਜਿਹੜੀ ਹੈ ਉਹਦੇ ਵਿੱਚੋਂ ਨਿਕਲ ਕੇ ਥੱਲਿਓਂ ਐਟਲੀਸਟ ਸਾਫ਼ ਪਾਣੀ ਜਿਹੜਾ ਹੈਗਾ ਉਹ ਨਿਕਲਣਾ ਹੈ। ਸੋ ਇਸੇ ਸਪੰਜ ਨੂੰ ਕਿਵੇਂ ਸਾਫ਼ ਕਰਨਾ ਫਿਰ ਉਹ ਵੀ ਨਾਲ ਦੱਸੋ ਜੀ। ਦੇਖੋ ਕਿਡਨੀਆਂ ਜਿਹੜੀਆਂ ਹੈਗੀਆਂ ਉਹ ਆਟੋਮੈਟਿਕਲੀ ਸਾਫ਼ ਹੁੰਦੀਆਂ ਹੀ ਰਹਿੰਦੀਆਂ ਆਪਣੇ ਆਪ ਦੇ ਵਿੱਚ ਲਗਾਤਾਰ ਹਰ ਇੱਕ ਚੀਜ਼ ਜਿਹੜੀ ਉਹ ਸਾਫ਼ ਹੁੰਦੀ ਰਹਿੰਦੀ ਹੈਗੀ ਹੈ। ਪ੍ਰੋਬਲਮ ਇਸ ਅੱਜ ਕੱਲ੍ਹ ਦੀ ਡਾਇਟ ਹੀ ਜਿਹੜੀ ਆ ਉਹ ਇੰਨੀ ਕੁ ਖਰਾਬ ਹੋ ਗਈ ਹੈ ਕਿ ਜਿਹਦੇ ਵਿੱਚ ਜਿਹੜੀਆਂ ਉਹ ਅਸੀਂ ਜ਼ਿਆਦਾ ਚੀਜ਼ਾਂ ਖਾ ਰਹੇ ਹਾਂ ਜਿਹਦੇ ਨਾਲ ਬੋਡੀ ਅੰਦਰੋਂ ਸਾਫ਼ ਨਹੀਂ ਕਰ ਪਾ ਰਹੀ ਆਪਣੇ ਆਪ ਨੂੰ। ਪਰ ਜਿਹੜੀ ਤੁਸੀਂ ਕਿਡਨੀਆਂ ਦੀ ਗੱਲ ਕਰ ਰਹੇ ਹੈਗੇ ਉਹ ਸਭ ਤੋਂ ਬੈਸਟ ਹੈਗਾ ਚੁਕੰਦਰ ਦਾ ਜੂਸ, ਜਿਹੜਾ ਆਪਣਾ ਗੁਰਪਾਲ ਜੀ ਨੂੰ ਹੁਣ ਪਤਾ ਹੋਣਾ ਇੰਗਲਿਸ਼ 'ਚ ਉਹਨੂੰ ਕੀ ਕਹਿੰਦੇ। ਸੋ ਚੁਕੰਦਰ ਜਿਹੜਾ ਲਾਲ ਬੀਟ, ਐਗਜ਼ੈਕਟਲੀ ਬੀਟ, ਹੁਣ ਉਹ ਜਿਹੜੀ ਹੈਗੀ ਆ ਉਹ ਮੇਰੀ ਅੰਗਰੇਜ਼ੀ ਮੰਗਾ ਦੇਣੀ ਤੁਸੀਂ ਤੇ ਇੱਥੇ ਕਈ ਵਾਰ ਨਹੀਂ ਸ਼ਬਦ ਪਤਾ ਲੱਗਦਾ ਕਈ ਵਾਰੀ ਯਾਦ ਭੁੱਲ ਲਾਲ ਜਾਂਦਾ। ਰੰਗ ਦੀ ਕਹਿੰਦੇ ਸੀ ਆਪਾਂ। ਹਾਂਜੀ ਸੋ ਉਹ ਬੀਟ ਜੂਸ ਜਿਹੜਾ ਹੈਗਾ ਜੇ ਤੁਸੀਂ ਉਹਨੂੰ ਮਤਲਬ ਉਹਦਾ ਜੂਸ ਕੱਢ ਕੇ ਜਿਹੜਾ ਉਹ ਪੀਂਦੇ ਹੋ ਸਭ ਤੋਂ ਵਧੀਆ ਕਿਡਨੀਜ਼ ਦੀ ਜਿਹੜੀ ਉਹ ਸਫਾਈ ਕਰਦਾ ਹੈਗਾ ਆ। ਕੋਕੋਨਟ ਜਿਹੜਾ ਪਾਣੀ ਹੁੰਦਾ ਜਿਹੜਾ ਫਰੈਸ਼ ਕੋਕੋਨਟ ਵਾਟਰ, ਇਹ ਨਹੀਂ ਉਹ ਡੱਬੀਆਂ ਵਾਲਾ ਨਹੀਂ ਸਟੋਰਾਂ ਵਾਲਾ ਨਹੀਂ, ਜਿਹੜਾ ਫਰੈਸ਼ ਜਿਹੜਾ ਕੋਕੋਨਟ ਦੇ ਅੰਦਰ ਹੀ ਹੁੰਦਾ। ਕੋਪਾ ਚੁੱਕ ਕੇ ਲੈ ਕੇ ਆਉਣਾ। ਹਾਂਜੀ ਉਹਦਾ ਵਾਲਾ ਪਾਣੀ ਜਿਹੜਾ ਉਹ ਕਿਡਨੀਆਂ ਦੀ ਸਫਾਈ ਜਿਹੜਾ ਬਹੁਤ ਵਧੀਆ ਕਰਦਾ ਹੈਗਾ। ਸੋ ਨੈਚੁਰਲ ਚੀਜ਼ਾਂ ਤਾਂ ਜਿਹੜੀਆਂ ਉਹ ਮਤਲਬ ਜਿਹਨੂੰ ਤੁਸੀਂ ਜੇ ਤੁਸੀਂ ਓਵਰਆਲ ਬੋਡੀ ਦੇ ਸਿਸਟਮ ਨੂੰ ਕਰਨਾ ਤੇ ਹਦਵਾਣਾ ਜਾਂ ਜਿਹਨੂੰ ਅਸੀਂ ਵਾਟਰਮੈਲਨ ਕਹਿੰਦੇ, ਉਹੀ ਜਿਹੜਾ ਤੁਸੀਂ ਉਹਦੀ ਫਾਸਟਿੰਗ ਕਰ ਲਓ ਇੱਕ ਦਿਨ, ਉਹਦੇ ਨਾਲ ਵੀ ਜਿਹੜਾ ਉਹ ਬੋਡੀ ਦੇ ਅੰਦਰੋਂ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਉਹ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਸੋ ਚੀਜ਼ਾਂ ਤਾਂ ਬਹੁਤ ਹੈਗੀਆਂ ਸਾਡੀਆਂ ਕਰਨ ਨੂੰ, ਸਾਨੂੰ ਪਤਾ ਵੀ ਹੈਗਾ, ਪਰ ਪ੍ਰੋਬਲਮ ਇਹ ਕਿ ਅਸੀਂ ਕਰਦੇ ਨਹੀਂ। ਉਹੀ ਅਸੀਂ ਸਵੇਰ ਤੋਂ ਸ਼ਾਮ ਤੱਕ ਜਿਹੜੀ ਡਾਇਟ ਹੈ ਉਹੀ ਚੀਜ਼ ਅਸੀਂ ਸਾਰੇ ਖਾਈ ਜਾ ਰਹੇ ਹੈਗੇ ਆ। ਪਤਾ ਵੀ ਹੁੰਦਾ ਕਿ ਸਾਡੇ ਲਈ ਇਹ ਚੀਜ਼ ਠੀਕ ਨਹੀਂ ਹੈ, ਜੇ ਸਾਨੂੰ ਨੁਕਸਾਨ ਕਰ ਰਹੀ ਹੈ, ਬਟ ਫਿਰ ਵੀ ਜਿਹੜਾ ਉਹ ਅਸੀਂ ਆਪਣੀਆਂ ਚੋਇਸਿਸ ਜਿਹੜੀਆਂ ਆ ਡਾਇਟ ਦੀਆਂ ਉਹ ਨਹੀਂ ਅਸੀਂ ਠੀਕ ਕਰ ਰਹੇ। ਸਾਨੂੰ ਗੈਸ ਵਾਲਾ ਐਸਿਡ ਵਾਲਾ ਕੈਪਸੂਲ ਖਾਣਾ ਮਨਜ਼ੂਰ ਹੈ ਸਵੇਰੇ ਸਵੇਰੇ, ਪਰ ਅਸੀਂ ਜਿਹੜਾ ਹੈ ਉਹ ਆਪਣੀਆਂ ਗਰਮ ਮਸਾਲੇ ਜਾਂ ਚਾਹ ਵਗੈਰਾ ਨਹੀਂ ਅਸੀਂ ਛੱਡ ਸਕਦੇ। ਸੋ ਪ੍ਰੋਬਲਮ ਹੀ ਸੀ ਸਾਰੀਆਂ ਜਿਹੜੀਆਂ ਹੈਗੀਆਂ ਉਹ ਸਾਡੀ ਆਪਣੀ ਬਹੁਤ ਚੀਜ਼ਾਂ ਜਿਹੜੀਆਂ ਸਾਡੀਆਂ ਆਪਣੀਆਂ ਸਹੇੜੀਆਂ ਹੋਈਆਂ। ਐਟਲੀਸਟ ਜਿਹੜੀ ਡਾਇਟ ਦੇ ਨਾਲ ਚੀਜ਼ਾਂ ਜਿਹੜੀਆਂ ਸਹੇੜੀਆਂ ਮੈਂ ਹੋਈਆਂ। ਇੱਕ ਵਾਰੀ ਰਿਕੁਐਸਟ ਕਰਨਾ ਚਾਹੁੰਦਾ ਆਪਣੇ ਜਿੰਨੇ ਵੀ ਸਾਡੇ ਲਿਸਨਰ ਹੈਗੇ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਪਲੀਜ਼ ਮੇਰੇ ਸੈੱਲ ਨੰਬਰ ਦੇ ਉੱਤੇ ਕੁਐਸਚਨ ਹੁਣ ਟੈਕਸਟ ਕਰ ਦਿਓ 647 281 4857 647 281 4857। ਥੈਂਕ ਯੂ ਤੁਹਾਡਾ ਵੈਰੀ ਮਚ। ਤੇ ਜੀ ਬਸ ਕੰਟੀਨਿਊ। ਬਿਲਕੁਲ, ਔਰ ਸਾਡੀ ਫੂਡ ਚੋਇਸਿਸ ਜਿਹੜੀਆਂ ਉਹ ਗਲਤ ਹੋ ਗਈਆਂ ਹੌਲੀ ਹੌਲੀ, ਅਤੇ ਉਹ ਹੁਣ ਅਸੀਂ ਇਸ ਲੈਵਲ 'ਤੇ ਆ ਗਏ। ਤੁਸੀਂ ਦੇਖੋ ਕਿ ਕਿੰਨੇ ਸਪੈਸ਼ਲੀ ਮੈਂ ਦੇਖਦਾ ਹੁੰਦਾ ਸਾਡੇ ਬਜ਼ੁਰਗ ਮਾਤਾਵਾਂ ਜਾਂ ਜਿਹੜੇ ਸਾਡੇ ਮੇਲ ਹੈਗੇ ਆ ਕਿ ਉਹ ਮਤਲਬ 50 ਸਾਲ ਤੋਂ ਮਤਲਬ ਜਿਹੜਾ ਆ ਉਹਨਾਂ ਦੇ ਵੇਟ ਵਧਣੇ ਸ਼ੁਰੂ ਹੋ ਜਾਂਦੇ। ਉਹ ਮਤਲਬ 60 ਕੁ ਸਾਲ ਤੱਕ ਉਹ ਇੰਨਾ ਕੁ ਓਵਰਵੇਟ ਹੋ ਜਾਂਦੇ ਹੈਗੇ ਆ ਸਪੈਸ਼ਲੀ ਲੇਡੀਜ਼ ਦੇ ਵਿੱਚ। ਅਤੇ ਉਹ ਬਸ ਮਤਲਬ ਕਿਉਂਕਿ ਉਹ ਖਾਈ ਜਾ ਰਹੇ ਹੈਗੇ ਉਹੀ ਸਵੇਰੇ 3 ਟਾਈਮ ਸਵੇਰੇ ਆਪਣੇ ਆਪ ਨੂੰ ਲਿਮਿਟ ਕੀਤਾ ਹੋਇਆ ਕਿ ਅਸੀਂ ਇੰਨੇ ਵਜੇ ਰੋਟੀ ਖਾਣੀ, ਇੰਨੇ ਵਜੇ ਅਸੀਂ ਚਾਹ ਪੀਣੀ, ਇੰਨੇ ਵਜੇ ਅਸੀਂ ਕੁਛ ਨਾ ਕੁਛ ਲੈਣਾ ਹੀ ਲੈਣਾ। ਅਤੇ ਉਹ ਸਾਡੀ ਸਾਰੀ ਡਾਇਟ ਜਿਹੜੀ ਆ ਉਹ ਗਲਤ ਹੈ। ਮਤਲਬ ਉਹ 'ਚ ਸਟਾਰਚ ਹੈ, ਉਹਦੇ ਵਿੱਚ ਸਿੰਪਲ ਕਾਰਬੋਹਾਈਡਰੇਟਸ ਹੈ, ਉਹਦੇ ਵਿੱਚ ਹੋਰ ਕੁਛ ਵੀ ਹੈ ਨਹੀਂ। ਸ਼ੂਗਰ ਹੈਗੀ ਹੈ, ਸ਼ੂਗਰ ਅਤੇ ਸਟਾਰਚ ਅਤੇ ਸਿੰਪਲ ਕਾਰਬੋਹਾਈਡਰੇਟਸ। ਇਸ ਤੋਂ ਇਲਾਵਾ ਸਾਡੀ ਪੰਜਾਬੀ ਡਾਇਟ ਜਿਹੜੀ ਹੈਗੀ ਉਹਦੇ ਵਿੱਚ ਕੁਛ ਐਡੀ ਹੈ ਹੀ ਨਹੀਂ ਚੀਜ਼। ਅਤੇ ਉਹ ਡਾਇਟ ਹੀ ਜਿਹੜੀ ਆ ਉਹ ਸਾਨੂੰ ਬਿਮਾਰੀਆਂ ਜਿਹੜੀਆਂ ਉਹ ਲਵਾ ਰਹੀ ਹੈਗੀ ਆ। ਉਹਦੇ ਨਾਲ ਪੇਟ ਦੀਆਂ ਕਹਿੰਦੇ ਹਰ ਇੱਕ ਬਿਮਾਰੀ ਜਿਹੜੀ ਉਹ ਪੇਟ ਤੋਂ ਸ਼ੁਰੂ ਹੁੰਦੀ। ਅਤੇ ਹੁਣ ਜੇ ਤੁਹਾਡਾ ਪੇਟ ਹੀ ਜਿਹੜਾ ਉਹ ਮੋਟਾ ਐਡਾ ਕੁ ਹੋ ਰਿਹਾ ਆ ਕਿ ਤੁਹਾਨੂੰ ਇਹਨੂੰ ਬੈਲਟ ਹੀ ਨਹੀਂ ਦਿਖ ਰਹੀ ਅਤੇ ਕੱਪ ਤੇ ਪਲੇਟ ਰੱਖਿਆ ਜਾ ਸਕਦਾ ਢਿੱਡ ਦੇ ਉੱਤੇ ਤੇ ਆਸਾਨੀ ਦੇ ਨਾਲ, ਉਹ ਫਾਇਦਾ ਨਹੀਂ ਹੋ ਸਕਦਾ ਰੂਪ ਸਾਹਿਬ। ਬਿਲਕੁਲ ਜੀ। ਅੱਛਾ ਰੂਪ ਸਾਹਿਬ ਨਾਲ ਲੱਗਦਾ ਜਿੱਦਾਂ ਆਪਾਂ ਕੁੱਕੀਆਂ ਵਗੈਰਾ ਦੀ ਗੱਲ ਕਰਦੇ ਕਿ ਉਹਨਾਂ ਦੀ ਥਾਂ ਤੇ ਫਿਰ ਜਿਹੜੇ ਭੁੱਜੇ ਹੋਏ ਛੋਲੇ, ਕਾਲੇ ਛੋਲੇ ਜਿੱਦਾਂ ਉਹ ਜੇ ਰੱਖੇ ਜਾਣ ਤੇ ਇੱਕ ਤਾਂ ਉਹਦੇ ਨਾਲ ਪੇਟ ਤੁਹਾਡਾ ਭਰਦਾ ਵੀ ਹੈ, ਦੂਜਾ ਉਹਦਾ ਨੁਕਸਾਨ ਵੀ ਨਹੀਂ, ਫਾਇਦਾ ਤੁਹਾਨੂੰ ਹੋਏਗਾ। ਕੋਈ ਕਿਸੇ ਤਰ੍ਹਾਂ ਦੇ ਵੀ ਜਿਹੜਾ ਡਰਾਈ ਫਰੂਟ ਹੈਗਾ ਆ ਉਹ ਤੁਸੀਂ ਲੈ ਸਕਦੇ ਹੈਗੇ ਹੋ। ਉਹਦੇ ਵਿੱਚ ਮੇਕ ਸ਼ੋਰ ਕਿ ਜਿਹੜਾ ਕਈ ਵਾਰੀ ਅਸੀਂ ਡਰਾਈ ਫਰੂਟ ਨੂੰ ਜਿਹੜਾ ਨਾ ਰੋਸਟ ਕੀਤਾ ਹੁੰਦਾ। ਰੋਸਟ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਨਹੀਂ ਲੈਣੀਆਂ ਚਾਹੀਦੀਆਂ ਜ਼ਿਆਦਾਤਰ, ਕਿਉਂਕਿ ਜਦੋਂ ਰੋਸਟ ਕਰ ਲੈਂਦੇ ਤਾਂ ਉਹਦੇ ਵਿੱਚ ਉਹਨਾਂ ਦੇ ਜਿਹੜੇ ਵਾਲਾਟਾਈਲਸ ਆਇਲ ਹੁੰਦੇ ਹੈਗੇ ਆ ਜਾਂ ਕਈ ਐਨਜ਼ਾਈਮਸ ਹੁੰਦੇ ਜਿਹੜੇ ਕਿ ਹੀਟ ਅਪ ਕਰਨ ਦੇ ਨਾਲ ਉਹ ਖਤਮ ਹੋ ਜਾਂਦੇ ਆ। ਸੋ ਉਹਨਾਂ ਨੂੰ ਗਰਮ ਨਹੀਂ ਕਰਨਾ ਚਾਹੀਦਾ ਹੈਗਾ। ਬਹੁਤ ਲੋਕ ਜਿਹੜੇ ਉਹਨੂੰ ਲੈਂਦੇ ਪੈਕਟ ਉਹ ਜਿਹਦੇ 'ਚ ਰੋਸਟ ਹੁੰਦੇ ਆ ਜਾਂ ਉਹਨਾਂ ਦੇ ਵਿੱਚ ਕਈਆਂ ਦੇ ਉੱਤੇ ਲੂਣ ਪਾਇਆ ਹੁੰਦਾ ਹੈਗਾ। ਸੋ ਜਿਹੜੀ ਮਤਲਬ ਨੈਚੁਰਲ ਚੀਜ਼ ਹੈਗੀ, ਰਿਮੈਂਬਰ ਕਿਸੇ ਵੀ ਚੀਜ਼ 'ਤੇ ਲੂਣ ਪਾਉਂਦੇ ਹੈਗੇ ਆ ਉਹ ਸਹੀ ਨਹੀਂ ਹੈ। ਗੰਡੋਏ 'ਤੇ ਲੂਣ ਪਾ ਦੇ ਤੁਸੀਂ ਅਤੇ ਉਹ ਉੱਦਾਂ ਹੀ ਪਿਘਲ ਜਾਂਦਾ ਸਾਰੇ ਦਾ ਸਾਰਾ।
ਤੇ ਜਿਹੜੇ ਛੋਟੇ ਛੋਟੇ ਐਂਜ਼ਾਈਮਸ ਜਿਹੜੇ ਕਿ ਅਸੀਂ ਆਪਣੀ ਅੱਖ ਨਾਲ ਦੇਖ ਵੀ ਨਹੀਂ ਸਕਦੇ, ਐਗਜ਼ਾਮਪਲ ਦੇ ਤੌਰ ਦੇ ਉੱਤੇ ਨਾ, ਜੇ ਕੋਈ ਸਨਫਲਾਵਰ ਸੀਡ ਕੋਈ ਖਾ ਰਿਹਾ ਹੈਗਾ ਤੇ ਹੁਣ ਉਹ ਲੂਣ ਵਾਲੇ ਆ, ਤੇ ਉਹ ਤਾਂ ਸਾਰੇ ਦੇ ਸਾਰੇ ਉਹਨੇ ਐਂਜ਼ਾਈਮ ਪਹਿਲੇ ਤੋਂ ਰੋਸਟਡ ਸੀਗੇ, ਉੱਤੋਂ ਉਹਨਾਂ ਨੇ ਲੂਣ ਵਾਲੇ ਬਣਾਤੇ, ਉਹ ਸਾਰੇ ਦਾ ਸਾਰਾ ਜਿਹੜਾ ਹੈ ਕੰਮ ਉਹਦਾ ਖਰਾਬ ਹੋ ਗਿਆ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਜਿਹੜੀਆਂ ਚੀਜ਼ਾਂ ਤੁਸੀਂ ਘਰ ਵਿੱਚ ਵੀ ਜਾਣੀ ਕਿ ਜੇ ਬਣਾਉਣੀਆਂ ਹੋਣ ਜਾਂ ਛੋਲਿਆਂ ਵਗੈਰਾ ਦੀ ਜਾਂ ਦਾਲਾਂ ਸਬਜ਼ੀ ਇਹਨਾਂ ਦੇ ਵਿੱਚ ਦਾਲਾਂ ਦੂਲਾਂ ਤੇ ਇਦਾਂ ਦੇ ਜ਼ਰੂਰ ਦਿਓ ਤਾਂ ਫਾਇਦਾ ਹੋਵੇ। ਦੇਖੋ ਛੋਲੇ ਤਾਂ ਚਲੋ ਉਹ ਤਾਂ ਆਪਾਂ ਰੋਸਟ ਕਰਨੇ ਹੀ ਹੁੰਦੇ ਹੈਗੇ ਆ, ਮੈਂ ਗੱਲ ਕਰ ਰਿਹਾ ਕਿ ਜਿਹੜੇ ਡਰਾਈ ਫਰੂਟ ਹੈ, ਸੋ ਡਰਾਈ ਫਰੂਟ ਜਿਹੜੇ ਹਾਂਜੀ ਡਰਾਈ ਫਰੂਟਸ ਜਿਹੜੇ ਹੈਗੇ ਆ ਉਹ ਕਈ ਵਾਰੀ ਜਿਹੜੇ ਰੋਸਟਡ ਜਿਹੜੇ ਆ ਲੋਕ, ਜਾਂ ਉਹਨਾਂ ਦੇ ਵਿੱਚ ਸਾਲਟ, ਕਿਉਂਕਿ ਅੱਜ ਕੱਲ੍ਹ ਸਾਲਟ ਅਸੀਂ ਬਹੁਤ ਜ਼ਿਆਦਾ ਖਾ ਰਹੇ ਹਾਂ, ਹੱਦ ਤੋਂ ਜ਼ਿਆਦਾ, ਅਤੇ ਉਹ ਫਿਰ ਜਦੋਂ ਸਾਲਟ ਜਿਹੜਾ ਸਾਡਾ ਸੋਡੀਅਮ ਦੀ ਮਾਤਰਾ ਜਿਹੜੀ ਹੈ ਬਾਡੀ ਦੇ ਅੰਦਰ ਵਧੇਗੀ, ਅਤੇ ਉਹਦੇ ਨਾਲ ਦੇ ਨਾਲ ਜਿਹੜੀ ਉਹ ਸੋਡੀਅਮ ਅਤੇ ਮੈਗਨੀਸੀਅਮ ਜਿਹੜੇ ਆ ਉਹ ਆਪਸ ਦੇ ਵਿੱਚ ਉਹਨਾਂ ਦਾ ਇੱਕ ਤਾਲਮੇਲ ਹੁੰਦਾ, ਅਤੇ ਉਹ ਫਿਰ ਜੇ ਸੋਡੀਅਮ ਜ਼ਿਆਦਾ ਹੋਏਗਾ ਤਾਂ ਮੈਗਨੀਸੀਅਮ ਆਟੋਮੈਟਿਕਲੀ ਬਾਡੀ 'ਚ ਘਟ ਜਾਣਾ, ਉਹ ਘਟਣ ਦੇ ਨਾਲ ਜਿਹੜਾ ਆ ਉਹ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਉਹ ਆਉਂਦੀਆਂ। ਸੋ ਬਾਡੀ ਇੱਕ ਬੜਾ ਬੈਲੈਂਸ ਬਣਾ ਕੇ ਰੱਖਦੀ ਆਪਣੀ ਬਾਡੀ ਆਟੋਮੈਟਿਕਲੀ ਅੰਦਰੂਨੀ ਤੌਰ ਦੇ ਉੱਤੇ, ਪਰ ਸਾਡੀਆਂ ਜਿਹੜੀਆਂ ਗਲਤ ਚੋਇਸਿਸ ਹੁੰਦੀਆਂ ਫੂਡ ਦੀਆਂ, ਉਹਦੇ ਕਰਕੇ ਉਹ ਜਿਹੜਾ ਇਨਵਾਇਰਮੈਂਟ ਆ ਉਹ ਉਥਲ ਪੁਥਲ ਹੁੰਦਾ, ਉਹਦੇ ਨਾਲ ਖਰਾਬ ਹੁੰਦਾ, ਜਿਹਦੇ ਕਰਕੇ ਸਾਨੂੰ ਅੱਗੇ ਜਾ ਕੇ ਜਿਹੜੀਆਂ ਉਹ ਬਿਮਾਰੀਆਂ ਲੱਗਦੀਆਂ। ਪਰ ਕਿਉਂਕਿ ਅਸੀਂ ਉਹ ਫੂਡ ਨੂੰ ਇੰਨਾ ਕੁ ਯੂਜ਼ ਟੂ ਹੋ ਗਏ ਹੁੰਦੇ, ਸਾਨੂੰ ਲੱਗਦਾ ਹੀ ਨਹੀਂ ਹੈ ਕਿ ਫੂਡ ਦੀ ਵਜ੍ਹਾ ਦੇ ਕਰਕੇ ਬਿਮਾਰੀ ਲੱਗੀ ਹੁੰਦੀ। ਅਸੀਂ ਕਹਿੰਦੇ ਹੈਗੇ ਆ ਕਿ ਵੀ ਨਹੀਂ ਜੀ ਇਹ ਤਾਂ ਡਾਇਟ, ਇਹ ਤਾਂ ਫੂਡ ਜੀ ਮੈਂ ਸ਼ੁਰੂ ਤੋਂ ਹੀ ਖਾਂਦਾ ਜਾਂ ਖਾਂਦੀ ਹੈ ਨਾ, ਤਾਂ ਉਹ ਉਸ ਕਰਕੇ ਫਿਰ ਉਹ ਕਈ ਵਾਰੀ ਇੱਕ ਮੰਨਣ 'ਤੇ ਹੀ ਨਹੀਂ ਆਉਂਦੇ ਕਈ ਪੇਸ਼ੈਂਟ ਤਾਂ, ਕਿ ਵੀ ਉਹ ਫੂਡ ਦੀ ਵਜ੍ਹਾ ਦੇ ਕਰਕੇ ਵੀ ਤੁਹਾਨੂੰ ਬਿਮਾਰੀ ਲੱਗ ਸਕਦੀ। ਤੇ ਐਂਡ ਯੈਟ ਉਹ ਸਭ ਤੋਂ ਪਹਿਲਾਂ ਗੱਲਬਾਤ ਆਪਾਂ ਸੁਣਨੀ ਨੇ, ਪ੍ਰੋਬਲਮ ਵਗੈਰਾ ਪੈਣੀ ਅੱਗੇ। ਰੂਬਲ ਸਾਹਿਬ ਇੱਕ ਹੋਰ ਕੁਐਸਚਨ ਆਪਾਂ ਉਹ ਵੀ ਲੈ ਲਈਏ, ਉਸ ਤੋਂ ਬਾਅਦ ਫਿਰ ਇੱਕ ਦੋ ਜੇ ਛੋਟੇ ਜਿਹੇ ਕੁਐਸਚਨ ਹੋਣਗੇ ਉਹਦੀ ਆਪਾਂ ਗੱਲਬਾਤ ਕਰਾਂਗੇ। ਇਹ ਹੈ ਜੀ ਤਕਰੀਬਨ 53 ਸਾਲ ਦੇ ਫੀਮੇਲ ਨੇ, ਤੇ ਇਹ ਕਹਿੰਦੇ ਕਿ ਮੱਥੇ ਦੇ ਦੁਆਲੇ ਤੇ ਸਿਰ ਦੇ ਵਿੱਚ ਲਾਲ ਲਾਲ ਜਿਹੇ ਕਿ ਨੇ, ਇਹ ਕਹਿੰਦੇ ਫਿੰਸਨੀਆਂ ਵੀ ਨਹੀਂ ਹੈਗੀ, ਲਾਲ ਲਾਲ ਚਟਾਕ ਜਿੱਦਾਂ ਕਹਿੰਦੇ ਨੇ, ਤੇ ਹੋ ਜਾਂਦੇ ਨੇ, ਤੇ ਕਈ ਥਾਂ ਦੇ ਉੱਤੋਂ ਫਿਰ ਵਾਲ ਵੀ ਜਾਣ ਕੇ ਝੜ ਜਾਂਦੇ ਨੇ। well ਦੇਖੋ ਜੇ ਵਾਲ ਝੜ ਰਹੇ ਹੈਗੇ ਆ ਨਾਲ ਦੀ ਨਾਲ, ਸੋ ਉਹਨੂੰ ਤਾਂ ਅਸੀਂ ਐਲੋਪੇਸ਼ੀਆ ਕਹਿੰਦੇ ਹੈਗੇ ਆ। ਸੋ ਐਲੋਪੇਸ਼ੀਆ ਜਿਹੜੀ ਆ ਪ੍ਰੋਬਲਮ, ਉਹ ਸਕਿਨ ਦੀ ਇੱਕ ਕਹਿ ਲਓ ਕਿ ਇੱਕ ਬੈਕਟੀਰੀਆ ਹੁੰਦਾ ਜਿਹੜਾ ਕਿ ਉਹ ਸਕਿਨ ਨੂੰ ਅਟੈਕ ਕਰਦਾ, ਅਤੇ ਉਹਦੇ ਨਾਲ ਫਿਰ ਉੱਥੋਂ ਵਾਲ ਜਿਹੜੇ ਉਹ ਝੜਨੇ ਸ਼ੁਰੂ ਹੋ ਜਾਂਦੇ ਆ। ਦੂਸਰੀ ਜਿਹੜੀ ਫਿੰਸੀਆਂ ਵਾਲੀ ਗੱਲ ਆ, ਉਹ ਫਿੰਸੀਆਂ ਦਾ ਐਕਚੁਅਲੀ ਐਲੋਪੇਸ਼ੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹ ਫਿੰਸੀਆਂ ਦੀ ਪ੍ਰੋਬਲਮ ਜਿਹੜੀ ਆ ਉਹ ਬਲੱਡ ਨੂੰ, ਜਿਹੜਾ ਬਲੱਡ ਸਾਡਾ ਗੰਦਾ ਹੋ ਜਾਂਦਾ, ਉਹਦੀ ਵਜ੍ਹਾ ਦੇ ਕਰਕੇ ਇਹ ਪ੍ਰੋਬਲਮਸ ਜਿਹੜੀਆਂ ਉਹ ਆਉਂਦੀਆਂ ਹੁੰਦੀਆਂ। ਸੋ ਦੋਨੋਂ ਡਿਫਰੈਂਟ ਪ੍ਰੋਬਲਮਸ ਜਿਹੜੀਆਂ ਆ ਜੋ ਉਹ ਦੱਸ ਰਹੇ ਹੈਗੇ ਆ। ਐਂਡ ਅਗੇਨ ਜੇ ਉਹਨੂੰ ਅਸੀਂ ਫਿਜ਼ੀਕਲੀ ਦੇਖਦੇ ਹਾਂ, ਸ਼ਾਇਦ ਇਹਨਾਂ ਨੂੰ ਐਲੋਪੇਸ਼ੀਆ ਨਾ ਹੋਵੇ, ਸੋ ਕਈ ਵਾਰੀ ਆਪਾਂ ਨੂੰ ਲੱਗਦਾ ਇੱਦਾਂ ਹੁੰਦਾ ਕਿ ਪ੍ਰੋਬਲਮ ਹੈ, ਪਰ ਉਹ ਹੁੰਦੀ ਨਹੀਂ ਹੈ, ਜਾਂ ਉਹ ਇੱਕੋ ਹੀ ਪ੍ਰੋਬਲਮ ਜਿਹੜੀ ਉਹ ਹੁੰਦੀ ਹੈ ਅਤੇ ਉਹਦੇ ਸਿੰਪਟਮਸ ਵੱਖਰੇ ਹੁੰਦੇ ਆ। ਪਰ ਜੋ ਇਹ ਦੱਸ ਰਹੇ ਉਹਦੇ ਹਿਸਾਬ ਨਾਲ ਉਹ ਦੋ ਵੱਖਰੀਆਂ ਪ੍ਰੋਬਲਮਸ ਹੈਗੀਆਂ, ਅਤੇ ਉਹਨਾਂ ਦਾ ਦੋਨੋਂ ਵੱਖਰੇ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ। ਬਟ ਬੈਟਰ ਇਜ਼ ਕਿ ਜੇ ਤੁਸੀਂ ਜਾਂ ਸਾਨੂੰ ਉਹਦੀ ਫੋਟੋ ਭੇਜ ਸਕਦੇ ਹੈਗੇ ਹੋ ਕਿ ਉਹ ਕਿਹੜੀ ਸਿਚੁਏਸ਼ਨ ਕਿਸ ਤਰੀਕੇ ਦੀ, ਉਹਦੇ ਹਿਸਾਬ ਦੇ ਨਾਲ ਬੈਟਰ ਅੰਡਰਸਟੈਂਡਿੰਗ ਹੋ ਸਕਦੀ ਹੈ ਕਿ ਕੀ ਉਹਦਾ ਇਲਾਜ ਹੋ ਸਕਦਾ ਜਾਂ ਨਹੀਂ। ਜਾਂ ਤੁਸੀਂ ਸਾਨੂੰ ਫੋਨ ਦੇ ਉੱਤੇ ਜਿਹੜੀ ਆ ਕੰਸਲਟੇਸ਼ਨ ਕਰ ਸਕਦੇ ਹੋ 905 874 3333 ਦੇ ਉੱਤੇ, 9058743333 ਦੇ ਉੱਤੇ, ਸੋ ਦੈਟ ਕਿ ਫਾਈਂਡ ਆਊਟ ਕੀਤਾ ਜਾਵੇ ਕਿ ਉਹ ਪ੍ਰੋਬਲਮ ਹੈ ਕੀ ਹੈ, ਅਤੇ ਫਿਰ ਉਹਦੇ ਹਿਸਾਬ ਦੇ ਨਾਲ ਉਹਦਾ ਇਲਾਜ ਜਿਹੜਾ ਉਹ ਕੱਢਿਆ ਜਾਂਦਾ। ਬਟ ਇਨ ਦਾ ਮੀਨ ਟਾਈਮ ਰਿਗਾਰਡਲੈਸ ਆਫ ਉਹ ਐਲੋਪੇਸ਼ੀਆ ਆ ਜਾਂ ਉਹ ਸਰਾਈਸਿਸ ਆ, ਦੋਨੋਂ ਕੰਡੀਸ਼ਨਸ ਦੇ ਵਿੱਚ ਜਿਹੜਾ ਆ ਉਹ ਸ਼ੂਗਰ ਅਤੇ ਸਟਾਰਚ ਦੋਨੋਂ ਜਿਹੜੀਆਂ ਉਹ ਬੰਦ ਕੀਤੀਆਂ ਜਾਂਦੀਆਂ। ਜਿੱਦਾਂ ਅੱਜ ਅਸੀਂ ਗੱਲ ਵੀ ਜਿਹੜੀ ਉਹ ਇਸੇ ਚੀਜ਼ ਤੋਂ ਸ਼ੁਰੂ ਕੀਤੀ ਸੀ, ਔਰ ਆਈ ਥਿੰਕ ਖਤਮ ਵੀ ਇਸੇ ਚੀਜ਼ 'ਤੇ ਹੋ ਰਹੀ ਹੈ। ਸ਼ੂਗਰ ਅਤੇ ਖਤਮ ਨਹੀਂ ਹੋ ਰਹੀ ਅਜੇ, ਤੇ ਕੰਟੀਨਿਊ ਰੱਖਾਂਗੇ, ਕੋਈ ਨੋ ਪ੍ਰੋਬਲਮ। ਨਾਲ ਲੱਗਦੀ ਜਿਹੜਾ ਜਿਸ ਕਿ ਤੁਸੀਂ ਇਹ ਚੀਜ਼ਾਂ ਬਾਰੇ ਦੱਸਿਆ, ਆਪਾਂ ਇਹ ਚੀਜ਼ਾਂ ਨੂੰ ਵੀ ਹੋਰ ਵਧਾਵਾਂਗੇ। ਜਿਹੜਾ ਗੰਦਾ ਖੂਨ ਆ, ਕਈ ਵਾਰੀ ਆਪਾਂ ਗਾਲ ਵੀ ਕੱਢ ਦਿੰਦੇ ਹਾਂ, ਜਾਂ ਗਾਲ ਆਮ ਸਾਡੇ ਸੱਭਿਆਚਾਰ ਦੇ ਵਿੱਚ ਹੈਗੀ, ਪਤਾ ਨਹੀਂ ਕਿਹਦਾ ਗੰਦਾ ਖੂਨ ਜਾਂ ਕਿੱਦਾਂ ਜਦੋਂ ਗੰਦੇ ਖੂਨ ਦੀ ਗੱਲਬਾਤ ਕਰਦੇ ਹਾਂ ਆਪਾਂ, ਸੌਰੀ ਉਧਰਲੀ ਸਾਈਡ ਤੇ ਨਹੀਂ ਆਪਾਂ ਜਾਂਦੇ, ਗੰਦਾ ਖੂਨ ਸਾਡਾ ਹੋ ਜਾਂਦਾ ਜਾਂ ਬਣ ਜਾਂਦਾ ਸਾਡੇ ਗਲਤ ਖਾਣ ਦੇ ਨਾਲ, ਤੇ ਜਾਂ ਫਿਰ ਗਲਤ ਸਾਡੇ ਇਹਨਾਂ ਚੀਜ਼ਾਂ ਦੇ ਨਾਲ, ਕੀ ਉਸ ਨੂੰ ਫਿਰ ਸਹੀ ਕਲੀਅਰ ਕੀਤਾ ਜਾ ਸਕਦਾ? ਉਹ ਕਿਹੜੀ ਚੀਜ਼ ਹੈ ਜਿਹਦੇ ਨਾਲ ਕਲੀਅਰ ਕੀਤਾ ਜਾਂਦਾ, ਜਿਸ ਨੂੰ ਪੀਓ ਜਾਂ ਖਾਓ ਤੇ ਉਹ ਤੁਹਾਡੇ ਕੋਲ ਟ੍ਰੀਟਮੈਂਟ ਡੈਫੀਨਿਟਲੀ ਹੋਏਗਾ, ਉਹਦੇ ਆਪਾਂ ਤੁਹਾਡੇ ਕੋਲ ਟਿਪ ਲਵਾਂਗੇ। ਲੇਕਿਨ ਇਸ ਤੋਂ ਇਲਾਵਾ ਤੁਸੀਂ ਰੀਅਲ estate ਦੇ ਖੇਤਰ ਵਿੱਚ ਕੋਈ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਕੋਈ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਖਰੀਦਣੀ ਚਾਹੁੰਦੇ ਹੋ, ਸਲਾਹ ਮਸ਼ਵਰਾ ਲੈਣਾ ਚਾਹੁੰਦੇ ਹੋ, ਫੁੱਲ ਟਾਈਮ ਰੈਟਰ ਦੇ ਤੌਰ ਤੇ ਮੈਂ ਕੰਮ ਕਰ ਰਿਹਾ, ਰੀਅਲ estate ਬ੍ਰੋਕਰ ਦੇ ਤੌਰ ਤੇ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 647 281 4857 647 281 4857
ਪਹਿਲਾਂ ਘਰਾਂ ਵਾਲੀ ਸਾਈਡ ਤੋਂ ਆਪਾਂ ਸ਼ੁਰੂ ਕਰਦੇ ਹਾਂ। ਜੇਕਰ ਤੁਹਾਡੇ ਕੋਲ ਵੱਡਾ ਪ੍ਰੋਜੈਕਟ ਹੈ ਜਾਂ ਵੱਡੀ ਤੁਸੀਂ ਕੋਈ ਪ੍ਰਾਪਰਟੀ ਕੋਈ ਲੈਣੀ ਚਾਹੁੰਦੇ ਹੋ, ਸਾਡੇ ਕੋਲ ਇੱਥੋਂ ਤਕਰੀਬਨ ਘੰਟੇ ਕੁ ਦੀ ਡਰਾਈਵ ਦੇ ਉੱਤੇ 38 ਏਕੜ ਦੇ ਵਿੱਚ 10-12 ਕਹਿ ਲਓ ਵੀ ਜਿਹਦੇ ਵਿੱਚ ਰਵੀਨ ਲੋਟ ਦੇ ਘਰ ਬਣਨੇ ਨੇ, ਤੁਸੀਂ ਬਣਾ ਸਕਦੇ ਹੋ। ਸਾਰੇ ਅਪਰੂਵਲ ਹੈ। ਤੇ ਇਹ ਪ੍ਰਾਪਰਟੀ ਲੈਣੀ ਚਾਹੁੰਦੇ ਹੋ ਕਿੱਥੇ ਹੈ, ਇਸਦੀ ਜਾਣਕਾਰੀ ਵਾਸਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 50 ਰਵੀਨ ਲੋਟ ਜਿਹਦੇ ਵਿੱਚ ਬਣਦੇ ਪਏ ਨੇ, 20 ਏਕੜ ਇਹ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੱਸ ਸਕਦੇ ਹੋ। ਤੇ ਜਾਂ ਫਿਰ ਤੁਸੀਂ ਆਪਣੇ ਟਾਊਨ ਹਾਊਸ ਬਣਾਉਣੇ ਚਾਹੁੰਦੇ ਹੋ, ਸਾਡੇ ਕੋਲ ਅਪਰੂਵਲ ਪੋਜੀਸ਼ਨਾਂ ਜਾਂ ਸਾਈਡਾਂ ਹੈਗੀਆਂ ਨੇ ਜਿੱਥੇ ਤੁਸੀਂ ਵੱਡੇ ਇਹੋ ਜਿਹੇ ਪ੍ਰੋਜੈਕਟ ਬਾਏ ਕਰ ਸਕਦੇ ਹੋ ਤੇ ਆਪਣੇ ਤਰੀਕੇ ਦੇ ਨਾਲ ਬਣਾ ਕੇ ਤੇ ਗਾਂ ਸੈੱਲ ਕਰ ਸਕਦੇ ਹੋ ਤੇ ਪ੍ਰੋਪਰ ਤੁਸੀਂ ਬਣਾ ਸਕਦੇ ਹੋ। ਜਾਂ ਬਰੈਂਪਟਨ ਦੇ ਬਿਲਕੁਲ ਲਾਗੇ ਸਾਡੇ ਕੋਲ 100 ਏਕੜ ਦੇ 2-3 ਲੋਟ ਹੈਗੇ ਨੇ ਜਿਹਦੇ ਵਾਈਟ ਬੈਲਟ ਵਿੱਚ ਵੀ ਹੈਗੇ ਨੇ ਤੇ ਤੁਸੀਂ ਇੱਥੇ ਆਪਣੇ ਪਲਾਟ ਕੱਟ ਕੇ ਗਾਂ ਸੈੱਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਸਾਡੇ ਕੋਲ ਕੈਲਟਨ ਦੇ ਵਿੱਚ ਇੱਕ 65 ਏਕੜ ਆ ਜਿਹਦੇ ਵਿੱਚ 3 ਬੈਡਰੂਮ ਦਾ ਘਰ ਆ, 2 ਸ਼ੈੱਡਾਂ ਨੇ ਤੇ ਇਹਦੇ ਵਿੱਚ ਬਾਰ ਨੇ ਤੇ ਬਾਕੀ ਸਾਰੇ ਦਾ ਸਾਰਾ ਇਹ ਰੈਂਟ ਤੇ ਚੜਾਇਆ ਜਿੱਥੋਂ ਤੁਹਾਨੂੰ 8-10 ਹਜ਼ਾਰ ਰੈਂਟ ਮਹੀਨੇ ਦਾ ਆ ਰਿਹਾ। ਇਹ ਪ੍ਰਾਪਰਟੀ ਖਰੀਦਣੀ ਚਾਹੁੰਦੇ ਹੋ ਜਾਂ 2.5-3 ਏਕੜ ਦੇ ਵਿੱਚ ਬਣਿਆ ਹੋਇਆ ਕੋਈ ਘਰ ਲੈਣਾ ਚਾਹੁੰਦੇ ਹੋ ਤੇ ਜਾਂ ਫਿਰ 10 ਏਕੜ ਦੇ ਵਿੱਚ ਬਣਿਆ ਹੋਇਆ ਘਰ ਲੈਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 647 281 48 57। ਤੇ ਟਰੱਕ ਡਰਾਈਵਰ ਵੀ ਜਿਹੜੇ ਸਾਡੇ ਲੋਕਲ ਇੱਥੇ ਟਰੱਕ ਯਾਰਡ ਲੱਭਦੇ ਸੀ, 2 ਏਕੜ ਦਾ ਟਰੱਕ ਯਾਰਡ ਲੱਭਦੇ ਸੀ, 10 ਏਕੜ ਦਾ ਟਰੱਕ ਯਾਰਡ ਲੱਭਦੇ ਸੀ, ਸਾਡੇ ਕੋਲ ਲੋਕਲ ਵੀ ਅਵੇਲੇਬਲ ਨੇ। 401 ਦੇ ਲਾਗੇ ਬਿੰਸਰ ਤੱਕ ਜਾਂਦਿਆਂ ਨੂੰ ਸਾਡੇ ਕੋਲ 2 ਏਕੜ 4 ਏਕੜ 2.5 ਏਕੜ ਤੇ 10-12 ਏਕੜ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਏਕੜਾਂ ਦੇ ਵਿੱਚ ਟਰੱਕ ਯਾਰਡ ਵਾਸਤੇ ਸਪੇਸ ਅਵੇਲੇਬਲ ਆ। ਕਈਆਂ ਦੇ ਵਿੱਚ ਬਿਲਡਿੰਗ ਹੈ, ਕਈਆਂ 'ਚ ਬਿਲਡਿੰਗ ਨਹੀਂ ਹੈਗੀ। ਇਹ ਪ੍ਰਾਪਰਟੀਆਂ ਦੇਖਣੀਆਂ ਚਾਹੁੰਦੇ ਹੋ, ਇਹਨਾਂ ਦੀ ਜਾਣਕਾਰੀ ਕਰਨੀ ਚਾਹੁੰਦੇ ਹੋ ਤੇ ਜਾਂ ਫਿਰ ਨਵੇਂ ਪ੍ਰੋਜੈਕਟ ਜੋ ਆ ਰਹੇ ਨੇ ਬਰੈਂਪਟਨ ਦੇ ਵਿੱਚ ਜਿਹੜੇ ਨਵੇਂ ਘਰ ਬਣ ਰਹੇ ਨੇ ਉਹਨਾਂ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ 647 281 48 57। ਬਰਲਿੰਗਟਨ ਓਕਵਿਲ ਦੇ ਵਿੱਚ ਤੁਸੀਂ ਟਾਊਨ ਹਾਊਸ ਜਾਂ ਨਿਊ ਹਾਊਸ ਲੈਣੇ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰਨਾ 647 281 48 57 ਤੇ ਗੱਲਬਾਤ ਕੀਤੀ ਜਾ ਸਕਦੀ। ਇਹ ਤੋਂ ਜਦ ਤੱਕ ਤੁਹਾਡੀ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੌਰਗੇਜ ਸੰਬੰਧੀ ਜਾਣਕਾਰੀ ਲੈਣੀ ਚਾਹੁੰਦੇ ਤਾਂ ਵੀ ਤੁਹਾਨੂੰ ਡਿਟੇਲ ਦਿੱਤੀ ਜਾਏ। ਸਾਡੀ ਪੂਰੀ ਟੀਮ ਹੈ ਜਾਂ ਫਿਰ ਲੋਅਰ ਦੀ ਟੀਮ, ਸਾਰੀ ਦੀ ਸਾਰੀ ਟੀਮ ਦਾ ਸਾਡੇ ਕੋਲ ਪੂਰਾ ਪ੍ਰਬੰਧ ਹੁੰਦਾ ਹੈ। ਤੇ ਬੈਕ ਟੂ ਰੂਬਲ ਵੱਲ ਜਾਂਦੇ ਹਾਂ 905 874 3333 ਰੂਬਲ ਸਾਹਿਬ ਜਿਹੜਾ ਗੰਦਾ ਬਲੱਡ ਹੋ ਜਾਂਦਾ ਉਹਨੂੰ ਕਿਹੜੀਆਂ ਜੜੀ ਬੂਟੀਆਂ ਜਿਹੜੀਆਂ ਉਹ ਸਾਫ਼ ਕਰ ਦਿੰਦੀਆਂ ਨੇ ਤੇ ਤੁਹਾਨੂੰ ਬਿਲਕੁਲ ਤੰਦਰੁਸਤ ਕਰ ਦਿੰਦੇ ਤੇ ਚਿਹਰਾ ਤੁਹਾਡਾ ਚਮਕਦਾ ਬਣਾ ਦਿੰਦੀਆਂ ਨੇ। ਦੇਖੋ ਉਹਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਦੇਖੀਆਂ ਜਾਂਦੀਆਂ, ਇੱਕ ਤਾਂ ਜਿਹੜੀ ਆ ਤੁਸੀਂ ਚੀਜ਼ਾਂ ਨੂੰ ਪਾਉਣਾ ਨਹੀਂ ਹੈ ਜਿਹੜੀਆਂ ਕਿ ਬਾਡੀ ਦੇ ਅੰਦਰ ਜਿਹੜੀਆਂ ਕਿ ਬਲੱਡ ਨੂੰ ਖਰਾਬ ਕਰ ਰਹੀਆਂ ਹੈਗੀਆਂ। ਸੋ ਉਹਦੇ ਵਿੱਚ ਜਿਹੜੀ ਆ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਬੰਦ ਕੀਤੀਆਂ ਜਾਂਦੀਆਂ ਤੇ ਸ਼ੂਗਰ ਜਿਹੜੀ ਉਹ ਬੰਦ ਕੀਤੀ ਜਾਂਦੀ ਆ। ਸੋ ਨਾਰਮਲ ਬੰਦੇ ਵਾਸਤੇ ਜਿਹਨੂੰ ਕੋਈ ਸਕਿਨ ਦੀ ਐਡੀ ਪ੍ਰੋਬਲਮ ਨਹੀਂ ਹੈਗੀ, ਸੋ ਉਹ ਜਿਹੜੀ ਆ ਆਈ ਥਿੰਕ ਸਾਲ ਦੇ ਵਿੱਚ ਤੁਹਾਨੂੰ ਘੱਟ ਤੋਂ ਘੱਟ 2 ਕੁ ਵੀਕ ਜਿਹੜਾ ਲਗਾਤਾਰ ਕਰਨਾ ਚਾਹੀਦਾ। ਸੋ ਉਹਦੇ ਵਿੱਚ ਜਿਹੜੀਆਂ ਭਾਵੇਂ ਤੁਸੀਂ ਹੁਣ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਸਬਜ਼ੀਆਂ ਦੀ ਅਸੀਂ ਜੇ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਰੇਲਾ ਬਹੁਤ ਵਧੀਆ ਬਲੱਡ ਨੂੰ ਸਾਫ਼ ਕਰਦਾ ਹੈਗਾ। ਬੀਟਸ ਦੀ ਅਸੀਂ ਗੱਲ ਕੀਤੀ ਸੀਗੀ, ਇਹ ਬਹੁਤ ਵਧੀਆ ਬਲੱਡ ਨੂੰ ਸਾਫ਼ ਕਰਦੀ ਹੈਗੀ ਹੈ। ਸੈਲਰੀ ਜਿਹੜੀ ਹੈਗੀ ਹੈ ਉਹ ਬਲੱਡ ਨੂੰ ਬਹੁਤ ਵਧੀਆ ਸਾਫ਼ ਕਰਦੀ ਹੈਗੀ ਹੈ। ਐਸਪੈਰਾਗਸ ਹੁੰਦੇ ਜਿਹੜੇ ਲੰਬੇ ਲੰਬੇ, ਉਹ ਜਿਹੜੀਆਂ ਹੈਗੀਆਂ ਉਹ ਬਹੁਤ ਵਧੀਆ ਸਾਫ਼ ਕਰਦੀ ਹੈ ਬਲੱਡ ਨੂੰ। ਜਾਂ ਬਰਸਲ ਸਪਰਾਊਟਸ, ਉਹ ਛੋਟੀ ਛੋਟੀ ਬੰਦ ਗੋਭੀਆਂ, ਉਹ ਜਿਹੜੀਆਂ ਹੈਗੀਆਂ। ਜਾਂ ਕੋਈ ਵੀ ਮਤਲਬ ਜੇ ਤੁਸੀਂ ਹੋਰ ਸੋਚ ਸਕਦੇ ਕਿ ਜਿਹਦੇ 'ਚ ਕੜੱਤਣ ਹੈ ਥੋੜ੍ਹੀ ਜਿਹੀ, ਜਿਹੜੀ ਚੀਜ਼ ਦੇ ਵਿੱਚ ਥੋੜ੍ਹੀ ਜਿਹੀ ਕੜੱਤਣ ਹੈਗੀ ਉਹ ਤੁਹਾਡੇ ਬਲੱਡ ਨੂੰ ਸਾਫ਼ ਕਰਨ ਦੀ ਸਮਰੱਥਾ ਰੱਖਦੀ ਹੈਗੀ ਆ। ਸੋ ਜੇ ਤੁਸੀਂ ਉਹਨੂੰ ਮਤਲਬ ਨੋਰਮਲ ਤੌਰ ਦੇ ਉੱਤੇ ਵੀ ਜੇ ਤੁਸੀਂ 2 ਕੁ ਵੀਕ ਲੈਂਦੇ ਹੈਗੇ ਹੋ ਤੇ ਉਹਦੇ ਨਾਲ ਜਿਹੜੀ ਆ ਉਹ ਤੁਹਾਡੀ ਬਾਡੀ ਇੱਕ ਫੇਜ਼ ਦੇ ਵਿੱਚ ਜਿਹੜੀ ਉਹ ਚਲੇ ਜਾਂਦੀ ਹੈ। ਸੋ ਚੀਜ਼ਾਂ ਬੰਦ ਕਰਨੀਆਂ, ਸੇਮ ਟਾਈਮ ਦੇ ਉੱਤੇ ਐਲੀਮੀਨੇਟ ਕਰਨੀਆਂ। ਸੋ ਇਹ ਕਰਨ ਦੇ ਨਾਲ 2 ਕੁ ਵੀਕ ਜਿਹੜਾ ਯੂਜਲੀ ਮੋਰ ਦੈਨ ਇਨਫ ਨੋਰਮਲ ਇੱਕ ਬੰਦੇ ਵਾਸਤੇ ਜਿਹਨੂੰ ਐਕਚੁਅਲੀ ਕੋਈ ਪ੍ਰੋਬਲਮ ਨਹੀਂ ਹੈ। ਸੋ ਉਹਦੇ ਵਾਸਤੇ ਉਹਨੂੰ ਕਰਨਾ ਚਾਹੀਦਾ। ਜਿੱਦਾਂ ਦੱਸਿਆ ਕਿ ਵੀ ਹੁਣ ਡਾਇਟ ਤਾਂ ਉੱਦਾਂ ਦੀ ਅੱਜ ਕੱਲ੍ਹ, ਤਾਂ ਇਹ ਹੈ ਕਿ ਹੁਣ ਅਸੀਂ ਜਿਹੜੀ ਬਾਡੀ ਦੇ ਅੰਦਰ ਜਿਹੜੀ ਚੀਜ਼ਾਂ ਲੈ ਕੇ ਜਾ ਰਹੇ ਹਾਂ ਗੈਰ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਅਸੀਂ ਐਟਲੀਸਟ ਬਾਹਰ ਕੱਢਦੇ ਰਹੀਏ ਨਾਲ ਨਾਲ। ਸੋ ਆਈ ਥਿੰਕ ਮਤਲਬ ਜਿੱਦਾਂ ਤੁਸੀਂ ਨਾਰਮਲ ਬੰਦੇ ਦੀ ਗੱਲ ਕਰਤੀ, ਮੈਂ ਕਹਿੰਦਾ ਕਿ ਹਰ ਇੱਕ ਬੰਦੇ ਨੂੰ 6 ਮਹੀਨੇ ਬਾਅਦ ਇਹ ਫਾਰਮੂਲਾ ਅਪਣਾ ਲੈਣਾ ਚਾਹੀਦਾ। ਸਿਰਫ 2 ਵੀਕਾਂ ਵਾਸਤੇ ਤੁਸੀਂ ਦੁੱਧ ਤੋਂ ਬਣੀਆਂ ਚੀਜ਼ਾਂ ਛੱਡ ਦਿਓ ਤੇ ਕੜੱਤਣ ਭਰੀਆਂ ਚੀਜ਼ਾਂ ਨਾਲ ਵੀ ਡਾਈਟ ਵਿੱਚ ਸ਼ਾਮਲ ਕਰ ਲਓ। ਜਾਂ ਸੈਲਡ ਦੇ ਤੌਰ ਤੇ, ਸੂਪ ਦੇ ਤੌਰ ਤੇ ਚੀਜ਼ਾਂ ਕਈ ਤਰੀਕੇ ਨਾਲ ਬਣ ਸਕਦੀਆਂ ਨੇ, ਕਿਸੇ ਤਰੀਕੇ ਦੇ ਨਾਲ ਵੀ ਬਣ ਸਕਦੀਆਂ ਡੈਫੀਨੇਟਲੀ। ਨਿੰਮ ਦੀਆਂ ਗੋਲੀਆਂ ਜਿਹੜੀਆਂ ਜਾਂ ਕੈਪਸੂਲਸ ਜਿਹੜੇ ਆ ਉਹ ਸਾਡੇ ਕੋਲੇ ਰਕਤ ਰੋਧਕ ਨਾਮ ਦੀ ਇੱਕ ਗੋਲੀ ਆਉਂਦੀ ਆ, ਉਹ ਵੀ ਲਈ ਜਾ ਸਕਦੀ ਹੈ ਕਿਸੇ। ਸੋ ਬਹੁਤ ਚੀਜ਼ਾਂ ਮਤਲਬ ਹੈਗੀਆਂ ਜਿਹੜੀਆਂ ਕਿ ਬਲੱਡ ਨੂੰ ਪਿਊਰੀਫਾਈ ਕਰਨ ਦੇ ਵਾਸਤੇ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ।
ਸਕਦੀਆਂ। ਗੁਰਪਾਲ ਜੀ ਟਾਈਮ ਬਹੁਤ ਅੱਜ ਹੋ ਚੁੱਕਾ, ਬਹੁਤ ਬਹੁਤ ਸ਼ੁਕਰੀਆ ਉਹ ਸਾਰੇ ਸਾਡੇ ਸਰੋਤਿਆਂ ਦਾ ਜਿਹੜੇ ਕਿ ਪ੍ਰੋਗਰਾਮ ਸਾਡਾ ਸੁਣਦੇ ਹੈਗੇ ਆ। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਵਾਰੀ ਅਸੀਂ ਅਗਲੀ ਵਾਰੀ ਵੀ ਜਿਹੜਾ ਉਹ ਜਾਰੀ ਰੱਖਾਂਗੇ। ਅਗਲੀ ਵਾਰੀ ਨਵੀਂ ਸਰਕਾਰ ਦੇ ਨਾਲ ਨਵੀਂ ਸਰਕਾਰ ਵੀ ਬਣ ਜਾਣੀ ਤਾਂ ਆਪਾਂ ਨਵਾਂ ਪ੍ਰੋਗਰਾਮ ਲੈ ਕੇ ਉਸ ਵੇਲੇ ਹਾਜ਼ਰ ਹੋਵਾਂਗੇ। ਹਾਂਜੀ ਹਾਂਜੀ ਬਿਲਕੁਲ ਜੀ, ਉਹ ਸਾਰਿਆਂ ਨੂੰ ਤਾਕੀਦ ਕੀਤੀ ਜਾਂਦੀ ਹੈ ਜਿਹੜੇ ਕੈਨੇਡੀਅਨ ਸਿਟੀਜ਼ਨਸ ਆ, ਪਲੀਜ਼ ਵੋਟ ਜ਼ਰੂਰ ਪਾਓ, ਕਿਉਂਕਿ ਸਾਡੀ ਇੱਥੇ ਵੋਟਿੰਗ ਦੀ ਜਿਹੜੀ ਪਰਸੈਂਟੇਜ ਆ ਉਹ ਕਾਫੀ ਘਟਦੀ ਜਾ ਰਹੀ ਹੈ। ਸੋ ਜਿਹੜੀ ਵੀ ਪਾਰਟੀ ਨੂੰ ਸਪੋਰਟ ਕਰਦੇ ਹੋ ਤੁਸੀਂ, ਵੋਟ ਜਿਹੜੀ ਉਹ ਜ਼ਰੂਰ ਪਾਓ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।